ਯਾਰਾਂ ਮੈਨੂੰ ਗੱਲ ਸੁਣਾਉਂਦੇ ਦਾਦੇ ਮੇਰੇ ਨਾਲ ਰਾਤੀ ਪਰੀਆਂ ਨਾਲ ਲੜੇ ਆ। ਮੈਂ ਜਾ ਕੇ ਵੇਖਿਆ ਸੁਬਾਹ 2 ਖੁਸਰੇ ਬੇਹੋਸ਼ ਪਏ ਉੱਤੇ। ਮੇਰਾ ਉਸਤਾਦ ਇੱਥੇ ਬੈਠਾ ਵਾ, ਅੱਗੋਂ ਸ਼ੇਰ ਆ ਜੇ, ਮੈਂ ਤੇ ਨਹੀਂ ਵੇਖਣਾ ਕਿੰਨੀ ਤਾਕਤ ਹੈ ਉਹਦੇ ਚ। ਆਹੋ ਤੁਸੀਂ ਐਨੂੰ ਨਿਕਲ ਜਾਣਾ। 1000 ਰੁਪਏ ਦਿਹਾੜੀ ਤੇ ਗਾਨੀ ਦੇਣਾ ਰੈਂਟ ਤੇ, ਉਹ ਜਾ ਕੇ ਆਪਣੀ ਦਿਹਾੜੀ ਲਾ ਕੇ ਗਾਨੀਆਂ ਨਾਲ ਬਣ ਕੇ ਰਾਤ ਨੂੰ ਗਾਨੀ ਵਾਪਸ ਦੇ ਜਾਂਦੇ। ਹਾਂਜੀ, ਤੇ ਅਦਾਰੇ ਦਾ ਨਾਂ ਰੱਖਿਆ ਸਜਾਦ ਗਾਨੀ ਆਫੀਸ਼ੀਅਲ। ਬੁਲਟ ਪ੍ਰੂਫ ਜੈਕਟ ਪਾ ਕੇ ਤੇ ਖੁਦਕੁਸ਼ੀ ਕਰ ਲਈ। ਲੈ अस्सलाम वालेकुम, टी टाइम में खुश आमदीद। सर्दियों के मौसम में ਸਰ ਜੀ ਤਾੜੀ ਵੀ ਨਹੀਂ ਵੱਜਦੀ ਸਹੀ ਤਰ੍ਹਾਂ। ਉਹ ਬੁਝਾਤੀ ਸਾਹ ਜੀ ਤੁਸੀਂ। ਉਸਤਾਦ ਜੀ ਲੀਟਰ ਪੈਟਰੋਲ ਲੱਗਣਾ ਆ ਕੇ ਸਹੀ ਬਣਨੀ ਹੈ। ये धुआं सा रहने दो। मेरी अग वापस ना आई। वाह 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 वाह। कहने ਇਹ ਬਾਤ ਐਵੇਂ ਨਹੀਂ ਦੁਨੀਆ ਉਸਤਾਦ ਕਹਿੰਦੀ। ਸਰ ਯਾਰ ਵਾਹ ਵਾਹ ਕੀ ਵਾਹ। ਬਾਤ ਹੈ। ਮਰੇ ਛੋਟੀ ਜੀ ਗੱਲ ਤੇ ਅੱਗ की हाल चाल है? ठीक ठाक हो? ਸਾਹ ਜੀ ਆ ਗੁਸਤਾਖੀ ਨਹੀਂ ਹੋਣ ਦਈ। ਤੁਹਾਡੇ ਸਰਾਣੇ ਵਾਲੇ ਬੈਠਾ ਮੈਂ। नहीं मेरी केड़ा मंजी है, मेरा केड़ा सराहना वा, कोई चक्कर नहीं गा। ਕਹਿੰਦੇ ਇੰਜ ਨਹੀਂ ਵਈਦਾ। ਇਹ ਉਸਤਾਦ ਜੀ ਸੈੱਟ ਹੈ, ਇਹਦਾ ਕੋਈ ਸਰਾਣਾ ਪੈਂਦਾ ਨਹੀਂ ਹੁੰਦਾ। ਇਹ ਪੁਰਾਣੇ ਦੌਰ ਦੀਆਂ ਗੱਲਾਂ ਨੇ ਯਾਰ। ਅੱਛਾ ਜੀ। ਹਾਂਜੀ ਕੋਈ ਚੱਕਰ ਨਹੀਂ। ਹੈ ਜਿਹੜੀ ਹੋਣ ਡਈ ਆ। ਬੈੱਡ ਦੀ ਵੀ ਤੇ ਸਰਾਣੇ ਵਾਲੀ ਸਾਈਡ ਹੁੰਦੀ ਆ। ਹਾਂਜੀ ਹੁੰਦੀ ਸਾਹ ਜੀ। ਆ ਤੇ ਫੇਰ ਓਏ ਕਸ਼ਮੀਰ ਹੁਣ ਇੱਕ ਮਿਸਾਲ ਆ, ਤੂੰ ਟ੍ਰੇਨ 'ਚ ਜਾਵੇਂ ਉੱਥੇ ਜਿਹੜਾ ਬਰਥ ਹੁੰਦਾ ਵਾ ਹਾਂਜੀ ਹੈ, ਉੱਥੇ ਹੁਣ ਉੱਥੇ ਤਰਾਬਾ ਸੌਂ ਜਾਵੇ ਤੇ ਉਹਨੂੰ ਤੂੰ ਸਰਾਣੇ ਵਾਲੀ ਸਾਈਡ ਮੰਨ ਲੇਗਾ ਸਾਰੀ ਜ਼ਿੰਦਗੀ ਟ੍ਰੇਨ ਦੀ। ਨਹੀਂ ਉਸਤਾਦ ਜੀ ਸਿਆਣੇ ਕਹਿੰਦੇ ਜਿਹੜਾ ਤੁਹਾਡੇ ਬਜ਼ੁਰਗਾਂ ਦਾ ਮੰਜਾ ਹੋਵੇ ਨਾ, ਉਹਦੇ ਸਰਾਣੇ ਵਾਲੀ ਸਾਈਡ ਤੇ ਨਹੀਂ ਬਹਿਣਾ ਚਾਹੀਦਾ, ਘਰ 'ਚ ਲੜਾਈ ਪੈਂਦੀ ਆ। ਹਾਂਜੀ ਇਸ ਤਰੀਕੇ ਜੀ। ਨਾਲੇ ਤੁਹਾਡੇ ਸਿਆਣੇ ਏਡੇ ਸਿਆਣੇ ਨਹੀਂ ਸੀ ਹੈਗੇ। ਸਹੀ ਗੱਲ ਆ, ਤੁਹਾਡੇ ਤੇ ਨੋਟ ਤੇ ਆਉਣ ਦੇ ਹਨਾ। ਉਸਤਾਦ ਜੀ ਸਾਡੇ ਵੀ ਸਿਆਣੇ ਕਹਿੰਦੇ ਸੀਗੇ ਕਿ ਛਿੱਤਰ ਜਿਹੜਾ ਨਾ ਉਹ ਪੁੱਠਾ ਨਹੀਂ ਹੋਣਾ ਉਹ ਚਾਹੀਦਾ। ਦੌਰ ਯਾਰ, ਉਹ ਦੌਰ ਹੋਰ ਹਿਸਾਬ ਕਿਤਾਬ ਸੀ, ਸਾਰੀਆਂ ਗੱਲਾਂ ਹੋਰ ਸੀ। ਐ ਨਾ ਕਰੋ ਇਸ ਟਾਈਮ, ਉਹ ਨਾ ਕਰੋ ਇਸ ਟਾਈਮ, ਉਹ ਨਾ ਕਰੋ, ਨਹੀਂ ਨਹੀਂ ਨੌ ਨਾ ਕੱਟੋ। ਸਹੀ ਏ, ਮਗਰਬ ਤੋਂ ਬਾਅਦ ਤੁਸੀਂ ਪਰਫਿਊਮ ਲਾਣਾ, ਤੁਹਾਨੂੰ ਕੋਈ ਸ਼ਾਇਦ ਚਿੰਬੜ ਜਾਣੀ। ਚਿੰਬੜ ਜਾਣੀ। ਆਹੋ ਬੱਚਾ ਪੈਦਾ ਹੋਇਆ ਵਾ ਉਹਦੇ ਨਾਲ ਲੋਹੇ ਦਾ ਤਾਲਾ ਰੱਖੋ। ਆ ਉਹਦੇ ਨਾਲ ਲੋਹੇ ਦਾ ਤਾਲਾ ਰੱਖੋ। ਮੈਂ ਕਿਹਾ ਸਾਰਾ ਬੈੱਡ ਲੋਹੇ ਦਾ, ਇਹ ਕਿ ਇਹ ਨਹੀਂ ਅਸਰ ਕਰ ਰਿਹਾ ਤਾਲਾ। ਨਹੀਂ ਨਹੀਂ ਉਹ ਰੱਖਣਾ ਪੈਂਦਾ ਵਾ। ਹੁਣ ਕੈਂਚੀ ਤੁਸੀਂ ਚਲਾਓਗੇ ਤੁਹਾਡੇ ਲੜਾਈ ਪਏਗੀ। ਹਾਂਜੀ ਖਾਲੀ 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 ਚਲਾਓਗੇ, ਲੜਾਈ ਦਰਜੀ ਦਰਜੀ ਤਾਂ ਫਿਰ ਮੈਂ ਕਹਿੰਦਾ ਜੰਗ 'ਚ ਰਹਿੰਦੇ ਹੋਣੇ। ਦਰਜੀ ਨਹੀਂ ਤੇ ਉਹ ਖਾਲੀ ਨਹੀਂ ਚਲਾਉਂਦਾ ਕਦੇ ਵੀ, ਕੱਪੜੇ ਵਿੱਚ ਪਾ ਕੇ ਚਲਾਉਂਦਾ ਵਾ। ਤੇ ਮਾਲੀ ਮਾਲੀ ਜਦੋਂ ਕੈਂਚੀ ਉਹ ਇਦਾਂ ਕੱਟਦੇ ਉਹ ਵਿੱਚ ਕੋਈ ਸ਼ੈ ਹੋਣੀ ਚਾਹੀਦੀ ਹੈ ਨਾ। ਭਾਜੀ ਅੱਛਾ ਖਾਲੀ, ਹਾਂ ਖਾਲੀ ਨਹੀਂ ਕਹਿੰਦਾ ਚਲਾਈ ਦੀ। ਖਾਲੀ ਕੈਂਚੀ ਤੁਸੀਂ ਚਲਾਓਗੇ। ਇਹ ਲੌਜਿਕਾਂ ਹੁੰਦੀਆਂ, ਝਾੜੂ ਖੜਾ ਹੋਵੇ ਤਾਂ ਵੀ ਲੜਾਈ ਹੁੰਦੀ ਹੁੰਦੀ। ਹਾਂਜੀ ਮਿੱਠੇ ਗਿਆ ਇਹ ਜਿਹੜਾ ਐਮਪੀਟੀ ਹੁੰਦਾ ਨਾ, ਇਹਦਾ ਪੀ ਸਾਇਲੈਂਟ ਹੁੰਦਾ ਵਾ, ਐਮਟੀ ਹੁੰਦਾ ਵਾ। ਅੱਛਾ ਐਮਪੀਟੀ ਨਹੀਂ ਹੁੰਦਾ। ਨਹੀਂ ਐਮਟੀ। ਐਮਟੀ ਅੱਛਾ। ਸਾਜੀ ਮੰਜੀ ਤੇ ਬਹਿ ਕੇ ਆ ਲੱਤਾਂ ਹਿਲਾਣੀਆਂ ਮਨਾ ਵਾ। ਦੌਲਤ ਜਾਂਦੀ ਹੈ। ਹਾਂਜੀ ਦੌਲਤ ਜਾਂਦੀ ਹੈ, ਤੁਸੀਂ ਇੰਜ ਨਹੀਂ ਕਰਕੇ ਲਾਓਗੇ ਨਾ। ਸਾਹ ਜੀ ਕਿਤੇ ਤੁਰਦੇ ਫਿਰਦੇ ਬੰਦੇ ਦਾ ਪਹੁੰਚਾ ਤਾਂ ਚੜ ਜੇ ਉਹਨੂੰ ਸਫਰ ਪੈ ਜਾਂਦਾ। ਇਸ ਤਰ੍ਹਾਂ ਹੀ ਦੂਰ ਤੋਂ ਸਫਰ ਪੈਂਦਾ। ਜੁੱਤੀ ਤੇ ਜੁੱਤੀ ਚੜ ਜੇ ਨਵਾਂ ਸੂਟ ਮਿਲਦਾ। ਨਵਾਂ ਸੂਟ। ਇਸ ਤਰ੍ਹਾਂ ਹੀ ਬਾਹਰ ਵੱਟੇ ਤੇ ਵੱਟਾ ਰੱਖ ਜੋ, ਘਰੋਂ ਕੁੱਟ ਨਹੀਂ ਪੈਂਦੀ। ਹਾਂਜੀ ਮੰਜੀ ਤੇ ਬਹਿ ਕੇ ਇੰਜ ਕਰੀਏ ਉਸਤਾਦ ਜੀ, ਉਹ ਕਹਿੰਦੇ ਨਾ ਕਰ ਨੈਸ਼ਾ। ਅੱਛਾ ਇਹ ਕਨਫਰਮ ਹੈ, ਐਵੇਂ ਖਿਆਲ ਰਾਈਆਂ ਹੀ ਆ, ਕੀ ਆਸ ਰਹੀਆਂ ਕਿਆਸ ਰਾਈਆਂ ਕੀ ਉਹਨੂੰ ਕਹਿੰਦੇ ਨੇ। ਲੇਕਿਨ ਜੈਨੂਇਨ ਗੱਲ ਇਹ ਆ ਕਿ ਇਦਾਂ ਹੋ ਵੀ ਜਾਂਦਾ, ਹੋ ਵੀ ਜਾਂਦਾ। ਕਿਉਂਕਿ ਤੁਹਾਡਾ ਜ਼ਿਹਨ ਬਣਿਆ ਹੁੰਦਾ। ਤੁਹਾਨੂੰ ਨੇਛਾ ਵੇ ਕੋਈ ਯਾਦ ਕਰਦਾ। ਹਾਂਜੀ ਆ ਮੈਨੂੰ 2 ਪੂਰੀਆਂ ਨਿਛਾਂ ਆਈਆਂ, ਇੱਕ ਅੱਧੀ ਹੈ ਜੀ। 2 ਨੇ ਯਾਦ ਕੀਤਾ, ਇੱਕ ਨੇ ਕਿਹਾ ਲਾਨਤ ਪਾਓ। 2 ਨੇ ਸਹੀ ਯਾਦ ਕੀਤਾ, ਇੱਕ ਮਿਸ ਕਾਲ। ਉਸਤਾਦ ਜੀ ਜਿਸ ਬੰਦੇ ਦੀ ਧੁਨੀ ਲੰਬੀ ਹੈ ਨਾ, ਉਹਦਾ ਆਸਟ੍ਰੇਲੀਆ ਦਾ ਵੀਜ਼ਾ ਕਦੀ ਲੱਗੇਗਾ। ਤਹਿਕੀਕ ਨਹੀਂ ਲੰਬੀ ਮਤਲਬ ਉਹ ਸਿਆਣੇ ਬੱਚੇ ਦੀ ਹੁੰਦੀ ਨਾ ਜਿਹੜੀ ਧੁਨੀ ਹੈ, ਧੁਨ ਟੈਪ, ਤੁਸੀਂ ਉੱਤੇ ਹੈਂਗਰ ਬੜਾ ਸੋਹਣਾ ਟੰਗ ਸਕਦੇ। ਉਦੋਂ ਹਰ ਸ਼ੈ ਬਾਬਾ ਜੀ ਫਰਕ ਹੁੰਦੀ ਸੀ, ਹਰ ਚੀਜ਼ 'ਚ ਫਰਕ ਹੁੰਦਾ, ਹਰ ਕਿਸੇ ਦਾ ਤਰੀਕਾਕਾਰ ਚੇਂਜ ਹੁੰਦਾ ਸੀ, ਹਰ ਹਿਸਾਬ ਹੋਰ ਹੁੰਦਾ। ਟਾਂਗੇ ਚੱਲਦੇ ਸੀ, ਟਾਂਗੇ ਚੱਲਦੇ ਸੀ। ਟਾਂਗਿਆਂ ਤੋਂ ਪਹਿਲੇ ਹੱਥਾਂ ਨਾਲ ਬੰਦਾ ਲੈ ਕੇ ਜਾਂਦਾ ਸੀ ਸਵਾਰੀਆਂ, ਪਤਾ ਤੁਹਾਨੂੰ? ਹੱਥਾਂ ਨਾਲ ਕਿਹੜਾ ਲੈ ਕੇ ਜਾਂਦਾ ਸੀ? ਰੇਲਾ ਚੱਲਦਾ ਸੀ, ਰੇਲਾ। ਠੇਲਾ ਉਸਤਾਦ ਜੀ, ਉਹ ਤੇ ਟ੍ਰੇਨ ਤੇ ਸੀ। ਹੱਥਾਂ ਨਾਲ ਸਵਾਰੀ ਕਿਹੜੀ ਲੈ ਕੇ ਜਾਂਦੇ ਸੀ? ਜਿੱਥੇ ਹੁਣ ਘੋੜਾ ਨਹੀਂ ਹੁੰਦਾ, ਆਹੋ ਇਹ ਛੋਟਾ ਹੁੰਦਾ ਸੀ ਤੇ ਇੱਕ ਬੰਦਾ ਹੁੰਦਾ ਸੀ, ਉਹ 2-3 ਸਵਾਰੀਆਂ ਬਿਠਾ ਕੇ ਖਿੱਚ ਕੇ ਛੱਡ ਕੇ ਆਉਂਦਾ ਸੀ। ਦੌੜ ਗਿਆ। ਜੀ ਸ਼ਰਤ ਲਾ ਲਓ ਮੇਰੇ ਨਾਲ। ਠੇਲਾ ਕਹਿੰਦੇ ਠੇਲਾ ਨੂੰ। ਉਦੋਂ ਬੰਦੇ ਵੀ 2 ਸਟ੍ਰੋਕ ਹੁੰਦੇ ਸੀ ਨਾ। ਉਹ ਠੇਲਾ ਯਾਰ ਉਹ ਹੁੰਦਾ ਜਿਹੜਾ ਟ੍ਰੇਨ ਦੇ ਉੱਤੇ ਨਿੱਕਾ ਜਿਹਾ ਚੱਲਦਾ ਰਹਿੰਦਾ, ਉਹਨੂੰ ਕਹਿੰਦੇ ਠੇਲਾ। ਹਾਂਜੀ ਹਾਂਜੀ ਉਸਤਾਦ ਜੀ ਬੰਦੇ ਛੱਡ ਕੇ ਆਉਂਦੇ ਸੀ ਭੈਣ, ਨਾਲੇ ਉਹ ਟਾਂਗੇ। ਸ਼ਹਿਰ ਜਾਣਾ ਵਾ, 4 ਬੰਦਾ ਛੱਡ ਛੱਡ ਕੇ ਆਉਂਦੇ ਸੀ। ਉਦੋਂ ਹਰ ਸੜਕ ਇੰਜ ਨੀਵੀਂ ਹੁੰਦੀ ਸੀਗੀ। ਰੇਡ ਉਹ ਜਿਹੜਾ ਅੱਗੇ ਬੰਦਾ ਹੁੰਦਾ ਸੀ, ਉਹ ਵੀ ਕੋਈ ਸਾਡੇ ਵਰਗਾ ਬੰਦਾ ਨਹੀਂ ਸੀ ਹੁੰਦਾ। ਹਾਂਜੀ ਉਹਦਾ ਕੰਮ ਹੁੰਦਾ ਸੀ ਇਹ। ਉਦੋਂ ਖੁਰਾਕਾਂ ਸੈੱਟ ਸੀ ਉਸਤਾਦ ਜੀ, ਦੇਸੀ ਘਿਓ ਜਿਹੜੇ ਆ ਇਹ ਆਮ ਪੀਤੇ ਜਾਂਦੇ ਸੀ, ਭੁੱਗੀ ਦਾ ਖਤ ਜਿਹੜੇ ਆ, ਹਾਂਜੀ ਆ ਮੈਸੇਜ ਫਲਾਣਾ, ਇਹ ਕਬੂਤਰ ਦੇ ਕੇ ਆਉਂਦੇ ਸੀ। ਕਬੂਤਰ ਹਾਂਜੀ ਕਬੂਤਰ ਕੋਰੀਅਰ ਸਰਵਿਸ। ਕਬੂਤਰ ਕੋਰੀਅਰ। ਹਾਂਜੀ ਉਹ ਕਬੂਤਰ ਉਸਤਾਦ ਜੀ ਦੇ ਕੇ ਨਹੀਂ ਸੀ ਆਂਦੇ ਮਾਦਰਤ ਨਾਲ। ਉਹ ਜਿਹੜਾ ਜਾਂਦਾ ਸੀ ਨਾ ਬੰਦਾ ਪ੍ਰਦੇਸ਼, ਉਹ ਆਪਣਾ ਕਬੂਤਰ ਲੈ ਜਾਂਦਾ ਸੀ। ਹਾਂਜੀ ਇਹ ਕਬੂਤਰ ਦੀ ਖਸੂਸੀਅਤ ਹੈ, ਜਿੱਥੇ ਕਬੂਤਰ ਹੁੰਦਾ ਉੱਥੇ ਦਾ ਹੀ ਆ ਜਾਂਦਾ ਹੈਗਾ, ਜਿੱਥੇ ਮਰਜ਼ੀ ਛੱਡੇ। कबूतर जा 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 कबूतर जा, पहले प्यार की पहली चिट्ठी साजन को दिया। ਹਾਂ ਆਹੋ
ਜਾ ਉੜ ਜਾ ਲੈ ਜਾ ਜਾ ਉੜ ਜਾ ਲੈ ਜਾ ਚਿੱਠੀ ਮੇਰੇ ਢੋਲੇ ਦੀ ਵੇ ਕਬੂਤਰਾ। ਕਬੂਤਰ ਕਬੂਤਰ ਜਾਂਦੇ ਸੀ ਪਹਿਲੇ, ਅਸੀਂ ਡੋਲ ਸਜਣੂ ਜਿੱਥੇ ਤੂੰ ਹੁਣ ਇਹਨੇ ਭੇਜਿਆ ਕਬੂਤਰ ਨੂੰ, ਭਾਈ ਫੈਸਲ ਨੇ ਇਹਨੇ ਨੇ ਕਾਲੂ ਨੇ ਮਸ਼ੂਕ ਨੂੰ ਖੱਤ ਦੇਣ। ਉਹ ਇਹਦਾ ਖੱਤ ਫੜ ਕੇ ਉਹਦਾ ਵੀ ਫੜ, ਉਹਦਾ ਵੀ ਫੜ। ਐਂਡ ਦੇ ਛੋਟੀ ਜਿਹੀ ਗੱਠਰੀ ਰੱਖੀ ਕਬੂਤਰ ਨੇ ਉੱਤੇ, ਉੱਤੋਂ ਦੀ ਮਸ਼ੂਕ ਦੇ ਘਰ ਸਿੱਟ ਰਿਹਾ ਸਾਰੇ। ਨਹੀਂ ਖਾਤੇ ਕਾਲੂ ਨੇ ਇੰਨੇ ਕਬੂਤਰ ਨੂੰ ਖੱਤ ਦਿੱਤੇ, ਉਹਨੇ ਡਾਕੀ ਵਾਲੀ ਵਰਦੀ ਸਵਾਲੀ। ਭਾਈ ਫੈਸਲ ਕੋਲ ਆ ਗਿਆ ਕਬੂਤਰ। ਹਾਜੀ ਸਾਹਿਬ ਦਾ ਖਤ ਲੈ ਕੇ ਕਿੱਥੇ ਆ ਮੇਰੇ ਅੱਲਾ। ਉਸਤਾਦ ਜੀ ਦਾਨਿਸ਼ ਦੀ ਮਸ਼ੂਕ ਨੇ ਵੀ ਉਧਰੋਂ ਲੈਟਰ ਘੱਲਿਆ, ਕਬੂਤਰ ਨੇ ਕੋਲੋਂ ਜਾ ਕੇ ਕਹਿਤਾ ਬ੍ਰੇਕਅਪ ਹੋ ਗਿਆ। ਰੰਗ ਵੇਖ ਕੇ ਧੋਨੀ ਨੂੰ ਖਤ ਆ ਗਿਆ ਕਬੂਤਰ ਦੇ ਜ਼ਰੀਏ। ਭਾਈ ਕਬੂਤਰ ਕੋਲੋਂ ਖਤ ਫੜ ਕੇ ਉਹਦੀਆਂ ਲੱਤਾਂ ਹੀ ਕੁੱਟੀ ਜਾ ਰਿਹਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਪਿਸ਼ਾਵਰ ਚ ਉੱਡ ਕੇ ਆਇਆ ਹੈ। ਅੱਛਾ, ਉਸ ਤੋਂ ਖੱਤ ਆਇਆ ਸੀ। ਕਾਲੂ ਨੂੰ ਕਬੂਤਰ ਖੱਤ ਦੇਣ ਆਇਆ, ਕਾਲੂ ਨੇ ਫੜ ਕੇ ਕੁੱਟਿਆ, ਓਏ ਤੂੰ ਮਰ ਸਾਡਾ ਖੱਤ ਦੇ। ਯਾਰ ਭਾਈ ਫੈਸਲ ਨੇ 15-20 ਖੱਤ ਕਬੂਤਰ ਨੂੰ ਦੇਤੇ, ਉਹ ਵਿਚਾਰਾ ਨੀਵਾ ਹੋ ਕੇ ਉੱਡਣ ਡਿਆ। ਵਜੇ ਨਹੀਂ ਨਾ ਪਾਤਾ। ਭਾਈ ਦਾਨਿਸ਼ ਨੇ ਖੱਤ ਭੇਜਿਆ ਕਬੂਤਰ ਦੇ ਹੱਥ, ਕਬੂਤਰ ਜਾ ਕੇ ਕੁੜੀ ਦੀ ਮਾਂ ਨੂੰ ਪੁੱਛਣਾ, ਬਾਜੀ ਤੁਹਾਡੀ ਕੁੜੀ ਕਿੱਥੇ ਹੈ? ਦਾਨਿਸ਼ ਨੇ ਕਬੂਤਰ ਦੇ ਹੱਥ ਖੱਤ ਭੇਜਿਆ। ਉਹ ਮਹਿਬੂਬਾ ਵੇਖ ਕੇ ਕਹਿੰਦਾ ਲਾਹਨ ਤੇਰੀ ਚੋਇਸ ਤੇ। ਦਾਨਿਸ਼ ਦੀ ਮਸ਼ੂਕ ਨੇ ਨਾ ਕਬੂਤਰ ਹੱਥ ਖੱਤ ਭੇਜਿਆ ਦਾਨਿਸ਼ ਨੂੰ। ਉਹਨੇ ਆ ਕੇ ਦਾਨਿਸ਼ ਨੂੰ ਵੇਖਿਆ, ਉੱਥੋਂ ਹੀ ਵਾਪਸ ਜਾ ਕੇ ਤੇ ਖੱਤ ਦੀ ਉਹਦੀ ਝੋਲੀ ਸਿੱਟ ਕੇ ਨਾ ਕੁੜੀ ਦੀ, ਕਹਿੰਦਾ ਬੀਬੀ ਸਵੇਰੇ ਮੈਂ ਦੁਬਾਰਾ ਜਾਣਾ, ਉਨੀ ਦੇਰ ਤੱਕ ਫੇਰ ਸੋਚ ਲਾ। ਤੇਰੇ ਕੋਲ ਟਾਈਮ ਆ। ਉਹ ਸੱਚੀ ਮੁੱਚੀ ਮਹਿਬੂਬਾ ਨੇ ਐਡਾ ਸੋਹਣਾ ਸ਼ੇਰ ਲਿਖਿਆ ਹੈ, ਕਬੂਤਰ ਨੂੰ ਦਿੱਤਾ ਹੈ, ਤੇ ਉਹ ਦਾਨਿਸ਼ ਦਾ ਮੂੰਹ ਵੇਖ ਕੇ ਵਾਪਸ ਆ ਗਿਆ। ਕਹਿੰਦਾ ਇਹ ਸ਼ੇਰ ਇਹਦਾ ਬਣਦਾ, ਤੂੰ ਆਪ ਹਿਸਾਬ ਲਾ। ਭਾਈ ਫੈਸਲ ਰੂੜਾ ਦੇ ਘਰ ਵੀ ਆ ਗਿਆ ਕਬੂਤਰ ਖਤ ਲੈ ਕੇ। ਭਾਈ ਫੈਸਲ ਲੱਗੇ ਹੋ ਕੇ ਫੜਨ ਲੱਗੇ ਤੇ ਉਹ ਕਹਿੰਦਾ ਨਹੀਂ ਤੇਰਾ ਨਿਗਾ। ਆਏ ਹਾਏ ਭਾਈ ਦਾਨਿਸ਼ ਨੂੰ ਇਹਨਾਂ ਦੀ ਮਸ਼ੂਕ ਨੇ ਖੱਤ ਭੇਜਿਆ, ਇਸ ਤਰ੍ਹਾਂ ਹੀ। ਕਬੂਤਰ ਨਾਲ ਦੇਖ ਕੇ ਮੁੜ ਗਿਆ ਤੇ ਜਾ ਕੇ ਕਹਿੰਦਾ ਇੱਕ ਘਰ ਹੈਗਾ ਵਾ ਮੇਰੇ ਕੋਲ, ਜੇ ਜ਼ੇਨ ਬਦਲਦਾ ਫਿਰ ਉਹ ਮੈਂ ਉੱਥੇ ਕਰਾ ਦਿੰਦਾ। ਕਾਲੂ ਦੀ ਮਸ਼ੂਕ ਨੇ ਕਾਲੂ ਨੂੰ ਖੱਤ ਭੇਜਿਆ ਤੇ ਕਬੂਤਰ ਵਾਪਸ ਜਾ ਕੇ ਕਹਿਣ ਡਿਆ ਤੂੰ ਵਾਕਈ ਉਹਨੂੰ ਹੀ ਭੇਜਿਆ ਸੀ ਨਾ। ਜਿਹੜੀ ਕਾਲੂ ਨੂੰ ਉਹਦੀ ਮਸ਼ੂਕ ਨੇ ਕਬੂਤਰ ਹੱਥ ਖੱਤ ਭੇਜਿਆ, ਕਬੂਤਰ ਆਪਣਾ ਦੇਣ ਡਿਆ ਨੂੰ। ਉਹਦਾ ਸੈਟਅਪ ਵਿੱਚ ਮਿੱਠੇ ਦੀ ਮਸ਼ੂਕ ਨੇ ਖੱਤ ਭੇਜਿਆ, ਕਬੂਤਰ ਜਾ ਕੇ ਉਹ ਲੜਿਆ ਕੁੜੀ ਨਾਲ ਵਾਪਸ। ਕਹਿੰਦਾ ਉਹਨੂੰ ਕਹਿ ਦਿਆ ਕਰਕੇ ਨਾ ਚੁੱਪ ਕਰਕੇ ਖੱਤ ਫੜ ਲਿਆ ਕਰੇ, ਪੌਣਾ ਘੰਟਾ ਮੈਨੂੰ ਭਾ ਕੇ ਮੇਰੇ ਕੰਨ ਖਾਂਦਾ ਰਹੇ। ਫਿਰ ਪੁੱਛੀ ਜਾਂਦਾ ਵਾ। ਆਹੋ, ਯਾਰ ਕਾਲੂ ਨੇ ਆਪਣੀ ਮਸ਼ੂਕ ਨੂੰ ਖੱਤ ਭੇਜਿਆ ਤੇ ਉਹ ਵਾਪਸ ਆ ਕੇ ਕਬੂਤਰ ਕਹਿਣ ਡਿਆ 100 ਰੁਪਏ ਹੋਰ ਦੇ। ਕਹਿੰਦਾ ਉਹ ਨਾਲ ਦੇ ਪਿੰਡ ਗਈ ਹੋਈ ਸੀ। ਕਬੂਤਰ ਨੂੰ ਕਹਿ ਰਿਹਾ 100 ਰੁਪਏ ਹੋਰ ਦੇ। ਨਾਨੀ ਨੂੰ ਖਤ ਆ ਗਿਆ ਭਾਈ ਕਬੂਤਰ ਦੇ ਜ਼ਰੀਏ। ਇਹਨੇ ਖਤ ਫੜਿਆ ਤੇ ਪੈਲੀਆਂ ਨੂੰ ਭੱਜ ਗਿਆ। ਕਿਉਂ? ਉੱਥੇ ਜਾ ਕੇ ਉਸਤਾਦ ਜੀ ਪੜਨ ਦੇ ਤੇ ਵਿੱਚ ਉਹਦਾ ਫੇਸ ਆ ਰਿਹਾ, ਜਿੱਦਾਂ ਫਿਲਮਾਂ 'ਚ ਨਹੀਂ ਸੀ ਕਰਦਾ। ਉਹਦਾ ਫੇਸ ਆ ਰਿਹਾ ਤੇ ਉਹ ਆਪ ਬੋਲ ਰਿਹਾ, ਜੁਮੇਰਾਤ ਕੋ ਆ ਰਹਾ ਹੂੰ ਮੈਂ, ਮੇਰੇ ਸਾਥ ਹੀ ਰਹਿਣਾ ਹੈ। ਦਾਨਿਸ਼ ਦੀ ਮਸ਼ੂਕ ਸੱਚੀ ਮੁੱਚੀ ਨੋਨੀ ਨੇ ਜੋ ਖੱਤ ਪੜਨ ਦੇ ਅੱਗੇ ਉਹਦਾ ਫੇਸ ਆਇਆ, ਉਹ ਵਿੱਚੋਂ ਹੀ ਨਿਕਲ ਕੇ ਉਹਨੂੰ ਫੜ ਲਿਆ। ਕਾਲੂ ਨੇ ਆਪਣੀ ਮਸ਼ੂਕ ਨੂੰ ਖੱਤ ਭੇਜਿਆ ਤੇ ਉਹ ਖੱਤ ਫੜ ਕੇ ਨਾ ਪੈਲੀਆਂ ਜੂ ਭੱਜੀ ਤੇ ਇੱਕ ਬੰਦਾ ਕਹਿੰਦਾ ਉਹ ਭਾਈ ਖੱਤ ਵਾਲੇ ਉਧਰ ਆ। ਯਾਰ ਕਾਲੂ ਨੇ ਆਪਣੇ ਕਬੂਤਰ ਨੂੰ ਉਹ ਵਾਲਾ ਖੱਤ ਭੇਜਤਾ ਬਾਦਸ਼ਾਹ ਵਾਲੇ ਨੇ ਕਰਕੇ। ਉਹ ਲੈ ਕੇ ਉੱਡੇ, ਉਹਦੀ ਥੱਲੇ ਵਾਲੀ ਤਹਿ ਖੁੱਲ ਗਈ ਤੇ ਪੜ ਕਰਦਾ ਜਾਵੇ। ਕਾਲੂ ਨੇ ਕਬੂਤਰ ਦੇ ਹੱਥ ਚਿੱਠੀ ਭੇਜਣੀ ਸੀ ਤੇ ਗਲਤੀ ਨਾਲ ਮਕਾਨ ਦਾ ਸਟਾਂਪ ਭੇਜਤਾ, ਉਹ ਮਸ਼ੂਕ ਦੇ ਮਕਾਨ ਨਾਮ ਹੋ ਗਿਆ ਸਾਰੇ। ਦਾਨਿਸ਼ ਦੀ ਮਸ਼ੂਕ ਨੇ ਸਾਜ ਨੂੰ ਖੱਤ ਘੱਲਿਆ, ਦਾਨਿਸ਼ ਨੂੰ ਵੇਖ ਕੇ ਨਾ ਕਬੂਤਰ ਨੇ ਝੋਲਾ ਜਿਹਾ ਐਟਿੰਗ ਕਰ ਲਿਆ। ਪਰ ਫੈਸਲ ਨੇ ਕਬੂਤਰ ਹੱਥ ਨਾਲ ਚਿੱਠੀ ਭੇਜੀ ਤੇ ਮਸ਼ੂਕ ਫੋਨ ਕਰਕੇ ਕਹਿੰਦੀ ਇਹਨੂੰ ਨਾ ਭੇਜਿਆ ਕਰੋ, ਲੈਟਰ ਇੱਕ ਹੁੰਦਾ ਬਿੱਠਾ ਨਾਲ ਬੇੜਾ ਭਰ ਜਾਂਦਾ। ਉਹਨੇ ਮੈਨੂੰ ਫੋਨ ਜੋ ਕੀਤਾ, ਫਿਰ ਮੈਂ ਖੱਤ ਕਿਉਂ ਭੇਜਿਆ? ਮੈਂ ਵੀ ਫੋਨ ਕਰਦਾ। ਗੱਲ ਆ। ਓਏ ਉਹ ਸੈੱਟ ਸੀ, ਤੁਹਾਡਾ ਹੱਥ ਤੰਗ ਵਾ। ਸਾਜੀ ਕੀ ਹੋਇਆ ਇਹ? ਯਾਰ ਏਦਾਂ ਕਦੀ ਹੋਏ ਵੀ ਐਂਕਰ ਵਿੱਚੋਂ ਚੱਲਦੇ ਸ਼ੋਅ 'ਚ ਉੱਠਦਾ ਹੁੰਦਾ ਵਾ। ਇਹ ਸਾਜੀ ਨੂੰ ਕਾਲ ਕੂਲ ਆ ਜਾਂਦੀ ਭਾਈ। ਮਿੱਠੇ ਨੇ ਕਬੂਤਰ ਨੂੰ ਖੱਤ ਦਿੱਤਾ, ਉਹ ਪੈਦਲ ਹੀ ਗਲੀ 'ਚ ਜਾਣ ਡਿਆ, ਕਹਿੰਦਾ ਨਾਲ ਹੀ ਤੇ ਜਾਣਾ ਵਾ। ਯਾਰ ਕਾਲੂ ਨੇ ਕਬੂਤਰ ਨੂੰ ਖੱਤ ਭੇਜਿਆ ਤੇ ਉਹਨੂੰ ਗਾਲਾਂ ਕੱਢਣ ਲੱਗ ਗਿਆ, ਕਹਿੰਦਾ ਮੇਰੇ ਪਰ ਕੱਟੇ ਹੋਏ ਆ ਤੈਨੂੰ ਨਹੀਂ ਪਤਾ। ਕਾਲੂ ਨੇ ਕਬੂਤਰ ਨੂੰ ਹੱਥ ਨਹੀਂ ਕਰਕੇ ਖੱਤ ਭੇਜਿਆ, ਉੱਤੇ ਚੀਲਾਂ ਪੈ ਗਈਆਂ ਤੇ ਕਬੂਤਰ ਥੱਲੇ ਡੇ ਕੇ ਆਪਣੇ ਕੋਲੋਂ ਖੱਤ ਲਿਖਣ ਡਿਆ, ਫੋਨ ਤੇ ਗੱਲ ਕਰ ਲਈ, ਉਹ ਮਰਨ ਲੱਗਾ। ਕਾਲੂ ਨੇ ਕਬੂਤਰ ਦੇ ਹੱਥ ਖਤ ਭੇਜ ਕੇ ਬੜੀ ਵਿੱਚ ਆਪਣੀ ਮਜਬੂਰੀ ਦਾਸਤਾਨ ਲਿਖੀ। ਉਹ ਛਤਰੀ ਤੇ ਬੈਠਾ ਰਿਹਾ, ਉਹ ਗਿਆ ਹੀ ਨਹੀਂ। ਕਾਲੂ ਨੇ ਮਸ਼ੂਕ ਨੂੰ ਖੱਤ ਭੇਜਿਆ, ਕਬੂਤਰ ਨੂੰ ਕਹਿੰਦਾ ਜਾ ਮੈਨੂੰ ਮਸ਼ੂਕ ਨੂੰ ਖੱਤ ਦੇ ਆ। ਉਹ ਕਹਿੰਦਾ ਭਾਈ ਮੈਂ ਉਧਰ ਨਹੀਂ ਜਾਣਾ,
ਕਹਿੰਦਾ ਕਿਉਂ? ਕਹਿੰਦਾ ਉਹ ਇੱਕ ਤੇਰਾ ਖਤ ਲੈ ਕੇ ਨਾ ਅੱਗੋਂ 14 ਖਤ ਮੈਨੂੰ ਵੰਨ ਸੁਵੰਨੇ ਮੁੰਡਿਆਂ ਦੇ ਦੀ, ਮੈਨੂੰ ਉੱਥੇ ਰਾਤ ਲੱਗ ਜਾਂਦੀ ਆ ਉਹਨੂੰ ਫੜਾਇਆ ਉਹਨੂੰ ਫੜਾ। ਨਹੀਂ ਭਾਈ ਮੈਂ ਇਹਨੇ ਆਪਣੀ ਮਸ਼ੂਕ ਨੂੰ ਕਬੂਤਰ ਹੱਥ ਭੇਜਿਆ ਖਤ, ਤੇ ਖਤ ਦੇ ਕੇ ਨਾ ਇਹਦੇ ਅੱਬੇ ਕੋ ਸਾਈਨ ਕਰਾਉਣ ਡਿਆ। ਰਿਸੀਵਿੰਗ ਆਦੇ ਦਾਨਿਸ਼ ਨੇ ਮਸ਼ੂਕ ਨੂੰ ਖਤ ਭੇਜਿਆ। ਉਹ ਇੰਜ ਨੌ ਤੇ ਨਾ 9 ਪਾਲਿਸ਼ ਲਾ ਰਹੀ ਸੀ, ਕਹਿੰਦੀ ਹਾਂ ਲੈ ਆ ਉਹ ਜਿੱਥੇ ਅੱਗੇ 100-150 ਰੁਪਇਆ ਦੇ ਉੱਤੇ ਰੱਖ। ਕਬੂਤਰ ਇਹਦੀ ਮਸ਼ੂਕ ਨੂੰ ਖਤ ਨਹੀਂ ਸੀ ਪੜਾਉਂਦਾ, ਉਹਨੂੰ ਪਤਾ ਸੀ ਖਤ ਕਿੱਥੇ ਪਏ ਹੁੰਦੇ ਸਾਰੇ, ਉਹਦੇ ਉੱਤੇ ਰੱਖ ਹੁੰਦਾ ਸੀ। ਉਹ ਕਹਿੰਦੀ ਦਾਨਿਸ਼ ਵਾਲੀ ਢੇਰੀ ਤੇ ਰੱਖ ਦੇ। ਆ ਦਾਨਿਸ਼ ਵਾਲੀ ਢੇਰੀ ਤੇ ਵਾਪਸੀ ਤੇ ਮੋਢੇ ਤੇ ਸਾਫਾ ਰੱਖ ਗੋਡ ਹੁੰਦੇ ਆ। ਇਹਦੀ ਮਸ਼ੂਕ ਅਨਪੜ੍ਹ ਸੀਗੀ, ਕਬੂਤਰ ਨੇ ਖੱਤ ਦਿੱਤਾ, ਕਹਿੰਦਾ ਇੱਕ ਮੈਨੂੰ ਪੜਨ ਵਾਲਾ ਬੰਦਾ ਵੀ ਬੁਲਾ ਕੇ ਲਿਆਉਣਾ। ਬੰਦਾ ਲੱਭਣ ਦਿਆ ਉਹਦੇ ਪਿੰਡ 'ਚ। ਨਹੀਂ ਉਸਤਾਦ ਜੀ, ਇਹ ਵੈਸੇ ਰੀਅਲ ਹੁੰਦਾ ਸੀਗਾ। ਭਾਈ ਦਾਨਿਸ਼ ਦੀ ਮਸ਼ੂਕ ਨੂੰ ਖਤ ਆਇਆ ਤੇ ਕਬੂਤਰ ਖਤ ਦੇ ਕੇ ਦੂਸਰੇ ਕਬੂਤਰਾਂ ਨੂੰ ਕਹਿੰਦੇ ਆਓ ਤੁਸੀਂ ਵੀ ਖੁੱਲਾ ਆ ਕਰਦਾ ਆ ਕਬੂਤਰ ਦੇਖਿਆ, ਕਬੂਤਰ ਬਣਦਾ ਨਾਲ। ਇੱਕ ਕਬੂਤਰ ਦਾ ਛੱਲ ਬਣਾਉਂਦੇ ਹੋਵੇ। ਨਹੀਂ ਇਹ ਫੈਸਲਾ ਤਾਂ ਮੈਂ ਪਹਿਲੇ ਦੌਰਾ ਚ ਸੁਣਿਆ ਵਾ, ਲੇਕਿਨ ਏਦਾਂ ਨਹੀਂ ਹੈਗਾ ਵੀ ਪਤਾ ਨਹੀਂ ਹੈਗਾ ਕਿ ਨਹੀਂ ਨਹੀਂ। ਉਸਤਾਦ ਜੀ, ਉਹਦੇ ਧਾਗਾ ਬੰਨ ਕੇ ਇੱਥੇ ਲਮਕਾ ਦਿੰਦੇ ਸੀਗੇ, ਹੱਥ ਐ ਡੋਰੀ ਬਣਾ ਕੇ ਨਾ ਕਰਕੇ ਬੰਨ੍ਹਣਾ, ਤੇ ਹੋ ਸਕਦਾ ਸੀ ਉੱਥੇ ਤੱਕ ਪਹੁੰਚਦਾ। ਲੇਕਿਨ ਕਬੂਤਰ ਦੀ ਇੱਕ ਗੱਲ ਹੈਗੀ ਆ ਕਿ ਕਬੂਤਰ ਮਤਲਬ ਤੁਸੀਂ ਜਿਹੜੇ ਕਬੂਤਰ ਰੱਖੇ ਹੁੰਦੇ ਨਾ ਜਿਨ੍ਹਾਂ ਨੇ, ਉਹ ਜਦੋਂ ਕਬੂਤਰ ਦੀਆਂ ਬਾਜ਼ੀਆਂ ਜਾਂ ਕਬੂਤਰ ਛੱਡਦੇ ਆ, ਪੂਰਾ ਸ਼ਹਿਰ ਦਾ ਚੱਕਰ ਆ ਕੇ ਬਹਿਣਾ ਉਹਨੇ ਉਸੇ ਛੱਜੇ ਤੇ ਹੀ ਆ ਜਿੱਥੇ ਤੁਹਾਡੇ। ਹਾਂਜੀ, ਉਸੇ ਛਤਰੀ ਤੇ। ਇਹਦਾ ਮਤਲਬ ਇਹ ਕਿ ਉਹ ਸ਼ਨਾਖਤ ਰੱਖਦਾ, ਉਹਦੀ ਅੱਖ ਦੇਖਦੀ ਹੈ। ਉਹ ਫਿਰ ਇਦਾਂ ਕਰਦੇ ਹੋਣੇ ਨਾ ਕਿ ਕਬੂਤਰ ਨੂੰ ਛੱਡਦੇ ਹੋਣੇ ਉਧਰ ਪਹਿਲੇ, ਇੰਜ ਨਹੀਂ ਹੋਣਾ ਵੀ ਸਿੱਧਾ ਹੀ ਜਾ ਕੇ, ਉਹਨੂੰ ਕੀ ਪਤਾ ਹੁਣ ਨਾਲ ਲੈ ਕੇ ਜਾਂਦੇ। ਉਸਤਾਦ ਜੀ ਪਹਿਲੇ ਕਬੂਤਰ ਨੂੰ ਉਧਰ ਦਿਖਾਉਂਦੇ ਹੋਣੇ ਨੇ ਮੈਨੂੰ ਹਿਸਾਬ ਕਿਤਾਬ, ਹਾਂਜੀ, ਕਿ ਲਾਈਕ ਜਿੱਦਾਂ ਹੁਣ ਮੈਂ ਇੱਥੇ ਕਬੂਤਰ ਲੈ ਆਵਾਂ ਤੇ ਮੈਂ ਹੁਣ ਕਿਤੇ ਕਿਸੇ ਨੂੰ ਖਤ ਭੇਜਣਾ ਵਾ, ਤੇ ਉਹਨੂੰ ਕੀ ਪਤਾ ਮੈਂ ਕਿੱਥੇ ਜਾਣਾ। ਪਹਿਲੇ ਉਡਾ ਕੇ ਜਾਂ ਹਿਸਾਬ ਕਿਤਾਬ ਕਰਕੇ ਜਾਂ ਉਹਨੂੰ ਪਹਿਲੇ ਦਿਖਾਉਂਦੇ ਹੋਣੇ ਕਿ ਵੀ ਇਹ ਘਰ ਹੀ। ਹਾਂਜੀ, ਉਸਤਾਦ 2-4-5 ਵਾਰੀ ਫਿਰ ਉਹ ਭੇਜਦੇ, ਉਹਨੂੰ ਪਤਾ ਹੋਣਾ ਵੀ ਮੈਂ ਉੱਥੇ ਜਾਣਾ। ਜਿਹੜਾ ਤੁਸੀਂ ਕਬੂਤਰ ਲੈ ਕੇ ਆਣਾ ਨਾ, ਔਰ ਕਬੂਤਰ ਵੀ ਕੋਈ ਨਸਲੀ ਖਾਸ ਨਸਲ ਦੇ ਚੂਹੇ ਚੰਦਨ ਹੁੰਦਾ, ਚੂਹੇ ਚੰਦਨ, ਚੂਹੇ ਚੰਦਨ ਉਹ ਕਬੂਤਰ। ਉਹਨੂੰ ਕੋਰੀਅਰ ਕਬੂਤਰ ਕਹਿੰਦੇ ਉਹ ਯਾਰ ਨਹੀਂ ਯਾਰ, ਜਿਹੜੇ ਉਸਤਾਦ ਜੀ ਨੇ ਕਬੂਤਰ ਲੈ ਕੇ ਆਣੇ ਗਿਜਾਣੇ ਨੇ ਨਾ, ਉਸਤਾਦ ਜੀ ਨੇ ਜਦੋਂ ਪ੍ਰਦੇਸ਼ ਜਾਣਾ ਤੇ ਕਬੂਤਰ ਲੈ ਜਾਣੇ ਨੇ, ਉੱਥੋਂ ਫਿਰ ਖਾਤੇ ਇਹਨਾਂ ਨੇ ਭੇਜਣਾ, ਉਹ ਕਬੂਤਰ ਨੇ ਲੈ ਕੇ ਆਣਾ। ਹੁਣ ਉਸਤਾਦ ਜੀ ਸਾਡੇ ਹਾਂਜੀ ਉਸਤਾਦ ਜੀ, ਪਹਿਲੇ 4-4 ਬਾਦਸ਼ਾਹ ਜਿਹੜੇ ਹੁੰਦੇ ਨੇ 4-4 ਕਬੂਤਰ ਨਾਲ ਲੈ ਕੇ ਜਾਂਦੇ ਸੀ। ਹੁਣ ਮੇਰੇ ਦਾਦੇ ਨੇ ਬਾਜ਼ ਰੱਖਿਆ ਹੁੰਦਾ ਸੀ, ਉਹਦਾ ਨਾਮ ਸੀ ਰੱਖਾ। ਰੱਖਾਬਾਜ਼ ਨਹੀਂ ਰੱਖਾ ਉਹਨਾਂ ਉਸਤਾਦ ਨੇ ਜੀ, ਬੜਾ ਬਾਜ਼ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਨਹੀਂ ਮੁੜੇ। ਉਹ ਨਹੀਂ, ਉਹ ਜਦੋਂ ਜਾਂਦੇ ਸੀ ਉਸਤਾਦ ਜੀ, ਉਹਦੀ ਸੁੰਗਣ ਦੀ ਹਿਰਸ ਇੰਨੀ ਸੀ ਨਾ, ਉਹ ਇੰਨੀ ਹਿਰਸ ਸੀ ਉਹਦੀ ਸੁੰਗਣ ਦੀ ਕਿ ਉਹ ਮੇਰੇ ਦਾਦੇ ਨੂੰ ਲੱਭ ਲੈਂਦਾ ਸੀ। ਉਹ ਨਹਾਉਂਦੇ ਨਹੀਂ ਸੀਗੇ। ਹਾਂ ਨਹਾਉਂਦੇ ਨਹੀਂ ਸੀ ਦਾਦਾ ਜੀ। ਨਹੀਂ ਯਾਰ, ਉਹ ਘਰ ਯਾਨੀ ਕਿ ਘਰ ਛੱਡ ਜਾਂਦੇ ਸੀ। ਉਹ ਦਾਦੀ ਨੇ ਜਾਂ ਕਿਸੇ ਨੇ ਵੀ ਪੈਗਾਮ ਭੇਜਣਾ ਖਾਤੇ ਤੇ, ਫਿਰ ਉਹ ਦਾਦੇ ਹੋਰਾਂ ਨੇ ਇੰਜ ਕਰਕੇ ਕਹਿਣਾ ਹਾਂ ਵੀ ਖੈਰ ਰੱਖੇ, ਉਹ ਇੰਜ ਚਿੱਟੀ ਜੀ ਕੱਢਦੇ ਸੀਗੇ ਤੇ ਪੜ੍ਹਦੇ ਅੱਛਾ ਜੀ ਵੀ ਦਰਾਜ਼ ਲੱਗਾ ਸੀ ਕਬੂਤਰ ਤੇ ਦੇਖੀ। ਪਤਾ ਕਿਤੇ ਕਰਦੇ ਸੀ ਉਹ ਫਿਲਮਾਂ 'ਚ ਮੈਂ ਅਕਸਰ ਦੇਖਿਆ, ਬਰੀਕ ਜਿਹੇ ਕਾਗਜ਼ ਨੂੰ ਲਿਖ ਕੇ ਨਾ, ਉਹਦੀ ਬਰੀਕ ਜੀ ਕਰਕੇ ਨਾ, ਤੇ ਉਹਦੀ ਲੱਤ ਦੇ ਨਾਲ ਇੰਜ ਲਵੇੜ ਕੇ ਉੱਤੇ ਕੋਈ ਚੀਜ਼ ਲਾ ਦੇਣੀ, ਹਾਂਜੀ, ਉਹਨੇ ਉੱਡੀ ਜਾਣਾ ਆਰਾਮ ਨਾਲ। ਸਿਰਫ 3-4 ਲੈਣਾ ਹੁੰਦੀਆਂ ਕਿ ਘਰ ਚੱਕਰ ਲਾਓ, ਜਲਦੀ ਆਓ, ਫਲਾਣੇ ਕੇ ਚਾਹੀਦੀ। ਲੈ ਇਹ ਨਹੀਂ ਕਿ ਵੱਡਾ ਲੈਟਰ ਮੀਟਿੰਗ ਵਿੱਚ ਉਹ ਹੁੰਦਾ ਸੀ। ਇਹਦੀ ਮਸ਼ੂਕ ਨੇ ਕਬੂਤਰੋਂ ਤੋਂ ਇੰਨਾ ਦੁਖੀ ਸੀ, ਉਹ ਹੁੰਦੇ ਨਾ ਕਈਆਂ ਨੂੰ ਬਿਮਾਰੀ ਹੁੰਦੀ, ਗੱਲ ਨਹੀਂ ਕਰਨੀ, ਤੇ ਉਹਨੇ ਕਬੂਤਰ ਨੇ ਜਾਣਾ, ਉਹਨੇ ਪਹਿਲੇ ਖਤ ਲਿਖ ਕੇ ਭੇਜਣਾ, फ्री हो तो मेरे से बात करना। अगो फिर उन्हें लै जाना, हाँ बताओ मैं फ्री हूँ, कुड़ी ने कहना नहीं तुम पहले अपना काम कर लो। कबूतर पागल होया फिरदा आज बात नहीं ਉਸਤਾਦ ਜੀ ਭਾਈ ਫੈਸਲ ਨੇ ਕਬੂਤਰ ਹੱਥ ਐਨ ਕਰਕੇ ਚਿੱਠੀ ਲਿਖ ਕੇ ਕਰਾਚੀ ਭੇਜਿਆ, ਤੇ ਮਸ਼ੂਕ ਨੇ ਪੜਿਆ, ਉੱਥੇ ਲਿਖਿਆ ਸੀ ਕਾਲ ਮੀ, ਕਾਲ ਕਰ ਬਸ। ਉਹਦੇ ਤੇ ਲਿਖਿਆ ਕਬੂਤਰ ਵੀ ਬੈਕ। ਅੱਛਾ ਦੇਖਣਾ, ਮੇਰੀ ਗੱਲ ਸੁਣੋ, ਅੱਜ ਦੇ ਦੌਰ 'ਚ ਵੀ ਹੈਗੇ ਇਦਾਂ ਦਾ ਹਿਸਾਬ। ਹੁਣ ਮੈਂ ਤੇਰੇ ਨਾਲ ਮੈਸੇਜ ਤੇ ਗੱਲ ਕਰਨੀ ਹੈ ਜਾਂ ਤੇ ਕਾਲ ਤੇ ਗੱਲ ਕਰਨ ਲਈ, ਮੈਸੇਜ 'ਚ ਵੀ ਮੈਂ ਤੈਨੂੰ ਕਹਿਣਾ ਵਾ ਫ੍ਰੀ ਹੋ ਕੇ ਮੇਰੀ ਬਾਤ ਸੁਣਨਾ, ਤੇ ਤੂੰ ਫ੍ਰੀ ਹੋ ਕੇ ਕਹਿਣਾ ਹਾਂਜੀ, ਤੇ ਫਿਰ ਮੈਂ ਤੈਨੂੰ ਮੈਸੇਜ ਕਰਨਾ ਵੀ ਤੂੰ ਜਿਹੜੀ ਗੱਲ ਆ ਮੈਸੇਜ ਕਰ ਦੇ, ਜਦੋਂ ਫ੍ਰੀ ਹੋ ਪੜ੍ਹ ਲੂ। ਹਾਂਜੀ, ਮੈਂ ਇੱਕ ਜ਼ਰੂਰੀ ਬਾਤ ਕਰਨੀ थी जब फ्री हो बताना मैसेज। ਹਾਂਜੀ ਉਸਤਾਦ ਜੀ ਕਈ ਬੰਦੇ ਭਲਾ ਕੀ ਕਹਿੰਦੇ, ਵੌਇਸ ਮੈਸੇਜ ਕਰਕੇ ਨਾ ਫਿਰ ਕਾਲ ਕਰਕੇ ਕਹਿਣਗੇ ਤੈਨੂੰ ਮੈਸੇਜ ਕੀਤਾ ਸੁਣ ਲਈ ਜ਼ਰਾ, ਵੀ ਤੂੰ ਉਦੋਂ ਹੀ ਦੱਸ ਦੇ। ਨਹੀਂ ਉਹ ਇਦਾਂ ਹੁੰਦਾ ਨਾ, ਕੋਈ ਮੈਸੇਜ ਪਹਿਲੇ ਲਿਖ ਦਿੰਦੇ, ਸਾਰੀ ਗੱਲ ਕਰ ਲੈਂਦੇ, ਠੀਕ ਆ, ਤੇ ਉਸ ਲੰਮੀ ਗੱਲ ਮਿੰਟ 1.5 ਮਿੰਟ ਦੀ ਸਮਝਾਤੀ, ਵੌਇਸ ਮੈਸੇਜ ਕਰਤਾ, ਹੁਣ ਉਹ ਦੇਖ ਰਿਹਾ ਕਿ ਉਹ ਸੁਣ ਨਹੀਂ ਰਿਹਾ, ਫਿਰ ਉਹਨੂੰ ਕਾਲ ਕਰਦੇ ਨੇ, ਕਾਲ ਕਰਕੇ 2 ਸਕਿੰਟ ਚ ਕਹਿੰਦਾ ਯਾਰ ਤੈਨੂੰ ਇੱਕ ਮੈਸੇਜ ਕੀਤਾ ਸੁਣ ਲਈ। ਇਹਦਾ ਮਤਲਬ ਇਹ ਕੋਈ ਮਿੰਟ 1.5 ਮਿੰਟ ਮੈਂ ਤੈਨੂੰ ਇੱਥੇ ਦੁਬਾਰਾ ਸਮਝਾਵਾਂ, ਜੇ ਮੈਂ ਤੈਨੂੰ ਸਾਰਾ ਸਮਝਾਤਾ ਤੂੰ ਉਹ ਖੋਲੇਗਾ ਫਿਰ ਉਹੀ ਗੱਲ। ਇਹ ਐਡੀ ਕਈ ਬੰਦੇ ਸਵੇਰੇ ਸਵੇਰੇ ਵੌਇਸ ਮੈਸੇਜ ਕਰਨਗੇ ਨਾ, ਵਿੱਚ ਇੱਕ ਦਾ ਜੁਮਲਾ ਹੁੰਦਾ ਕੰਮ ਦਾ, 2 ਮਿੰਟ ਦਾ ਕਰ ਦੇਣਗੇ, ਉੱਠ ਕੇ ਹਾਂ ਸਲਾਮ ਮਿੱਠੇ
ਕਿੱਦਾਂ ਇੱਕ ਮਿੰਟ ਯਾਰ ਥੋੜੇ ਜ਼ੈਨ ਨੂੰ ਸਵਾਲ ਮਾਰ ਇੱਕ ਮਿੰਟ ਵੌਇਸ ਚੱਲਣ ਡਿਆ ਜ਼ੈਨ ਨੂੰ ਵੀ ਸਵਾਉਣਾ ਵਾ ਨਾਲ ਫਿਰ ਕਿੱਦਾਂ ਉਹ ਨਾਸ਼ਤਾ ਤਿਆਰ ਆ ਉਹ ਗੱਲਾਂ ਵਿੱਚ ਆਉਂਦੇ ਵਿੱਚ ਜੁਮਲਾ ਕਿਉਂ ਅੱਜ 12 ਵਜੇ ਦਫ਼ਤਰ ਪਹੁੰਚ ਜੀ ਬਸ 2 ਮਿੰਟ ਦੇ ਮੈਸੇਜ ਐਦਾਂ ਹੀ ਉਹ ਤੋਂ ਮੈਨੂੰ ਉਹਨਾਂ ਲੋਕਾਂ ਤੇ ਬਹੁਤ ਹੀ ਗੁੱਸਾ ਚੜਦਾ। ਹੋਰ ਸੁਣਾ, ਤੂੰ ਸੁਣਾ ਲੈ, ਬਾਰ ਸੁਣਾ ਕੋਈ ਨਵੀਂ ਤਾਜ਼ੀ। ਕੀ ਕਰਨ ਦਿਆਂ ਸੀ ਲੈ ਕਾਲੂ ਦੀ ਮਸ਼ੂਕ ਨੇ ਕਬੂਤਰ ਭੇਜਿਆ ਤੇ ਉੱਥੇ ਲਿਖਿਆ ਆਪਣੀ ਕੋਲ ਹਾਲੇ ਨਾ ਕੋਈ ਪੈਸੇ ਭੇਜੀ। ਭਾਈ ਫੈਸਲ ਇੰਜ ਕਰਕੇ ਕਬੂਤਰ ਭੇਜੇ ਮਸ਼ੂਕ ਵੱਲ ਤੇ ਮਸ਼ੂਕ ਦੇ ਅੱਬੇ ਨੇ ਦਾਣਾ ਪਾ ਕੇ ਚੌਕਸੀ ਲਾ ਲਿਆ ਉਹ ਛੇਤਰ ਇਹਦੇ ਘਰ ਕਬੂਤਰ ਆਇਆ, ਖਤ ਲੈ ਕੇ ਤੇ ਉਹਦੇ ਪਿਓ ਨੇ ਫੜ ਲਿਆ, ਕੁੜੀ ਦੇ ਪਿਓ ਨੇ ਕਬੂਤਰ ਨੂੰ ਫੜ ਲਿਆ ਖਤ ਉਹਦੇ ਮੂੰਹ ਦੇ ਵਿੱਚ, ਤੇ ਉਹਨੂੰ ਕਸਮਾਂ ਖਾਂਦਾ, ਕਹਿੰਦਾ ਭਾਜੀ ਮੈਂ ਉਹ ਨਹੀਂ ਆ, ਮੈਂ ਬੇਨਜ਼ੀਰ ਇਨਕਮ ਸਪੋਰਟ ਵਾਲਾ ਮੈਸੇਜ ਲੈ ਕੇ ਆਇਆ। ਸੁਸਰਾ ਪੰਜਾਬ ਕੰਪਨੀ ਦਾ ਵਾ ਮੈਂ ਕੰਪਨੀ ਵਾਲਾ ਵਾਂ। ਭਾਈ ਫੈਸਲ ਇੰਜ ਕਰਕੇ ਨਾ ਕਬੂਤਰ ਨੂੰ ਖਤ ਫੜਾਉਣੇ ਤੇ ਦੇਖਣ ਦੇ ਤੇ ਕਬੂਤਰ ਕੋ ਕਹਿ ਰਿਹਾ ਭਾਜੀ ਮੈਂ ਕਬੂਤਰ ਹੀ ਅੱਜ ਬਿਮਾਰ ਹੈ ਗਿਆ ਮੈਂ ਫੜਾ ਕੇ ਆਉਣਾ। ਕਾਲੂ ਨੇ ਆਪਣੀ ਮਸ਼ੂਕ ਨੂੰ ਖਤ ਭੇਜਣਾ ਸੀ ਤੇ ਕਬੂਤਰ ਬਿਮਾਰ ਸੀ, ਕਬੂਤਰੀ ਕਹਿੰਦਾ ਕੱਲ ਨੂੰ ਉਹਨੇ ਆਉਣਾ ਵਾ, ਕੋਈ ਗੰਦੀ ਗੱਲ ਨਾ ਲਿਖ ਭੇਜੀ। ਭਾਈ ਫੈਸਲ ਨੂੰ ਪੁੱਛੋ ਬਾਜ਼ ਰੱਖਿਆ ਵੀ ਸੀ ਕਿ ਨਹੀਂ ਰੱਖਿਆ ਸੀ ਬਾਹਰ ਮੈਂ ਨਹੀਂ ਸੀ। ਜਿਹੜਾ ਤੁਸੀਂ ਓ ਯਾਰ ਉਹ ਕਹਿੰਦੇ ਮੇਰੇ ਦਾਦੇ ਨੇ ਅਮਿਤਾਭ ਬੱਚਨ ਦੇ ਬਾਸ ਦਾ ਨਾਮ ਹੁੰਦਾ ਅੱਲਾ ਰੱਖਾ, ਉਹਨੇ ਪਾ ਲਿਆ ਵੀ ਉਹਨਾਂ ਨਾਲ ਰੱਖਾ ਸੀ। ਨਹੀਂ ਉਹਦਾ ਇਹ ਉਹਦੇ ਦਾਦੇ ਨੇ ਵੀ ਰੱਖਿਆ, ਇੰਨਾ ਭੁੱਖਾ ਰੱਖਿਆ ਬਾਜ਼ ਨੂੰ ਇੱਕ ਤਰ੍ਹਾਂ ਤੇ ਅੱਲਾ ਰੱਖਾ ਕਿਉਂਕਿ ਫਾਰਗਾ। ਉਸਤਾਦ ਜੀ ਮੈਂ ਇੱਕ ਵੀਡੀਓ ਵੇਖੀ, ਉਹ ਜਾਨਵਰ ਗਜਾਉਂਦੇ, ਇੱਕ ਬੰਦੇ ਨੇ ਘੋੜਾ ਗਜਾਇਆ, ਉਹਦਾ ਨਾਂ ਸ਼ੇਰਾ। ਸ਼ੇਰੇ ਇਧਰ ਆ ਮੁੜ ਕੇ ਆ, ਉਹ ਮੁੜ ਕੇ ਆ ਰਿਹਾ, ਲੰਮੇ ਪੈਣ ਡਿਆ, ਲੰਮੇ ਪੈ, ਲੱਤ ਉੱਪਰ ਚੁੱਕ। ਹਾਂ ਘੋੜੇ ਡਾਂਸ ਵਾਲੇ ਨਹੀਂ ਹੁੰਦੇ, ਉਸਤਾਦ ਜੀ ਡਾਂਸ ਵਾਲਾ ਨਹੀਂ ਸੀ, ਉਹ ਦੂਸਰਾ ਡਾਂਸ ਵਾਲੇ ਵੀ ਹੁੰਦੇ। ਇਹ ਘਰੇਲੂ ਸੀਗਾ। ਇਹਨਾਂ ਨੇ ਬਾਜ਼ ਗਜਾਇਆ, ਬਾਜ਼ ਨਾਲ ਮਹੀਨੇ ਬਾਅਦ ਅੱਜ ਕੱਲ ਘਰੇਲੂ ਵੀ ਡਾਂਸ ਵਾਲੇ ਆ। ਹਾਏ ਹਾਏ ਇਹਨਾਂ ਨੇ ਬਾਜ਼ ਗਜਾਇਆ, ਮਹੀਨੇ ਬਾਅਦ ਬਾਜ਼ ਕਹਿੰਦੇ ਭਾਜੀ ਗਜਾਈ ਇਹਨੇ ਕੁਝ ਕਹਿੰਦੇ ਤੁਸੀਂ ਮੈਨੂੰ ਗਜਾਨਦੇ ਹੋ ਕਿ ਖਜਾਨਦੇ ਹੋ? ਭਾਈ ਫੈਸਲ ਦੇ ਵਾਲੇ ਸਾਹਿਬ ਨੇ ਬਾਜ਼ ਨੂੰ ਆਵਾਜ਼ ਮਾਰੀ ਰੱਖਾ, ਕਹਿੰਦਾ ਰੱਖਾ ਹੁੰਦਾ ਤੇ ਇਦਾਂ ਹੁੰਦਾ। ਉਸਤਾਦ ਜੀ ਬਾਜ਼ ਜਿਹੜਾ ਵਾਹਦ ਜਾਨਵਰ ਹੈਗਾ, ਜਿਹੜਾ ਤੁਸੀਂ ਗੁੱਟ ਤੇ ਨਹੀਂ ਬਾਜ਼ ਭਾਜੀ ਸਕਦੇ। ਪਰਿੰਦਾ ਹੁੰਦਾ। ਪਰਿੰਦਾ ਜੀ ਬਾਜ਼ ਵਾਹਦ ਪਰਿੰਦਾ ਜਿਹੜਾ ਆਪਣੀ ਕਬਰ ਆ ਕੱਢਦਾ ਵਾ। ਹਾਂਜੀ ਲਓ ਇਹ ਸਮੁੰਦਰ ਤੋਂ ਪਹਾੜ ਤੇ ਚੱਲ ਜਾਂਦਾ ਉਹਦਾ ਕਬਰ ਕੱਢਦਾ ਵਾ। ਉਹ ਯਾਰ ਕਬਜ਼ ਨਹੀਂ ਕਬਰ ਨਹੀਂ ਕੱਢਦਾ, ਆਪਣੇ ਪਰ ਨੋਚ ਲੈਂਦਾ ਵਾ। ਪਰ ਬਾਅਦ ਚ ਨੋਚਦਾ, ਪਹਿਲੇ ਕਬਰ ਕੱਢਦਾ। ਇੱਕ ਟਾਈਮ ਐਸਾ ਹੁੰਦਾ ਆਪਣੀ ਚੁੰਝ ਵੀ ਤੋੜ ਲੈਂਦਾ ਵਾ, ਪਰ ਵੀ ਨੋਚ ਲੈਂਦਾ, ਸਾਰਾ ਕੁਝ ਖਤਮ ਕਰਨਾ, ਫਿਰ ਦੁਬਾਰਾ ਬਾਲੋ ਪਰ ਆਉਂਦੇ ਉਹਦੇ। ਸ਼ਹੀਨ ਸੀਗਾ ਉਸਤਾਦ। ਓਏ ਓਏ ਸ਼ਹੀਨ ਨਹੀਂ ਉਹ ਉਹ ਕਰਦੀ ਜੀ ਨਿਕਲ ਆਉਂਦੀ ਹਾਂ, ਨਹੀਂ ਤਾਂ ਫਿਰ ਦਲੀਆ ਖਾਂਦਾ ਥਾ ਜੀ। ਉਂਝ ਵੀ ਇਹ ਦੁਬਾਰਾ ਟੁੰਡ ਵੀ ਤੋੜ ਲੈਂਦਾ ਆਪਣੀ। ਸਾਰਾ ਕੁਝ ਉਹ ਭਾਈ ਪਹਿਲੇ ਯਾਨੀ ਖੁਰਾਕ ਬਿਲਕੁਲ ਜਦੋਂ ਬੁੱਢਾ ਹੋ ਜਾਂਦਾ ਨਾ, ਕਮਜ਼ੋਰ ਹੋ ਜਾਂਦਾ, ਫਿਰ ਇੱਕ ਟਾਈਮ ਆਸਾ ਹੁੰਦਾ ਔਰ ਉਹਦੇ ਲਈ ਬੜੀ ਅਜ਼ੀਅਤ ਵਾਲਾ ਮਰਹਲਾ ਹੁੰਦਾ, ਉਹ ਬੜੀ ਤਕਲੀਫ ਚੋਂ ਗੁਜ਼ਰਦਾ, ਉਹ ਇੱਕ ਇੱਕ ਪਰ ਆਪਣਾ ਖਿੱਚ ਲੈਂਦਾ ਵਾ, ਚੁੰਝ ਆਪਣੀ ਤੋੜ ਦਿੰਦਾ ਵਾ ਤੇ ਬੈਠਾ ਰਹਿੰਦਾ ਉੱਥੇ, ਬਿਲਕੁਲ ਫਰੈਸ਼ ਉਹਦੇ ਪਰ ਹੁੰਦੇ ਨੇ, ਫਰੈਸ਼ ਚੁੰਝ ਹੁੰਦੀ ਹੈ, ਤੇ ਫਿਰ ਉਡਾਨ ਭਰਦਾ, ਤੇ ਫਿਰ ਕਿੰਨੇ ਸਾਲ ਉੱਤੇ ਜਿੰਦਾ ਉਹ। ਲੇਕਿਨ ਇਹ ਦੇਖ ਉਹ ਲਓ ਤੁਸੀਂ ਦੇਖ ਲੈਣਾ, ਤੁਸੀਂ ਪੂਰਾ ਭਾਈ ਆ, ਕਿਸੇ ਹੈਲਪ ਨਹੀਂ ਆਉਂਦਾ, ਲਾਗੇ ਖਲੋਤੀ ਬਾਜ਼ ਨਹੀਂ ਕਹਿਣ ਦੀ ਮੈਂ ਪਰ ਨੋਚਿਆ, ਕਿਉਂਕਿ ਨਹੀਂ ਤੂੰ ਚਾਹ ਬਣਾ ਮੈਂ ਨੋਚ ਲੈਂਦਾ। ਐਦਾਂ ਹੀ ਇਹ ਜਜ਼ਬਾ ਵਾ। ਮਿੱਠੇ ਨੇ ਵੀ ਘਰੋਂ ਨੰਗਾ ਜਿਹਾ ਹੋ ਕੇ ਖਲੋਤਾ ਹੁੰਦਾ। ਗੁੱਲੀ ਜੀ ਨਿਕਲ ਆਉਂਦੀ ਥੱਲੋਂ। ਮਿੱਠੇ ਨੇ ਵੀ ਘਰੋਂ ਬੱਚੇ ਵੀ ਕੱਢਦੇ, ਬੇਗਮ ਵੀ ਕੱਢਦੀ, ਕਹਿੰਦਾ ਮੈਂ ਸ਼ੁਰੂ ਤੋਂ ਜੀਣਾ। ਨਹੀਂ ਉਸਤਾਦ ਜੀ ਤੁਸੀਂ ਦੇਖਿਆ ਜਿਹੜਾ ਹੁਣ ਉਹ ਜਿੱਥੇ ਸਦਕਾ ਸੁੱਟੀ ਦਾ 1.5-2 ਲੱਖ ਬੰਗਲਾ ਪਾਇਆ ਉਹਨਾਂ ਨੇ, ਬੰਗਲਾ ਮੰਗਾਇਆ ਦੂਜੇ ਇਲਾਕੇ ਚੋਂ। ਬੰਗਲਾ ਇੱਥੇ ਬਗਲਾ ਆਹੋ ਖੂਬਸੂਰਤੀ ਵਾਸਤੇ ਫੁੱਟਪਾਥਾਂ ਤੇ ਤੈਰ ਰਿਹਾ ਹੈ, ਲੇਕਿਨ ਬਗਲਾ ਤੁਹਾਡੀ ਬੱਸ ਦੇ ਥੱਲੇ ਆ ਗਿਆ, ਤੁਹਾਡੀ ਮੋਟਰਸਾਈਕਲ ਥੱਲੇ ਆ, ਤੁਹਾਡੇ ਕਤਲ ਪੈ ਜਾਣਾ। ਪਰਚਾ ਉਸਤਾਦ ਜੀ ਸਿੱਧਾ ਹੀ ਪਰਚਾ ਉਹਨਾਂ ਨੇ ਕਿਹਾ ਜੀ 302 ਦਾ। ਹਾਂ ਹਾਂਜੀ ਤੁਸੀਂ ਯਾਰ ਚਿੜੀ ਨਹੀਂ ਮਾਰ ਸਕਦੇ ਤੁਸੀਂ ਅੱਜ ਕੱਲ। ਹਾਂ ਤੁਸੀਂ ਚਵਲ ਨਹੀਂ ਮਾਰ ਸਕਦੇ, ਸਿੱਧਾ ਹੀ। ਬੱਚਾ ਬਸ ਸਿੱਧਾ। ਚਿੜੀ ਉਸਤਾਦ ਜੀ ਅਗਰ ਅੱਲਾ ਰਹਿਮ ਕਰੇ ਤੁਹਾਡੀ ਗੱਡੀ ਅੱਗੇ ਚਿੜੀ ਆ ਗਈ, ਉਹ ਤੁਹਾਡਾ ਲਾਇਸੈਂਸ ਕੈਂਸਲ ਹੋ ਜਾਏਗਾ। ਬਿਲਕੁਲ ਬਿਲਕੁਲ। ਨਹੀਂ ਉਹ ਦੌਰ ਦੇ ਵਿੱਚ ਬੜੇ ਬੜੀਆਂ ਗੇਮਾਂ ਹੁੰਦੀਆਂ ਸੀ ਭਾਜੀ। ਕਾਂ ਦਾ ਸੁਣਿਆ, ਕਾਂ ਦਾ ਉਹ ਕਹਿੰਦੇ ਨੇ ਉੱਤੇ ਉਹ ਬੋਲੇ ਥੱਲੇ ਪਰੋਣੇ ਆਉਂਦੇ ਨੇ। ਸਹੀ ਗੱਲ। ਆਹੋ ਆ ਕੈਸੀ ਗੱਲ ਆ ਵੀ ਰੀਜਨਲ ਆ ਆ ਵੀ ਗੱਲ ਆ। ਹਾਂਜੀ ਇਹ ਜਿਸ ਘਰ ਦੇ ਉੱਤੇ ਕਾਂ ਆ ਕੇ ਬਹਿੰਦਾ ਬੋਲਦਾ ਵਾ, ਉਹਦੇ ਘਰ ਪ੍ਰਾਹੁਣੇ ਆਉਂਦੇ ਨੇ। ਸਾਜੀ ਇਹ ਵੀ ਕਿਆਸਰਾ ਹੀ ਐਵੇਂ ਇੱਕ ਗੱਲ ਸੁਣੀ ਹੈ। ਇਹ ਅੱਧੇ ਨਾਲ ਬਹੁਤੀਆਂ ਗੱਲਾਂ ਸ਼ਾਇਰਾਂ ਨੇ ਫਲਾਈਆਂ ਨੇ। ਤੋਹਮ ਪ੍ਰਸਤੀ ਹੈ ਜੀ। ਉਹ ਕੋਠੇ ਉੱਤੋਂ ਕਾਂ ਆਵੇ, ਓਏ ਆਹੋ ਯਾਰ, ਆਹੋ ਸਾਡੇ ਦਿਲ ਦਾ ਪਰੋਣਾ ਕੋਈ ਨਾ, ਉਧਰੋਂ ਬਖਤੂ ਆ ਜਾਂਦਾ ਵਾ, ਆਹੋ ਆਂਦਾ ਵਾ। ਤਾਂ ਜਿਹੜੀ ਨਜ਼ਰ ਹਾਂ, ਉਹ ਆਪ ਹੀ ਤੇ ਕਹਿੰਦਾ ਹੀ ਹੈ ਕਿਹੜੀ ਕਿ ਉਹ ਕੋਠੇ ਉੱਤੋਂ ਕਾਵਾਂਵੇ, ਸਾਡੇ ਦਿਲ ਦਾ ਪ੍ਰਾਹੁਣਾ ਕੋਈ ਨਾ। ਹਾਂਜੀ ਤੇ ਫਿਰ ਆ ਵੀ ਤੈਨੂੰ ਚੂੜੀਆਂ ਕੋਈ ਪਾਵਾਂ ਮੈਂ, ਇਹ ਕਹਿੰਦੇ ਝੂਠ ਲਿਖਿਆ, ਚੂਰੀ ਕਾਂ ਖਾਂਦਾ ਹੀ ਨਹੀਂ। ਪੂਰੀ ਕਾਂ ਖਾਂਦੇ ਭਾਜੀ ਉਹਦੀ ਚੂਰੀ ਬਚ ਗਈ, ਗਾਣਾ ਹੀ ਪੂਰਾ ਹੋ ਗਿਆ। ਆਹੋ ਚੂਰੀ ਦੇ ਮਿੱਠੂ ਉਹ ਤੋਤਾ ਖਾਂਦਾ। ਸਾਜੀ ਜਿਹੜੀ ਨਜ਼ਰ ਆ ਪਾਕਿਸਤਾਨ 'ਚ ਕਿਉਂ ਲੱਗਦੀ ਹੈ, ਗੋਰਿਆਂ ਨੂੰ ਨਹੀਂ ਲੱਗਦੀ? ਉਹ ਸੋਹਣੇ ਗੋਰਿਆਂ ਨੂੰ ਵੀ ਲੱਗ ਜਾਂਦੀ ਹੈ ਨਜ਼ਰ। ਲੇਕਿਨ ਉਹ ਛਿੱਤਰ ਤੇ ਨਹੀਂ ਬੰਦੇ ਉਸਤਾਦ ਜੀ ਗੱਡੀ ਥੱਲੇ, ਇੱਥੇ ਬੰਨਿਆ ਹੁੰਦਾ। ਛਿੱਤਰ ਹਮੇਸ਼ਾ ਮਾੜੀ ਗੱਡੀ ਤੇ ਦੇਖੇਗਾ ਬੱਚਾ। ਕਦੀ 2.25 ਕਰੋੜ ਵਾਲੀ ਗੱਡੀ ਤੇ ਛਿੱਤਰ ਨਹੀਂ ਵੇਖੇਗਾ, ਨਾ ਪਿੱਛੇ ਮਾਂ ਕੀ ਦੁਆ ਲਿਖਿਆ ਦੇਖੇਗਾ, ਨਾ ਪਿੱਛੇ ਆਹ ਪੜ ਲਓ ਲਿਖਿਆ ਦੇਖੇਗਾ। ਰਾਜ ਜੀ ਸਹੀ ਗੱਲ। ਸਾਈ ਸਿਆਣੇ ਕਹਿੰਦੇ ਜਿਹੜੀ ਤੋਤੇ ਦੀ ਗਾਨੀ ਨਹੀਂ ਹੁੰਦੀ, ਉਹਦੀ ਉਮਰ ਦੇ ਨਾਲ ਨਾਲ ਖੁੱਲੀ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਜੇ ਉਹਦੀ ਗਾਨੀ ਨਾ ਖੁੱਲੀ ਹੋਵੇ, ਗਲ ਘੁੱਟ ਕੇ ਫੌਤ ਹੋ ਜਾਂਦਾ ਤੋਤਾ।
ਹੈ ਤਾਂ ਜੀ। ਨਹੀਂ ਖੁੱਲੀ ਹੋ ਜਾਂਦੀ ਹੈ, ਫਿਰ ਜਦੋਂ ਸਾਲ ਕਦਾ ਹੁੰਦਾ ਨਿਗਾਨੀ ਲਾ ਕੇ ਰੱਖ ਵੀ ਟੰਗ ਵੀ ਦਿੰਦਾ ਉੱਥੇ ਸਾਲਿਆ ਇਕੱਠਾ ਹੋ ਕੇ ਫਿਰਦਾ ਰਹਿੰਦਾ। ਐਵੇਂ ਐਡਵਾਂ ਕਰ ਜਦੋਂ ਉਹਨੇ ਕਿਤੇ ਵਿਆਹ ਵੂ ਤੇ ਜਾਣਾ ਹੋਵੇ ਗਵਰਨਮੈਂਟ ਦੇ ਕੰਮ, ਉਦੋਂ ਕਹਿੰਦਾ ਲਿਆ ਗਾਨੀ ਦੇ, ਇਦਾਂ ਦੇ ਮੇਰੀ ਉੱਥੇ ਇੱਜ਼ਤ ਹੀ ਕੋਈ ਨਹੀਂ ਹੁੰਦੀ ਉਦੋਂ ਜਾਂਦਾ। ਫਿਰ ਤੇ ਮੁਤਰਾ ਉਹ ਗਾਨੀ ਕਹਿੰਦਾ ਖੁੱਲੀ ਹੋ ਜਾਂਦੀ ਹੈ। ਨਹੀਂ ਗਾਨੀ ਦਾ ਦੂਜੇ ਤੋਂ ਤਾਂ ਕਹਿੰਦਾ ਯਾਰ ਮੇਰੀ ਗਾਨੀ ਟਾਈਟ ਕਰਕੇ ਬੰਨੀ ਹੈ। ਆਹ ਨਹਾਉਣ ਲੱਗਿਆ ਗਾਨੀ ਉੱਥੇ ਭੋਲਾ ਆਪ ਇਕੱਠਾ ਹੋ ਕੇ ਫਿਰਦੇ ਆ ਫਿੱਟੇ ਮੂੰਹ। ਜੋ ਗਾਣਾ ਨਹੀਂ ਕਹਿੰਦੇ ਤੇਰੇ ਛੱਲਾ ਦੇ ਜਾ ਤੂੰ ਗਾਨੀ ਤੇਰੀ ਮਿਹਰਬਾਨੀ। ਉਹ ਗਾਨ ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ। ਤੇਰੀ ਗਾਨੀ ਅੱਛਾ। ਉਹ ਗਾਨੀ ਨਹੀਂ ਓਏ, ਉਹ ਛੱਲਾ ਪੰਜਾਬੀ ਚ ਮੁੰਡੇ ਨੂੰ ਕਹਿੰਦੇ ਆ, ਨਹੀਂ ਭਾਈ ਨੂੰ ਕਹਿੰਦੇ ਛੱਲਾ। ਨਹੀਂ ਇਦਾਂ ਕਰਦਾ ਵਾ ਅਕਸਰ ਕਈ ਰੰਗਬਾਜ਼ ਤੋਤੇ ਜਿਹੜੇ ਨਾ ਗਾਨੀ ਵਾਲੇ, ਉਹ ਗਾਨੀ ਢਿੱਲੀ ਹੋ ਜਾਂਦੀ, ਗਾਨੀ ਫਿਰ ਐਂ ਲੈ ਕੇ ਐਵੇਂ ਕਰਦੇ ਰਹਿੰਦੇ। ਬਲਕਿ ਗਾਨੀ ਐਂ ਪਰਨਾ ਐਂ ਵੀ ਕਰਦੇ ਰਹਿੰਦੇ। ਉਸਤਾਦ ਜੀ ਨੇ ਗਾਨੀ ਵਾਲੇ ਤੋਤਿਆਂ ਦਾ ਕੰਮ ਸ਼ੁਰੂ ਕਰਤਾ। ਨਹੀਂ ਮੈਂ ਗੇੜਾ ਦਿੰਨਾ ਸਾਂ, ਮੈਂ ਕਾਠੇ ਤੋਤਿਆਂ ਨੂੰ ਨਾ 1000 ਰੁਪਏ ਦਿਹਾੜੀ ਤੇ ਗਾਨੀ ਦੇਣਾ ਰੈਂਟ ਤੇ, ਉਹ ਜਾ ਕੇ ਆਪਣੀ ਦਿਹਾੜੀ ਲਾ ਕੇ ਗਾਨੀ ਵਾਲਾ ਬਣ ਕੇ ਰਾਤ ਨੂੰ ਗਾਨੀ ਵਾਪਸ ਦੇ ਜਾਂਦੇ। ਹਾਂਜੀ, ਤੇ ਅਦਾਰੇ ਦਾ ਨਾਮ ਰੱਖਿਆ ਸਜਾਦ ਗਾਨੀ ਆਫੀਸ਼ੀਅਲ। ਆਹੋ ਸਜਾਦ ਗਾਨੀ ਆਫੀਸ਼ੀਅਲ। ਸਾਈ ਤੁਹਾਨੂੰ ਪਤਾ ਵਾ ਲੌਜੀਕਲੀ ਕਿਤਾਬ ਪੜ੍ਹਨੀ ਤੁਸੀਂ, ਮੈਂ ਔਰ ਮੇਰੇ ਪਰਿੰਦੇ, ਉਹਦੇ ਵਿੱਚ ਲਿਖਿਆ ਤੋਤੇ ਦੀ ਗਾਨੀ ਆਪਣੀ ਜ਼ਾਤੀ ਨਹੀਂ ਹੈਗੀ, ਇਹਨੇ ਕਾਂ ਦੀ ਖੋਈ ਆ। ਹਾਂਜੀ ਬਿਲਕੁਲ। ਕਾਂ ਦੇ ਇੱਥੇ ਵਾਈਟ ਜਨ ਸ਼ਾਹ ਨਹੀਂ, ਇੱਥੇ ਉੱਥੇ ਐਂਡ ਲੱਗਾ ਸੀ ਵੀ ਗਾਨੀ ਇੱਥੇ ਮੁੱਕ ਜਾਂਦੀ ਆ, ਉੱਥੋਂ ਗਾਨੀ ਸ਼ੁਰੂ ਹੁੰਦੀ ਸੀ। ਇਹ ਤੋਤੇ ਨੇ ਆਹੋ ਭਗਤ ਕੀਤੀ, ਦੋਵੇਂ ਲੜੇ ਆ। ਇਹ ਸਾੜੂ ਸਾਂਢੂ ਆ। ਸ਼ਾਲਮੀ ਗਾਨੀਆਂ ਵੇਚਦੇ, ਮਤਲਬ ਉੱਥੇ ਕਾਠੇ ਤੋਤੇ ਜਾਂਦੇ ਨੇ, ਸਸਤੀਆਂ ਲੱਭ ਜਾਂਦੀਆਂ, ਉੱਥੇ ਗਾਨੀ ਪਵਾ ਕੇ ਆ ਜਾਂਦੇ ਨੇ। ਰਾਜੀ ਉਹ ਐਡੀ ਪਾਇਦਾਰ ਨਹੀਂ ਹੁੰਦੀ ਉੱਥੇ ਵੀ। ਮਿਟ ਜਾਂਦੀ ਹੈ। ਜੈਨਵਨ ਹੁੰਦੀ ਸ਼ਾਲਮੀ ਵਾਲੀ ਗਾਨੀ ਨਾਲ ਤੋਤਾ ਬੋਲੇਗਾ ਨਹੀਂ, ਰਾਨੀ ਗਾਨੀ ਲਵੋ। ਰਾਨੀ ਗਾਨੀ। ਯਾਰ ਹਾਂ ਮਿੱਠੇ ਉਹ ਦਰਿਆਈ ਘੋੜਾ ਜਿਹੜਾ ਅਜੇ ਤੇ ਨਿਸ਼ਾਨ ਬਣੇ ਆ, ਤਾਂ ਜੋ ਸ਼ੇਰ ਕਹਿੰਦਾ, ਸ਼ੇਰ ਨੇ ਨਾ ਉੱਥੇ ਸੇਵੀਆਂ ਬਣਾ ਕੇ ਪਾਈਆਂ ਸੀਗੀਆਂ ਖੋਤੇ ਤੇ, ਉਹ ਛੱਪ ਗਈਆਂ ਉਹ ਚਵਲਾ ਜ਼ੈਬਰੇ ਤੇ। ਉਹ ਜ਼ੈਬਰੇ ਤੇ ਨਹੀਂ, ਉਹ ਕਿਹੜਾ ਵਾ ਯਾਰ ਇੱਥੇ ਉਹ ਜ਼ੈਬਰਾ ਜਿਹੜਾ ਉਹ ਜ਼ੈਬਰਾ ਹੀ ਹੈ ਯਾਰ। ਜ਼ੈਬਰਾ। ਹਾਂਜੀ ਸ਼ੇਰ ਨੇ ਕਹਿੰਦਾ ਸ਼ੇਰਨੀ ਨੇ ਸ਼ੇਰਨੀ ਨੇ, ਉਹ ਨਾ ਸ਼ੇਰਨੀ ਨੇ ਸੇਵੀਆਂ ਉੱਤੇ ਪਾਈਆਂ ਸੀ, ਉਹ ਉੱਥੇ ਜੰਮ ਗਈਆਂ ਤੇ ਉਹ ਜ਼ੈਬਰਾ ਬਣ ਗਿਆ। ਸਾਜੀ ਜਿਹੜਾ ਉਹ ਫੁੱਡੀ ਵੁੱਡ ਪੈਕਰ ਜਿਹੜਾ ਹੈਗਾ, ਉਹ ਜਿਹਨੂੰ ਤਰਖਾਨ ਕਹਿੰਦੇ ਨੇ, ਉਹ ਪਰਿੰਦਾ ਹੁੱਡ ਹੁੱਡ। ਉਹ ਤਰਖਾਨ ਕੌਣ ਕਹਿੰਦਾ ਉਹਨੂੰ ਯਾਰ? ਤਰਖਾਨ ਉਹ ਜਿਹੜਾ ਉਸਤਾਦ ਜੀ ਉਹ ਵੁੱਡ ਪੈਕਰ ਉਸਤਾਦ ਜੀ ਉੱਤੇ ਐਕਸਪੈਰੀਮੈਂਟ ਕੀਤਾ, ਉਹਦੀ ਚੁੰਝ ਦੁਨੀਆ ਦੀ ਤਾਕਤਵਰ ਚੁੰਝ ਏ, ਉਹਦਾ ਸਿਰ ਫੜ ਕੇ ਨਾ ਚੁੰਝ ਜ਼ਮੀਨ ਤੇ ਥੋੜੀ ਨਾ ਠੋਕੀ ਤੇ ਕੁਝ ਵੀ ਨਹੀਂ ਹੋਇਆ ਯਾਰ। ਮੈਨੂੰ ਕਹਿੰਦਾ ਬੇਸਿਕਲੀ ਉਹਦੇ ਨਾਲ ਬੱਕਰਾ ਬੰਨਤਾ। ਨਸਰ ਹੈ, ਹੱਸਣ ਵਾਲੀ ਗੱਲ ਹੀ ਉਹਦੀ ਇਹ ਚੁੰਝ ਸਾਡੇ ਠੋਕ ਵਾਸਤੇ। ਯਾਰ ਦੀ ਗੱਲ ਕਹਿੰਦਾ ਉਹਦੀ ਚੁੰਝ ਫੜ ਕੇ ਨਾ ਤੇ ਥੱਲੇ ਰੱਖ ਉਹਦੇ ਸਿਰ ਤੇ ਥੋੜੀ ਉਹਦੀ ਚੁੰਝ ਵਿੱਚ ਟੁੱਟ ਗਈ। ਨਹੀਂ ਇਹ ਵਰਮੇ ਦੇ ਤੌਰ ਤੇ ਇਸਤੇਮਾਲ ਹੁੰਦਾ। ਉਸਤਾਦ ਜੀ ਨਹੀਂ ਹੁੰਦਾ ਆ ਜਿਹੜੇ ਤਰਖਾਨ ਹੁੰਦੇ ਉਹਨਾਂ ਨੇ ਰੱਖੇ ਹੁੰਦੇ ਵਿੱਚ, ਹਾਂਜੀ ਸਾਜੀ। ਵੁੱਡ ਪੈਕਰ ਨਾਲ ਕੱਢ ਕੇ ਉਹ ਨਿਸ਼ਾਨ ਵੀ ਲਾਉਂਦੇ ਆ। ਵੁੱਡ ਪੈਕਰ ਤੋਂ ਮੈਨੂੰ ਯਾਦ ਆਇਆ, ਪਹਿਲੇ ਬਾਂਦਰ ਕਿੱਲਾ ਨਹੀਂ ਸੀ ਖੇਡਦੇ, ਆਹੋ। ਵੁੱਡ ਪੈਕਰ ਠੋਕ ਕੇ ਇੱਕ ਹੋਰ ਪਰਿੰਦੀ ਨਿੱਕੀ ਜੀ ਏਡੀ ਪਰਿੰਦੀ ਪਰਿੰਦੀ ਟੈਪ ਆ, ਉਹ ਮੈਂ ਦੇਖ ਰਿਹਾ ਤਾਂ ਉਹ ਸਿੱਧੀ ਜਾਂਦੀ ਹੈ, ਤੇ ਕੋ ਮੁੜਿਆ ਨਹੀਂ ਜਾਂਦਾ, ਤਾਂ ਜਿਹੜਾ ਦਰਖਤ ਹੁੰਦਾ ਚ ਖੁੱਬ ਜਾਂਦੀ ਥੱਲੇ ਲਮਕਦੀ ਰਹਿੰਦੀ ਐ। ਉਹ ਦੇਖਿਆ ਬੰਦੇ ਆ ਕੇ ਲਾਉਂਦੇ ਆ ਕਰਕੇ। ਉਹ ਟੂਰਨਾਮੈਂਟ ਜਾਰੀ ਕੇ ਨਹੀਂ ਉਹ ਛੋਟੀ ਜਿਹੀ ਐਡਾ ਕੁ ਪਰਿੰਦਾ ਕਾਲੀ ਜਿਹੀ ਆ ਉਹ। ਕਾਲਾ ਜਿਹਾ। ਹਾਂਜੀ ਹਾਂਜੀ ਹਾਂਜੀ। ਅੱਛਾ ਉਸ ਤੋਂ ਬਾਅਦ ਜਦੋਂ ਉਹਦੀ ਚੁੰਝ ਖੁੱਭ ਜਾਂਦੀ ਨਾ ਦਰਖਤ ਚ ਚੰਗੀ, ਤੇ ਪਿੱਛੇ ਸਾਰਾ ਜਿਸਮ ਢਿੱਲਾ ਛੱਡ ਦਿੰਦੀ, ਇਹਨੂੰ ਇੰਜ ਲਾਈ ਜਾਏਗਾ ਨਾ ਤੇ ਥੱਲੇ ਇੰਜ ਕਰੀ ਉਹ ਠੁਕਲਹਿਰੀ ਆ ਸਾਜੀ, ਠੁਕਲਹਿਰੀ। ਇੱਕ ਹੋਰ ਵੀ ਹੈਗਾ ਉਸਤਾਦ ਜੀ, ਜਿਹੜਾ ਲੱਠੂ ਕਲਹਿਰੀ 3000 ਫੁੱਟ ਦੀ ਬੁਲੰਦੀ ਤੋਂ ਪ੍ਰਵਾਸ ਕਰਦਾ ਉਸਤਾਦ ਜੀ ਉਹ ਪਰਿੰਦਾ। ਉਹਦਾ ਧਿਆਨ ਇੰਨਾ ਤੇਜ਼ ਸਮੁੰਦਰ ਦੇ ਵਿੱਚ ਨਾ, ਸ਼ਿਕਰਾ ਉਹ ਵੇਖਦਾ ਮੱਛਲੀ, ਉਹਨੇ ਉਸਤਾਦ ਜੀ ਇੰਜ ਕਰਕੇ ਮਾਰੀ ਯਾਰ ਛਾਲ। ਫੈਸਲ, ਜਦੋਂ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ, 3000 ਦੀ ਬੁਲੰਦੀ ਦੇ ਉੱਤੇ ਤੇ ਜਹਾਜ਼ ਜਾਂਦਾ, ਜਦੋਂ ਜਾਂਦਾ ਪਰਿੰਦਾ ਵੀ ਜਾ ਸਕਦਾ। ਨਹੀਂ ਐਡੀ ਉਹਦੀ ਕਿਹੜਾ ਟਿਕਟ ਉੱਥੇ ਤਾਂ ਕੋਈ ਪਹਾੜ ਪੂੜ ਹੁੰਦੇ ਜਿੱਥੇ ਉਹ ਰਹਿੰਦਾ ਵਾ। ਨਹੀਂ ਉਸਤਾਦ ਜੀ, ਮੈਂ ਆਪ ਵੇਖਿਆ, ਉਹਨੇ ਭਲਾ ਕੀ ਕੀਤਾ, ਉਹਨੇ ਉਸਤਾਦ ਜੀ ਇੰਜ ਕਰਕੇ ਗੋਤਾ ਪਾਣੀ ਦਾ ਭਰਿਆ, ਉਹ ਥੱਲੇ ਮਗਰਮੱਛ ਕਿਤੇ ਰੋਮਾਂਸ ਕਰ ਰਿਹਾ ਸੀ, ਉਹ ਇੰਜ ਹੀ ਹੋਇਆ ਬੈਗ। ਠੀਕ ਸਾਜੀ ਆ ਉਹ ਵਾਕਈ ਪਰਿੰਦਾ ਇਦਾਂ ਹੀ ਕਰਦਾ। ਸਾਜੀ ਤੁਸੀਂ ਕਿਹੜਾ ਦੱਸਿਆ ਜਿਹੜਾ ਸ਼ਿਕਰਾ ਹੀ ਟੋਟੇ ਕਰ ਦਿੰਦਾ ਉਹ ਦੋ, ਪਤਾ ਕੀ ਮਾਰਦਾ ਉਹ ਨਜ਼ਰ ਹੀ ਨਹੀਂ। ਫਾਲਕਨ ਇੱਕ ਜਾਨਵਰ ਫਾਲਕਨ। ਸਪੀਡ ਨਾਲ ਵੱਜਦਾ ਵਾ ਮੁਰਗੇ ਚ। ਆਹੋ ਉਹ ਜਿਹੜਾ ਉਦੋਂ ਅਸੀਂ ਗੱਲ ਕਰ ਰਹੇ ਸਾਂ, ਓਏ ਉਹ ਨਜ਼ਰ ਹੀ ਨਹੀਂ ਆਉਂਦਾ ਕਿਸੇ ਨੂੰ, ਨਜ਼ਰ ਹੀ ਨਹੀਂ ਆਉਂਦਾ। ਉਹ ਸਲੋ ਮੋਸ਼ਨ ਚ ਨਜ਼ਰ ਆਉਂਦਾ। ਉਹ ਬੰਦੇ ਨੂੰ ਬਤਕ ਬੈਠੀ, ਉਹਨੂੰ ਪਤਾ ਹੀ ਨਹੀਂ ਮੈਨਾਂ ਹੋਇਆ ਕੀ, ਉਹ ਬੈਠੀ ਬੈਠੀਆਂ ਬਾਜੂ ਸ਼ਿਕਰਾ ਵਾ, ਕਬੂਤਰ ਉੜਦਾ ਹੋਵੇ ਨਾ, ਉੱਪਰੋਂ ਕਬੂਤਰ ਲੈ ਜਾਂਦਾ ਵਾ। ਉਹ ਜਦੋਂ ਵੱਜਦਾ ਨਾ, ਬੰਦਾ 2 ਵਾਰੀ ਕਹਿੰਦਾ ਆ, 2 ਵਾਰੀ ਕਹਿੰਦਾ ਸੀ। ਕਿਉਂ? ਮਤਲਬ ਆ ਦੇਖ ਨਾ ਵੱਜਾ ਨਾ, ਕੌਣ ਸੀ ਸਮਝ ਆਈ? ਉਹ ਬੜੀ ਸਪੀਡ। ਜਿੰਨੀ ਦੇਰ ਹੋਸ਼ ਚ ਰਹਿੰਦਾ ਉਨੀ ਦੇਰ ਕਹਿੰਦਾ ਕੌਣ ਆ, ਜਦੋਂ ਐਂਡ ਹੋਣ ਲੱਗਦਾ ਕਹਿੰਦਾ ਕੌਣ ਸੀ। ਉਸਤਾਦ ਜੀ ਉਹਦਾ ਨਾਂ ਕੀ ਹੈ ਪਰਿੰਦੇ ਦਾ? ਫਾਲਕਨ ਸ਼ਿਕਰਾ ਯਾਰ। ਸਾਜੀ ਕਹਿੰਦੇ ਇੰਜ ਬਲੇਡ ਲੈ ਕੇ ਆਉਂਦਾ ਵਿੱਚ। ਨਹੀਂ ਬਲੇਡ ਨਹੀਂ ਲੈ ਕੇ ਆਉਂਦਾ, ਉਹ ਸਪੀਡ ਹੀ ਉਹਦੀ ਬੜੀ ਹੁੰਦੀ, ਉਹ ਪਰ ਨੂੰ ਇੰਜ ਬੰਦ ਕਰ ਲੈਂਦਾ ਵਾ,
ਖੋਲ ਕੇ ਨਾ ਬੰਦ ਕਰ ਲੈਂਦਾ ਤੇ ਹੋਰ ਤੇਜ਼ ਹੋ ਜਾਂਦਾ ਕਿਉਂਕਿ ਉਹ ਪਰ ਰੁਕਦੀ ਨਹੀਂ ਵਾ ਗੋਲੀ ਸਾਰੀ ਡੁੱਜ ਕਰਕੇ ਉਹ ਬਹੁਤ ਇਹ ਬੁਰਾ ਗੱਲ ਆ ਸਤਾਈ, ਤੁਹਾਨੂੰ ਪਤਾ ਗੋਲੀ ਤਾਂ ਜਾਂਦੀ ਆ ਹੋਵੇ ਫੈਲਕਨ ਕੇ ਇਦਾਂ ਦਾ ਕੋਈ ਨਾਮ ਆਦਾ ਗੋਲੀ ਤਾਂ ਜਾਂਦੀ ਹੋਵੇ ਸਪੀਡ ਘੱਟ ਆ, ਥੱਲੇ ਆਉਂਦੀ ਹੋਵੇ ਸਪੀਡ ਤੇਜ਼ ਆ, ਉਹਨੇ ਗੋਲੀ ਨੂੰ ਕਾਪੀ ਕੀਤਾ ਵਾ। ਉਹ 300 ਕਿੰਨੇ ਕਿਲੋਮੀਟਰ ਫੀ ਘੰਟਾ ਤੇ ਆਉਂਦਾ ਹੀ ਉਹ ਹਾਂਜੀ ਉਹਦੀ ਪਤਾ ਹੀ ਨਹੀਂ ਲੱਗਦਾ ਜਾਂਦਾ ਤੋਬਾ ਇਹ ਨਾ ਸਾਡੀ ਫਿਜ਼ਿਕਸ ਪੜ੍ਹੀ ਹੈ। ਉਹ ਸ਼ੇਰ ਦਾ ਮੈਂ ਤੈਨੂੰ ਕਿਹਾ ਸੀ ਜਦੋਂ ਆਪਾਂ ਸ਼ੋਅ ਕਰਨ ਗਏ ਸਾਂ ਉਹ ਬੰਦੇ ਨੇ ਦੱਸਿਆ ਸੀ, ਉਹਨੇ ਕਿਹਾ ਸੀ ਮੈਂ ਸਲਵਾਰ ਕਮੀਜ਼ ਪਾਈ ਸੀ, ਇਹਨੇ ਇੰਜ ਕੀਤਾ ਵਾ ਤੇ ਮੇਰੀ ਸਿਰਫ ਕਮੀਜ਼ ਇੰਜ ਇੰਨੀ ਥੱਲੇ ਡਿੱਗ ਪਈ ਸੀ ਯੈਸ ਯੈਸ ਉਹਦਾ ਯੈਸ ਨਾਖਨ ਨਾਲ ਹਾਂਜੀ 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 ਤੇ ਮੇਰੀਆਂ ਲੱਤਾਂ ਨੂੰ ਤਾਂ ਬਚ ਗਈਆਂ ਸੀ। ਉਹ ਜਦੋਂ ਪੰਜਾ ਮਾਰਦਾ ਨਾ ਇੰਜ ਕਰਕੇ, ਕਹਿੰਦਾ ਇੰਨੀ ਸਪੀਡ ਨਾਲ ਉਹਨੇ ਮਾਰਿਆ ਕਿ ਮੇਰੀ ਕਮੀਜ਼ ਦਾ ਘੇਰਾ ਕਿਰਚ ਕਰਕੇ ਤੇ ਥੱਲੇ ਡਿੱਗ ਪਿਆ, ਜਿਹਦਾ ਕੈਂਚੀ ਨਾਲ ਕੱਟਿਆ ਟੋਟਲ ਜਿਵੇਂ ਕੈਂਚੀ ਨਾਲ ਕੱਟਿਆ ਹੁੰਦਾ। ਓਏ 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 ਇਹ ਉਸਤਾਦ ਜੀ ਸ਼ੇਰ ਦਾ ਪੰਜਾ ਇੰਨਾ ਤੇਜ਼ ਨਹੀਂ ਹੋ ਸਕਦਾ। ਓਏ ਭਾਈ ਨੇ ਪੈਸੇ ਵਾਸ਼ਿੰਗ ਉਹ ਪਾਈ ਦੋ ਹੋਣੀ। ਟੋਟੇ ਕਰ ਦੇਵੇ ਤੈਨੂੰ ਪੰਜਾ ਮਾਰ ਕੇ। ਹਾਂ ਠੀਕ ਆ ਤਾਜੀ ਐਕਸਪੈਰੀਮੈਂਟ ਕੀਤਾ ਨਹੀਂ ਅੰਗਰੇਜ਼ਾਂ ਨੇ ਐਕਸਪੈਰੀਮੈਂਟ ਕੀਤਾ ਉਹਦਾ ਆ ਜਿਹੜਾ ਨਾ ਇਹ ਬਹੁਤ ਉਹ ਪਾਵਰ ਕੱਖ ਵੀ ਨਹੀਂ ਆ ਜਿਹੜੇ ਪਾਈ ਕਹਿੰਦੇ ਨੇ ਜੀ ਇਨਸਾਨ ਨਾਲ ਲੜ ਪਿਆ ਤੇ ਸ਼ੇਰ ਨਾਲ, ਉਹਦੇ ਪੰਜੇ 'ਚ ਯਾਰ ਇੱਕ ਕੁਦਰਤ ਨੇ ਪਾਵਰ ਰੱਖੀ ਹੈ। ਹਾਂਜੀ ਹੁਣ ਉਹਦੇ ਜਬੜੇ ਨਾਲੋਂ ਨੈਸ਼ ਇੱਕ ਚੀਜ਼ ਦਾ ਜਬੜਾ ਵਾ, ਹੋਰ ਵੀ ਇੱਕ ਜਾਨਵਰ ਦਾ ਜਬੜਾ ਉਹਦੇ ਨਾਲੋਂ ਵੀ ਤੇਜ਼ ਆ, ਤੇ ਉਹ ਹੁਣ ਤੁਸੀਂ ਕਿ ਸ਼ੇਰ ਕੀ ਰਹਿ ਗਿਆ ਪਿੱਛੇ? ਉਹ ਕੌਣ ਆ? ਕ੍ਰੋਕੋਡਾਈਲ ਬੜੇ ਬੜੇ ਆ ਬੌਂਤ ਟ੍ਰੈਪ ਮਗਰਮੱਛ ਵੀ, ਫਿਰ ਉਹ ਜਿਹੜਾ ਦੂਜਾ ਵਾ, ਐਲੀਗੇਟਰ ਡਾਇਨਾਸੌਰ ਨਹੀਂ ਉਹ ਜਿਹੜਾ ਉਹ ਚੇਦੇਬਾਜ਼ ਕਰੈਕਟਰ ਜਿਹੜੇ ਜੰਗਲ ਦੇ। ਲੂੰਬੜੀ ਉਹ ਲੱਗਣ ਬੱਗੇ ਲਗੜ ਬੱਗੇ, ਕੌਤਰ ਉਹ ਛੋਟੀਆਂ ਲੱਤਾਂ ਵਾਲੇ, ਇਹਦੇ ਬਾਅਦ ਉਹ ਹੱਡੀ ਇੰਜ ਤੋੜ ਦਿੰਦੇ ਆ। ਇੱਕ ਉਸਤਾਦ ਜੀ ਉਹਨਾਂ ਨੂੰ ਸਜ਼ਾ ਵੀ ਤਾਂ ਹੁੰਦੀ ਹੈ ਨਾ, ਉਹ ਜੰਗਲ 'ਚ ਆਉਣ ਦੀ ਇਜਾਜ਼ਤ ਨਹੀਂ ਹੈ, ਸ਼ੇਰ ਨੇ ਮਨਾ ਕੀਤਾ ਹੋਇਆ। ਨਹੀਂ ਉਹ ਪਹੁੰਚ ਜਾਂਦੇ ਨੇ। ਸ਼ੇਰ ਨੇ ਉਹ ਭਾਈ ਲੋਕ ਹੈ ਉਹਦੇ ਜੰਗਲ ਕੇ ਭਾਈ ਲੋਕ ਹੈ। ਉਹਨਾਂ ਨੂੰ ਕਾਲੂ ਗਿਆ ਨਾ ਉਸਤਾਦ ਜੀ ਜੰਗਲ 'ਚ, ਸ਼ੇਰ ਨੇ ਇੰਜ ਕਰਕੇ ਕੀਤਾ, ਕਾਲੂ ਕਹਿੰਦਾ ਮੈਨੂੰ ਕੁਝ ਵੀ ਨਹੀਂ ਹੋਇਆ, ਇਹ ਟੁਰਿਆ ਤੇ ਸਾਰੇ ਕੱਪੜੇ ਲੱਦ ਕੇ ਤੇ ਇੰਜ ਕਰਕੇ ਘੱਟ ਪਿੱਛੇ ਰੱਖਿਆ ਤੇ ਜਾ ਸੋਹਣਾ ਸੂਟ ਪਾ ਕੇ ਸ਼ੇਰ ਨੇ ਇੰਜ ਕੀਤਾ ਤੇ ਕੱਲੀ ਵੇਸਕੋਟ 'ਚ ਹੀ ਰਹਿ ਗਈ। ਉਸਤਾਦ ਜੀ ਕਹਿੰਦੇ ਨੇ ਉਹ ਆਪਣਾ ਘਰ ਬਣਾਇਆ ਸੀ ਨਾ ਸ਼ੇਰ ਨੇ ਆਪ ਹੀ ਰੋੜੀ ਕੁੱਟੀ ਆਪਣੇ ਹੱਥ ਨਾਲ। ਨਹੀਂ ਆ ਨਹੀਂ ਉਹ ਭਾਈ ਨਹੀਂ ਉਹ ਬਹੁਤ ਬੁਰਾ ਪੰਜਾ ਮਾਰਦਾ ਸ਼ੇਰ। ਚਾਚਾ ਸਟਾਪੂ ਸੀ ਸਾਡੇ ਪਿੰਡ 'ਚ, ਚਾਚਾ ਸਟਾਪੂ, ਉਹਨੇ ਹੱਕੀ ਵੇਖਿਆ, ਦਾਦੇ ਦੱਸਦੇ ਹੁੰਦੇ ਵੀ ਉਹਨੇ ਸ਼ੇਰ ਮਾਰਿਆ ਹੋਇਆ ਉਸਤਾਦ ਜੀ। ਏਦਾਂ ਬੜੀਆਂ ਗੱਲਾਂ ਸੁਣੀਆਂ ਵਾ। ਸਭ ਤੋਂ ਮਸ਼ਹੂਰ ਉਹ ਗੱਲ ਆ ਜਿਹੜੀ ਕਹਿੰਦਾ ਹਰ ਬੰਦੇ ਦੇ ਪੜਦਾਦਿਆ ਆਪਣੇ ਪੜਦਾਦੇ ਦੇ ਪੜਦਾਦੇ ਦੇ ਉੱਤੇ ਗੱਲ ਫਿੱਟ ਕੀਤੀ ਹੋਈ। ਕਿਹੜੀ ਭਲਾ? ਸ਼ੇਰ ਵਾਲੀ ਕਿ ਜੰਗਲ 'ਚ ਜਾ ਰਹੇ ਸੀ ਤੇ ਰਾਤ ਹੋ ਗਈ ਤੇ ਉਹਨਾਂ ਨੂੰ ਕੁੱਤਾ ਪੈ ਗਿਆ ਤੇ ਉਹਨਾਂ ਨੇ ਫੜ ਕੇ ਮਧੋਲ ਕੇ ਕੁੱਤਾ ਮਾਰਤਾ, ਤੇ ਜਦੋਂ ਦਿਨ ਚੜਿਆ ਤੇ ਉੱਥੇ ਸ਼ੇਰ ਮਰਿਆ ਪਿਆ ਸੀ, ਤੇ ਜਦੋਂ ਉਹਨੂੰ ਪਤਾ ਲੱਗਾ ਮੈਂ ਸ਼ੇਰ ਨੂੰ ਮਾਰਿਆ ਤੇ ਹਫਤਾ ਉਹਨੂੰ ਬੁਖਾਰ ਚੜਿਆ ਰਿਹਾ। ਇਹ ਤੇ ਇਹ ਹਰ ਪੜਦਾਦੇ ਦੇ ਪੜਦਾਦੇ ਦੀ ਗੱਲ। ਫੈਸਲ ਭਾਵੇਂ ਦਾਦੇ ਦੀ ਗੱਲ ਹੈ। ਨਹੀਂ ਉਹ ਜਿਹੜੇ ਇੱਕ ਹਜ਼ਾਰਾ ਭਲਵਾਨ ਦੇ ਸੀ, ਉਹਨਾਂ ਦੇ ਵੀ ਇੱਕ ਗੱਲ ਸੀ ਕਿ ਜਿੰਨ ਨਾਲ ਲੜ ਪਏ, ਹਰਾਤਾ ਜਿੰਨ ਨੂੰ, ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਜਿੰਨ ਸੀ ਤੇ ਉਹ ਕਿੰਨੇ ਦਿਨ ਉਹਨਾਂ ਨੂੰ ਬੁਖਾਰ ਚੜਿਆ ਰਿਹਾ। ਇਹਦੀ ਇਹਨੇ ਦਾਦੇ ਦੀ ਗੱਲ ਵਾ। ਉਹ ਨਹੀਂ ਦਾਦੇ ਦੀ ਗੱਲ ਜਿਹੜੀ ਹੈ ਸੀ ਨਾ, ਉਹ ਇੱਕ ਕਰੈਕਟਰ ਆ ਕੇ ਉਹਨੇ ਦਾਦੀ ਨੂੰ ਕਿਹਾ ਕਿ ਤੁਹਾਡੇ ਬੰਦੇ ਨੂੰ ਹਨਾ ਉਹਨੇ ਸ਼ੇਰ ਨੇ ਮਾਰਤਾ, ਤੇ ਦਾਦੀ ਮੁਸਕਰਾਏ ਨੇ, ਕਹਿੰਦੇ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਦੱਸਣ ਨੇ ਆ ਕਿ ਸ਼ੇਰ ਨੇ ਮਾਰਤਾ, ਤੇ ਦਾਦੀ ਕਹਿੰਦੇ ਕਿ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਕੱਲਾ ਸ਼ੇਰ ਕੁਝ ਨਹੀਂ ਵਿਗਾੜ ਸਕਦਾ, ਦੋ ਹੁੰਦੇ ਤੇ ਫਿਰ ਮੈਂ ਕਹਿ ਸਕਦੀ। ਉਹਨਾਂ ਨੇ ਤਸਦੀਕ ਕੀਤੀ ਕਿਉਂਕਿ ਇੱਕ ਨੂੰ ਇਹਨਾਂ ਫੜਿਆ ਹੋਇਆ, ਦੂਜੇ ਨੂੰ ਥੁੱਕੀ ਜਾਣੇ ਸੀ ਦਾਦੇ ਤੇ, ਥੂ ਥੂ ਹਨਾ। ਉਹ ਨਹੀਂ ਬੜੀ ਤਾਕਤ ਸੀ ਪੁਰਾਣੀਆਂ ਖੁਰਾਕਾਂ 'ਚ ਯਾਰ। ਬਹੁਤ ਪੁਰਾਣੀ ਖਰਾਕ ਸਾਡੇ ਦਾਦੇ ਨੇ ਸ਼ੇਰ ਇਨਸਾਨ ਹੀ ਹੈ ਨਾ, ਜਿੰਨੀ ਮਰਜ਼ੀ ਤਾਕਤ ਹੋ ਜਾਵੇ ਉਸਤਾਦ ਜੀ ਇੱਕ ਜਦੋਂ ਇਨਸਾਨ ਦੀ ਹੈ ਨਾ, ਇੱਕ ਉਹਦੇ ਬਿਲਟਨ ਹੀ ਉਹਦੇ ਅੰਦਰ ਇੱਕ ਲਿਮਿਟ ਰੱਖੀ ਆ ਕਿ ਵੀ ਇੱਕ ਮਿਸਾਲ ਆ, ਇਹਨੇ 20 ਕਿਲੋ ਜਿੰਨਾ ਇਹਨੇ ਵਜ਼ਨ ਚੁੱਕਣਾ, ਇੱਕ ਮਿਸਾਲ ਹੈ ਇਨਸਾਨ ਨੇ, ਹਾਂਜੀ ਠੀਕ ਹੈ। ਤੇ ਸ਼ੇਰ ਦੇ ਅੰਦਰ ਰੱਬ ਨੇ ਰੱਖੀ ਹੈ 60 ਕਿਲੋ ਜਿੰਨੀ, ਉਹ ਜਿੰਨਾ ਮਰਜ਼ੀ ਖੁਰਾਕ ਖਾਈ ਜਾਵੇ ਨਹੀਂ ਜਾਣੀ ਉਹਦੀ। ਉਸਤਾਦ ਮੁਹਤਰਮ ਮੇਰੀ ਅਰਜ਼ ਸੁਣ ਲਓ, ਜਦੋਂ ਅਨਾਹ ਦਾ ਮਸਲਾ ਬਣ ਜਾਣਾ, ਅਨਾਹ ਦਾ ਮਸਲਾ ਜਦੋਂ ਬਣ ਸਾਡੇ ਗਿਆ, ਦਾਦੇ ਨੇ ਸ਼ੇਰ ਮਾਰਿਆ, ਉਹ ਭਾਈ ਚੌਲਾਂ ਹੀ ਮਾਰੀਆਂ। ਉਹ ਨਹੀਂ ਮਾਰੀਆ ਸ਼ੇਰ ਯਾਰ, ਸ਼ੇਰ ਮਾਰਿਆ ਹੋਇਆ। ਟ੍ਰਿਪਲ ਚ ਮਾਰਿਆ ਕਿ ਡਬਲ ਚ? ਡਬਲ ਉਹ ਯਾਰ ਕੀ ਕਰਦੇ ਹੁੰਦੇ ਯਾਰ ਤੁਸੀਂ ਗੱਲ, ਫਿਰ ਨਾ ਮੈਂ ਅੱਗੋਂ ਕੋਈ ਗੱਲ ਹੁਣ ਦੇਖਣਾ, ਜਦੋਂ ਅਨਾਹ ਦਾ ਮਸਲਾ ਬਣ ਜੇ, ਮੇਰੇ ਬੱਚੇ ਆ ਬੈਠੇ ਜਾਂ ਛੱਡ ਦੇ ਬੱਚੇ ਦੂਰ ਦੀ ਗੱਲ, ਮੇਰਾ ਉਸਤਾਦ ਇੱਥੇ ਬੈਠਾ ਵਾ, ਅੱਗੋਂ ਸ਼ੇਰ ਆ ਜੇ, ਮੈਂ ਤੇ ਨਹੀਂ ਵੇਖਣਾ ਕਿੰਨੀ ਤਾਕਤ ਹੈ ਉਹਦੇ 'ਚ। ਆਹੋ ਤੁਸੀਂ ਐਨੂੰ ਨਿਕਲ ਜਾਣਾ। ਇਹਨਾਂ ਨੇ ਤਾਂ ਕੱਢਣੀ ਮੀਰਾ ਤੇ ਘਰੋਂ ਹੀ ਲੱਭਣਾ ਵਾ। ਉਹ ਨਾਲੇ ਜੇ ਦਾਦਾ ਜੀ ਪੁਰਾਣੇ ਦੌਰ ਦੇ ਸੀ ਤੇ ਸ਼ੇਰ ਵੀ ਤਾਂ ਪੁਰਾਣੇ ਦੌਰ ਦਾ ਹੀ ਸੀ। ਉਹ ਭਾਈ ਸੀਗਾ ਉਦੋਂ ਨਹੀਂ ਫੈਸਲ ਦੇ ਦਾਦੇ ਮੈਂ ਸੁਣੇ ਉਹ ਪਿੰਡ ਦੇ ਉਹ ਫੈਸਲੇ ਵੀ ਕਰਾਉਂਦੇ ਸੀ। ਹਾਂਜੀ ਹਾਂ, ਹਰ ਫੈਸਲੇ ਤੋਂ ਬਾਅਦ ਦੋਵੇਂ ਪਾਰਟੀਆਂ ਦਾਦੇ ਨੂੰ ਬੰਨ ਲੈਂਦੀਆਂ ਹੁੰਦੀਆਂ ਸੀ। ਕਿਤੇ ਨਤੀਜੇ ਯਾਰ ਮੈਂ ਤੁਹਾਨੂੰ ਜੈਨੂਇਨ ਦੱਸਾਂ, ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇਵੇ, ਲੜਾਈ ਹੋਈ ਸੀਗੀ ਮੇਰੇ ਚਾਚੂ ਅੱਬੂ ਵੀ, ਇਹ ਗੱਲ ਮੈਂ ਸੁਣੀ ਸੁਣਾਈ ਨਹੀਂ ਕਰਨ ਡਿਆ, ਹਕੀਕਤ ਗੱਲ ਨਹੀਂ, ਤਸਦੀਕ ਸਾਡੀ ਇੱਕ ਕਿਤਾਬ ਹੀ ਹੈ ਮੁਗਲ ਜੰਗ ਦੀਵਾਨ ਮੁਗਲ ਦੀਵਾਨ ਹੈਗਾ ਉਸਤਾਦ ਜੀ। ਉਹਨਾਂ ਨੇ ਪਤਾ ਕੀ ਕੀਤਾ, ਸਾਡੀ ਨਾ ਲੜਾਈ ਹੋਈ ਸੀਗੀ, ਖਾਨਦਾਨ ਦੀ ਬੜੀ ਵੱਡੀ ਲੜਾਈ ਹੋਈ ਸੀਗੀ, ਮੇਰੇ ਦਾਦੇ ਨੇ ਲਾਲ ਨਾ ਉੱਤੋਂ ਜੈਕਟ ਪਾ ਲਈ ਕਿ ਮੇਰੇ ਪੁੱਤਰਾਂ ਨੂੰ ਐ ਨਾ ਲੱਗੇ ਕਿ ਫਾਇਰ ਵੱਜਿਆ ਤੇ ਖੂਨ ਨਿਕਲਦਾ ਪਿਆ, ਦਲੇਰੀ ਨਾਲ ਲੜਨ, ਕਿਉਂਕਿ ਉਹ ਕੱਪੜੇ ਨਹੀਂ ਕਿ ਉਹਨਾਂ ਨੇ ਲਾਲ ਪਾ ਲਏ,
ਲਾਲ ਕੱਪੜੇ ਪਾਏ ਸੀ ਸਟੇਸ਼ਨ ਦੇ ਕੁਲੀ ਸੀ ਨਾ ਟਰੱਕ ਫਿਰ ਗਿਆ ਉਹਨੇ ਕਿਹਾ ਮੇਰੇ ਪੁੱਤ ਨੂੰ ਇਹ ਲੱਗਿਆ ਮੇਰੇ ਲਹੂ ਨਿਕਲਿਆ ਉਹ ਹੌਸਲਾ ਅਫਜ਼ਾਈ ਹੈ ਨਹੀਂ ਕਿ ਫਿਰ ਜਿੱਥੇ ਕਿਤੇ ਜਾਣਾ ਫਿਰ ਸਫੈਦ ਰੰਗ ਦੀ ਬਾਸਕਟ ਪਾਣੀ ਹਾਂਜੀ ਸਫੈਦ ਰੰਗ ਦੀ ਬਾਸਕਟ ਪਾਉਣੀ ਕਿਤੇ ਆਟਾ ਛੱਡ ਕੇ ਉਹਨੇ ਲੋਕਾਂ ਦਾ ਮਾਲਕਾਂ ਦਾ ਉਹ ਲੱਗੇ ਮੇਰੇ ਪੁੱਤ ਲੜਾਈ ਦੇ ਵਿੱਚ ਉਹ ਲਾਲ ਯਾਨੀ ਕਿ ਜੈਕਟ ਪਾਉਂਦੇ ਹੁੰਦੇ ਸੀ ਕਿ ਦੁਸ਼ਮਣ ਨੂੰ ਐ ਨਾ ਲੱਗੇ ਕਿ ਮਿਰਜ਼ੇ ਦੇ ਖੂਨ ਨਿਕਲਦਾ ਪਿਆ ਇੱਕ ਜਗ੍ਹਾ ਲੜਨ ਲੱਗੇ ਕਹਿੰਦੇ 1 ਮਿੰਟ ਮੇਰੇ ਲੜਾਈ ਵਾਲੇ ਕੱਪੜੇ ਘਰ ਪਏ ਲੜਾਈ ਦੇ ਦੌਰਾਨ ਲਾਲ ਕੋਟ ਘਰ ਪਾਣਗੇ ਤੇ ਪਿੱਛੇ ਵਾਸੀਆਂ ਲੈਣ ਦੇ ਦੁਸ਼ਮਣ ਆਇਆ ਨਹੀਂ ਦੇਖ ਲੜਾਈ ਵਾਲਾ ਸੂਟ ਰੱਖਿਆ ਉਸਤਾਦ ਜੀ ਉਹ ਜਿਹੜਾ ਜਰਾਬਾਂ ਤੋਂ ਲੱਗ ਕੇ ਟੋਪੀ ਤੱਕ ਹੁੰਦਾ ਉਹ ਵਿੱਚ ਜਦੋਂ ਲੜਾਈ ਹੁੰਦੀ ਸੀ ਨਾ ਉਹਨਾਂ ਨੂੰ ਕਹਿੰਦੇ ਖਲੋ ਮੈਂ ਲੜਾਈ ਵਾਲਾ ਸੂਟ ਤੇ ਉਹ ਵਿਚਾਰੇ ਉੱਥੇ ਖਲੋਤੇ ਸਿਗਟਾਂ ਲਾ ਕੇ ਘਰ ਵੀ ਆ ਜਾਂਦੇ ਭਾਜੀ ਆ ਜਾਓ ਅਸੀਂ ਕਿਤੇ ਹੋਰ ਵੀ ਲੜਨਾ ਜਾ ਕੇ ਮਿਸ ਕਾਲਾਂ ਦੇ ਦੇ ਲੜਾਈ ਵਾਲਾ ਸੂਟ ਪਾ ਕੇ ਈਦ ਪੜਾਂਗੇ ਨਿਕਲਦੇ ਲੋਕਾਂ ਨੇ ਚਣਾ ਮਾਰਤੀਆਂ ਲੜਾਈ ਵਾਲਾ ਸੂਟ ਲੜਾਈ ਵਾਲਾ ਸੂਟ ਘਰ ਪਾਣ ਆਂਡੇ ਤੇ ਘਰ ਦਾਦੀ ਜੀ ਕਹਿਣ ਡੇ ਨਹੀਂ ਕੋਈ ਸੂਟ ਨਾ ਦਿਓ ਨਹੀਂ ਤੈਨੂੰ ਫੇਰ ਖਾ ਲੈਣੀ ਹੈ ਜੀ ਲੜਾਈ ਵਾਲਾ ਸੂਟ ਸਵਾਇਆ ਵਾ ਤੇ ਦਰਜੀ ਕੋ ਲੈਣ ਗਿਆ ਤੇ ਦਰਜੀ ਨੇ ਪੈਸੇ ਮੰਗੇ ਆ ਤੇ ਉਦੋਂ ਚੰਡਾ ਮਾਰਦੀ ਕਹਿੰਦਾ ਇਹ ਲੜਾਈ ਵਾਲਾ ਸੂਟ ਯਾਰਾ ਵੀਰਨ ਗੱਲ ਦਰਜੀ ਨੇ ਕਿਹਾ ਪਾ ਕੇ ਚੈੱਕ ਕਰ ਲਾ ਯਾਰਾ ਵੀਰਨ ਗੱਲ ਸੁਣਾਉਂਦੇ ਦਾਦੇ ਮੇਰੇ ਨਾਲ ਰਾਤੀ ਪਰੀਆਂ ਨਾਲ ਲੜੇ ਆ ਮੈਂ ਜਾ ਕੇ ਵੇਖਿਆ ਸਵੇਰ 2 ਖੁਸਰੇ ਬੇਹੋਸ਼ ਪਏ ਉੱਤੇ ਯਾਰ ਲੜਾਈ ਵਾਲਾ ਸੂਟ ਪਾ ਕੇ ਤੇ ਟੰਗ ਗਲੀ ਮੋਟਰਸਾਈਕਲ ਵਾੜਨੇ ਮੈਂ ਕੀ ਹੋਇਆ ਕਹਿੰਦਾ ਅੱਗੇ ਲੜਾਈ ਹੋਣ ਡਈ ਬੁਲਟ ਪ੍ਰੂਫ ਜੈਕਟ ਪਾ ਕੇ ਤੇ ਖੁਦਕੁਸ਼ੀ ਕਰ ਲਈ ਲੈ ਜ਼ਹਿਰ ਪੀ ਗਿਆ ਕਹਿੰਦਾ ਮੈਂ ਜੀਣਾ ਹੀ ਨਹੀਂ ਤੇ ਬੁਲਟ ਪ੍ਰੂਫ ਜੈਕਟ ਪਾਈ ਸਾਰਿਆ ਉਹ ਕਦ ਪਾਈ ਤੂੰ ਬੁਲਟ ਪ੍ਰੂਫ ਜੈਕਟ ਪਾਈਏ ਨੰਗੀਆਂ ਤਾਰਾਂ ਫੜਨ ਦੇ ਦੱਸ ਆਹੋ ਉਹ ਤੇ ਇਹਨੇ ਸਮਝਿਆ ਪਤਾ ਨਹੀਂ ਇਹਦੇ ਨਾਲ ਵੀ ਕੁਝ ਨਹੀਂ ਹੋਣਾ ਯਾਰ ਬੁਲਟ ਪ੍ਰੂਫ ਜੈਕਟ ਪਾ ਕੇ ਚੰਡਾ ਖਾਣ ਦੇ ਆਹੋ ਆਹੋ ਮਹੱਲੇ 'ਚ ਲੋਕੀ ਕਹਿ ਰਹੇ ਇਹਨੂੰ ਗੋਲੀ ਨਾ ਮਾਰਨ ਨੂੰ ਚਪੇੜਾ ਮਾਰਦੇ ਗੋਲੀ ਨੂੰ ਨਹੀਂ ਵੱਜਣਾ ਇਹਨੇ ਜੈਕਟ ਪਾਈ ਧਮਾਕੇ ਦੀ ਜੈਕਟ ਪਾ ਕੇ ਦੇਵ ਪਕਾਉਣ ਦਿਆ ਪੁਰਾਣੀ ਬੁਲਟ ਪ੍ਰੂਫ ਜੈਕਟ ਪਾਈ ਉਹ ਇੱਥੋਂ ਪਾਟੀ ਵੀ ਹੈ ਥੋੜੀ ਜੀ ਤੇ ਜਿੱਧਰ ਖਤਰਾ ਨਾ ਉਧਰ ਇੰਜਨ ਜਾ ਰਿਹਾ ਬਸ ਤਵਾ ਲਾਇਆ ਪੱਕੀ ਭਰਨੇ ਜਾ ਰਿਹਾ ਕਰਕੇ ਹਾਂਜੀ ਬੋਲਟ ਪ੍ਰੂਫ ਜੈਕਟ ਪਾਈ ਉਹਦਾ ਵਿੱਚ ਅੱਛਾ ਜਿੱਥੋਂ ਜੈਕਟ ਪਾਟੀ ਉਸੇ ਹੱਥ ਰੱਖਿਆ ਸਾਰਿਆਂ ਦੇ ਵਿੱਚੋਂ ਨਾ ਕਿ ਜਿਹੜੀ ਤੂੰ ਆਪਣੀ ਵਾਲਾ ਬਚਿਆ ਤੇ ਬੁਲਟ ਪ੍ਰੂਫ ਜੈਕਟ ਪਾਈ ਹੈ ਭਾਈ ਫੈਸਲ ਨੇ ਤੇ ਸਾਰੇ ਕਹੀ ਜਾਂਦੇ ਸੁਥਰਾ ਪੰਜਾਬ ਤੇ ਲੱਗ ਗਿਆ ਬੋਲਟ ਪ੍ਰੂਫ ਜੈਕਟ ਪਾਈ ਆ ਇੰਜ ਕਰਕੇ ਦੇਖਿਆ ਕੋਈ ਧਾਗਾ ਬਾਹਰ ਸੀ ਉਹ ਧਾਗਾ ਖਿੱਚਿਆ ਉਹ ਬੰਬ ਸੀ ਬੰਬ ਚੱਲ ਗਿਆ ਉਹ ਪੰਪ ਦੀ ਰੱਸੀ ਆਪਣੀ ਲਾਈਨ 'ਚ ਕੀਤਾ ਤੇ ਡਬਾ ਇਹਨੇ ਵੀ ਬੁਲਟ ਪ੍ਰੂਫ ਜੈਕਟ ਪਾਈ ਉਹਨੂੰ ਗੋਲੀ ਨਹੀਂ ਮਾਰੀ ਉਹਨਾਂ ਨੇ ਮੂੰਹ ਤੇ ਥੁੱਕਿਆ ਯਾਰ ਭਾਈ ਮਿੱਠੇ ਨੇ ਬੁਲਟ ਪ੍ਰੂਫ ਗੱਡੀ ਉਹ ਜੈਕਟ ਪਾਈ ਤੇ ਇੱਕ ਬੰਦੇ ਨੇ ਬਾਲਾਂ ਤੋਂ ਪੜਿਆ ਫੁੱਲ ਗੁੱਸੇ 'ਚ ਅਗਲਾ ਬੰਦਾ ਲੜਾਈ ਤੇ ਨੇ ਬੁਲਟ ਪ੍ਰੂਫ ਜੈਕਟ ਪਾਈ ਤੇ ਉਹ ਤਰਲੇ ਕਰ ਰਿਹਾ ਕਹਿੰਦਾ ਸਿਰਫ ਥੋੜੀ ਜ਼ਿਪ ਥੱਲੇ ਕਰ ਲੈ 1 ਮਿੰਟ ਮਿੱਠੇ ਜ਼ਿਪ ਥੱਲੇ ਕਰ ਲਾ ਕਸਮੇ ਕੁਛ ਨਹੀਂ ਕਹਿੰਦਾ ਬੋਲਟ ਪ੍ਰੂਫ ਜੈਕਟ ਪਾ ਕੇ ਫੇਰ ਮੁੰਡੇ ਇਕੱਠੇ ਕਰਨ ਯਾਰ ਆਪ ਜਾ ਕੇ ਬੁਲਟ ਪ੍ਰੂਫ ਜੈਕਟ ਪਈ ਉਹ ਅੱਖਾਂ 'ਚ ਮਿਰਚਾਂ ਪਾ ਕੇ ਸੁੰਨੇ ਮਾਰਨ ਦਿਆ ਬੰਬ ਵਾਲੀ ਜੈਕਟ ਉਸਤਾਦ ਜੀ ਭਾਈ ਫੈਸਲ ਨੂੰ ਲੱਭ ਗਈ ਤੇ ਸਾਂਭ ਕੇ ਰੱਖ ਲਈ ਕਹਿੰਦਾ ਮੁੰਡੇ ਦੀ ਮਹਿੰਦੀ ਤੇ ਚਲਾਵਾਂਗੇ ਸਾਰੇ ਵੱਡੇ ਨਿੱਕੇ ਤਬਾਹ ਹੋ ਬੰਬ ਵਾਲੀ ਜੈਕਟ ਨਹੀਂ ਲੱਭੀ ਅੱਗੇ ਪਿੱਛੇ ਸਰਾਣੇ ਲਾ ਕੇ ਤੇ ਸਮਾਧ ਨਾਲ ਪਟਾਕੇ ਜੋੜੇ ਯਾਰ ਭਾਈ ਨੇ ਬੋਲਟ ਪ੍ਰੂਫ ਜੈਕਟ ਪਾਈ ਤੇ ਜੇਬ 'ਚੋਂ ਆਪਣੇ ਲੈਟਰ ਚੱਲ ਗਿਆ ਬੰਬ ਵਾਲੀ ਜੈਕਟ ਲੱਭ ਗਈ ਤੇ ਉਹਦੀ ਅਲਟਰੇਸ਼ਨ ਕਰਾਉਣ ਡਿਆ ਬੰਬ ਵਾਲੀ ਜੈਕਟ ਆਪਣੇ ਅੱਬੂ ਨੂੰ ਦੇ ਕੇ ਕਹਿੰਦੇ ਬੜੀ ਬੰਬ ਏ ਕਿ ਅਸੀਂ ਬੰਬ ਲੱਗੀ ਤੁਹਾਨੂੰ ਬੰਬ ਵਾਲੀ ਜੈਕਟ ਭਾਬੀ ਨੇ ਧੋਤੀ ਮਸ਼ੀਨ 'ਚ ਤੇ ਸਾਰੇ ਬੰਬ ਫੁੱਸ ਫੁੱਸ ਹੋ ਗਏ ਬੰਬ ਵਾਲੀ ਜੈਕਟ 'ਚ ਮੂੰਗਫਲੀ ਦੀ ਵੀ ਮੁੱਠ ਪਾਈ ਉਹ ਕਿਤੇ ਕੱਢਣ ਲੱਗਾ ਬਟਨ ਨੱਪੇ ਬੰਬ ਵਾਲੀ ਜੈਕਟ ਵਾਲਿਆਂ ਨੂੰ ਕਹਿਣ ਡਿਆ ਇਹ ਰੰਗਪੁਰ ਬੰਬ ਵਾਲੀ ਜੈਕਟ ਪਾਈ ਤੇ ਇੱਥੇ ਤੇ ਤੱਕ ਉਹਦੀਆਂ ਬਾਹਾਂ ਟੁੱਕੀਆਂ ਤਾਰਾ ਨਜ਼ਰ ਆ ਰਹੀ ਨਹੀਂ ਵੀ ਜਿਹੜਾ ਮਰਦੀ ਮਾਰ ਦੇ ਯਾਰ ਬੁਲਟ ਪ੍ਰੂਫ ਜੈਕਟ ਪਾ ਕੇ ਗਰਮੀ 'ਚ ਉਹਨੂੰ ਖੋਲ ਕੇ ਇੰਜ ਕਰਨਾ ਉਹ ਯਾਰ ਆ ਕੀ ਹੈ ਯਾਰ ਤੈਨੂੰ ਠਾ ਸਿੱਧਾ ਮਾਰਿਆ ਬੰਬ ਵਾਲੀ ਜੈਕਟ ਪਾਈ ਦੁਸ਼ਮਣ ਫੇਰ ਚੰਡਾ ਮਾਰ ਗਿਆ ਤੇ ਅਗਲੀ ਵਾਰੀ ਬੰਬ ਵਾਲਾ ਹੋਡ ਪਸਵਾਇਆ ਹੋ ਜਾਂਦਾ ਬੰਬ ਵਾਲਾ ਪੂਰਾ ਹੋਡ ਇੱਕ ਫੰਕਸ਼ਨ ਤੇ ਬੰਬ ਵਾਲੀ ਜੈਕਟ ਪਾ ਕੇ ਗਿਆ ਉੱਥੇ ਗਾਣਾ ਹੁੰਦਿਆ ਤੇ ਲਾ ਕੇ ਤੇ ਨੱਚਣ ਲੱਗ ਪਿਆ ਉਹ ਤੇ ਬੜੇ ਬੁਲਟ ਪ੍ਰੂਫ ਜੈਕਟ ਘਰ ਭੁੱਲ ਗਿਆ ਅੱਗੋਂ ਦੁਸ਼ਮਣ ਟੱਕਰ ਗਿਆ ਉਹਨਾਂ ਨੇ ਕਿਹਾ ਓਏ ਸਿੱਧਾ ਹੋ ਜਾ ਕਹਿੰਦਾ ਪਹਿਲੇ ਜੈਕਟ ਨਾ ਪੜ ਲਿਆ 2 ਮਿੰਟ ਖਲੋਨੇ ਜੂਨ ਜੁਲਾਈ ਚ ਬੰਬ ਵਾਲੀ ਜੈਕਟ ਦੀ ਜ਼ਰੂਰਤ ਪੈ ਗਈ ਤੇ ਉਹਨਾਂ ਨੂੰ ਕਹਿਣ ਲੱਗਾ ਵੈਲ ਦੀ ਬਣਾ ਲਓ ਕਬੀਰੇ ਦੀ ਪਤਲੇ ਕੱਪੜੇ ਦੀ ਬਣਾ ਦੋ ਆਹ ਲੌਂਗ ਦੀ ਬੰਬ ਵਾਲੀ ਜੈਕਟ ਸਵਾਈ ਯਾਰ ਆਪਣੀ ਜੈਕਟ ਜਿਹੜੀ ਨਾ ਵੁਲਫ ਦੇ ਕੇ ਕਰਨ ਦੇ ਇੰਜ ਕਰਕੇ ਇੰਜ ਉਹਨੇ ਟੱਕਰ ਵਾਲੀ ਜੈਕਟ ਚੱਲ ਪਈ ਉਹ ਵੁਲਫ ਨਹੀਂ ਓਏ ਉਹੀ ਵੁਲਫ ਬੁੱਲ ਹਾਂ ਬੋਲ ਵੁਲਫ ਤੇ ਭੇੜੀਆ ਹੁੰਦਾ ਭਾਈ ਬੈਠਾ ਬੁਲਟ ਪ੍ਰੂਫ ਜੈਕਟ ਪਾ ਕੇ ਤੇ ਪਿੰਡਾਂ ਦੀਆਂ ਲੜਾਈਆਂ 'ਚ ਲੰਘਣ ਡਿਆ ਠਾ ਜਾਣਗੇ
ਯਾਰ ਲੋਕਾਂ ਨੂੰ ਡਰਾਉਂਦਾ ਸੀਗਾ ਬੰਬ ਵਾਲੀ ਜੈਕਟ ਪਾ ਕੇ ਐਵੇਂ ਕਿਹੜਾ ਪਾ ਲਾ ਕਹਿੰਦਾ ਨਹੀਂ ਲਾਉਣਾ ਚਲਾਵਾ ਜੈਕਟ ਫਿਰ ਉਹ ਲਾਉਂਦਾ ਲਾਓ ਭਾਜੀ ਪਾ ਲੈ ਬੰਬ ਵਾਲੀ ਜੈਕਟ ਤੇ ਸਾਰੇ ਬੰਬ ਕੱਢ ਲਏ ਨੇ ਉਹਨੂੰ ਝਾਕ ਕੇ ਪਾਉਣ ਡਿਆ ਬੰਬ ਸਾਰੇ ਜ਼ਹਿਰ ਤੇ ਰੱਖਿਆ ਬਾਹਰ ਬਲਬ ਜ਼ੀਰੋ ਦੇ ਬਲਬਾਂ ਤਰ੍ਹਾਂ ਬੰਬ ਡਿੱਗਣ ਬੁਲਟ ਪ੍ਰੂਫ ਜੈਕਟ ਪਾ ਕੇ ਗਿਆ ਆਪਣੀ ਵੱਲੋਂ ਜਾ ਕੇ ਲੜਾਈ ਕਰਨ ਲੱਗਾ ਬੁੱਢੀ ਦਾ ਫੋਨ ਆ ਗਿਆ ਕਹਿੰਦੀ ਨਾ ਲੜਿਓ ਤੁਸੀਂ ਅੱਬੂ ਦਾ ਸਵੈਟਰ ਪਾ ਕੇ ਭੁੱਲ ਕੇ ਜੈਕਟ ਤੁਹਾਡੀ ਇੱਥੇ ਟੰਗੀ ਹੈ ਯਾਰ ਭਰਜਾਈ ਵਿਚਾਰੀ ਧੋ ਕੇ ਇੰਜ ਕਰਕੇ ਜੈਕਟ ਛੰਡ ਕੇ ਇੰਜ ਪਾਉਣ ਲੱਗੀ ਚੱਲ ਗਈ ਭਰਜਾਈ ਉੱਥੇ ਆ ਖੜੀ ਰਹਿ ਗਈ ਬੁਲਟ ਪ੍ਰੂਫ ਜੈਕਟ ਲਈ ਆ ਤੇ ਬੰਦੇ ਨੇ ਕੋਈ ਗੋਲੀ ਮਾਰੀ ਤੇ ਗੋਲੀ ਮਹਿਸੂਸ ਹੀ ਵੱਜੀ ਕਹਿੰਦਾ 1 ਮਿੰਟ ਯਾਰ ਓਏ ਆ ਦੇ 2.5 ਲੱਖ ਰੁਪਏ ਮੈਂ ਰਾਤੀ ਖਰਚਿਆ ਕਿੱਥੋਂ ਲੱਗ ਨਿਕਲੇ ਆ ਮਾਰੀ ਆ ਦੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੋਇਆ ਮਾਰ ਦੇ ਤੂੰ ਏਦਾਂ ਹੀ ਮਾਰਨ ਲੱਗ ਲੈ ਕਹਿੰਦਾ 2.5 ਲੱਖ ਰਾਤੀ ਖਰਚਾ ਦੇਖ ਲਾ ਬੋਲਟ 2 ਨੰਬਰੀ ਇੱਥੇ ਚੈੱਕ ਕਰ ਬੋਲਟ ਪ੍ਰੂਫ ਜੈਕਟ ਲੈਣ ਗਏ ਤੇ ਉੱਥੇ ਸੇਲ ਨੂੰ ਪਵਾ ਕੇ ਆ ਫਾਇਰ ਮਾਰ ਕੇ ਚੈੱਕ ਕਰਨ ਠਾ ਆ ਕੇ ਸਹੀ ਪੈਕ ਕਰਦੇ 3 ਲੱਖ ਰੁਪਏ ਦੀ ਬੁਲਟ ਪ੍ਰੂਫ ਜੈਕਟ ਲੈ ਕੇ ਆਇਆ ਉਦਾਂ ਨਹੀਂ ਮਹੱਲੇਦਾਰਾਂ ਨੇ ਇਹਨਾਂ ਦੀ ਸੁਲਹ ਕਰਾਤੀ ਉਸਤਾਦ ਜੀ 3 ਲੱਖ ਦੀ ਬੁਲਟ ਪ੍ਰੂਫ ਜੈਕਟ ਲੈ ਕੇ ਆਇਆ ਤੇ ਉਸ ਬੰਦੇ ਵਾਸਤੇ ਜਿਹਦਾ 90,000 ਦੇਣਾ ਸੀ ਆ ਲਿਆ ਉਹਦਾ 90 ਦੇ 2-10 ਬਚਦਾ ਬੰਬ ਵਾਲੀ ਜੈਕਟ ਪਾ ਕੇ ਸ਼ਾਨ ਨੂੰ ਮੋੜਨ ਚ ਲਗਾ ਕਹਿੰਦਾ ਬੋਰ ਆ ਗਈ ਸਾਰੀ ਤੇ ਲੈ ਬੋਰ ਆ ਗਈ ਮਾੜਾ ਮਾੜਾ ਚੌਧਰੀ ਵੀ ਸੀਗਾ ਤੇ ਬੋਸਕੀ ਦੀ ਬੰਬ ਵਾਲੀ ਜੈਕਟ ਸਵਾਈ ਹੋਈ ਬੁਲਟ ਪ੍ਰੂਫ ਜੈਕਟ ਤੇ ਦੁਸ਼ਮਣ ਚੜੇ ਪਏ ਨੇ ਤੇ 1.25 ਘੰਟਾ ਉਹ ਜਿਹੜੀ ਆਟੋ ਮਸ਼ੀਨ ਚ ਲਾ ਕੇ ਤੇ ਬਾਹਰੋਂ ਦਾ ਵੇਟ ਕਰ ਰਿਹਾ 1.25 ਘੰਟੇ ਦਾ ਟਾਈਮ ਲੱਗਾ ਉੱਤੇ ਸਕੀ ਸੀਗਾ ਵੰਡਣ ਨੂੰ ਖੰਡਣ ਵਾਲਾ ਬੰਦਾ ਸੀਗਾ ਸਰਦੀਆਂ ਜਿਹੜੇ ਫੁੱਟਪਾਥ ਤੇ ਸੁੱਤੇ ਹੁੰਦੇ ਉਹਨੂੰ ਇੰਜ ਕਰਕੇ ਬੰਬ ਵਾਲੀ ਜੈਕਟਾਂ ਵੰਡਣ ਸਵੇਰੇ ਹਕੂਮਤ ਨੇ ਫੜ ਲਿਆ ਇਹ ਵੰਡੀ ਦੀ ਮੁਦੱਸਰ ਨੇ ਬੰਬ ਵਾਲੀ ਜੈਕਟ ਮੋੜਤੀ ਕਿਉਂ ਕਹਿੰਦਾ ਜੇਬ ਕੋਈ ਨਹੀਂ ਕਹਿੰਦਾ ਇੱਥੇ ਲਾਓ ਮੁਦੱਸਰ ਮੈਡੀਕਲ ਸਟੋਰ ਮੁਦੱਸਰ ਨੇ ਬੰਬ ਵਾਲੀ ਟੋਪੀ ਲਈ ਕੱਲੀ ਤੇ ਬਾਕੀ ਦੀ ਸਮਸਾਲ ਫਿਰ ਬੰਬ ਵਾਲੀ ਜੈਕਟ ਪਾ ਕੇ ਸੌ ਗਿਆ ਉਹ ਕਿਤੇ ਰਜ਼ਾਈ ਬਹੁਤੀ ਨਿੱਕੀ ਹੋਈ ਚੱਲ ਗਈ ਅਰੇ ਟਿੰਡ ਸਿੱਧੀ ਹੈਲਮਟ ਦੀ ਉਹਦੀ ਆਈ ਜਾ ਰਿਹਾ ਤੇ ਟਿੰਡ ਤੇ ਇੱਕ ਪੁਲਿਸ ਵਾਲੇ ਨੇ ਦੇਖਿਆ ਤੇ ਪਹਿਲੇ ਉਹ ਇਗਨੋਰ ਕਰਤਾ ਫਿਰ ਉਹਨੇ ਕਿਹਾ ਓਏ ਕਹਿੰਦਾ ਉਹ ਭਾਜੀ ਇਹਦੇ ਉੱਤੋਂ ਇੱਕ ਹੋਰ ਹੈਲਮਟ ਪਾ ਲਾ ਹੈਲਮਟ ਪਾ ਲਾ ਟ੍ਰੈਫਿਕ ਵਾਲਿਆਂ ਨੇ ਰੋਕ ਲਿਆ ਉਸਤਾਦ ਜੀ ਇਹਨੂੰ ਤੇ ਗੌਰ ਨਾਲ ਦੇਖ ਕੇ ਕਹਿੰਦੇ ਓਏ ਨੈਣ ਨਕਸ਼ਾ ਵਾਲਾ ਹੈਲਮਟ ਲਿਆ ਯਾਰ ਦਾਨਸ਼ ਨੇ ਬੰਬ ਵਾਲੀ ਜੈਕਟ ਪਾ ਕੇ ਤੇ ਪੁੱਛਣ ਡਿਆ ਸਹੀ ਲੱਗਣ ਦੀ ਮੁਦੱਸਰ ਨੂੰ ਵਾਰਡਨ ਵਾਲੇ ਰੋਕ ਲਿਆ ਮੁਦੱਸਰ ਨੂੰ ਵਾਰਡਨ ਵਾਲੇ ਰੋਕ ਲਿਆ ਉਹ ਇਹਨੂੰ ਵੇਖਣਾ ਉਹ ਕੀ ਗੱਲ ਇੰਨੀ ਠੰਡ ਵਾ ਡਬਲ ਹੈਲਮਟ ਪਾਇਆ ਵਾਰਡਰ ਨੇ ਡੱਕ ਲਿਆ ਮੁਦੱਸਰ ਨੂੰ ਕਹਿੰਦਾ ਵਿਦ ਭਰਵੱਟੇ ਹੈਲਮਟ ਲੈ ਲਈ ਯਾਰ ਭਾਈ ਫੈਰ ਘਰ ਜਾ ਕੇ ਬੁੱਢੀ ਨੂੰ ਦੱਸ ਰਿਹਾ ਕਹਿੰਦਾ ਬੇਗਮ ਅੱਜ ਮੈਂ ਇੱਕ ਬੰਦੇ ਦਾ ਚਲਾਨ ਕਰਨ ਲੱਗਾ ਉਹਦੇ ਹੈਲਮਟ ਦੇ ਅੱਗੇ ਭਰਵੱਟੇ ਵੀ ਲੱਗੇ ਸੀ ਮੈਨੂੰ ਇੱਕ ਬੰਦਾ ਕਹਿੰਦਾ ਤੂੰ ਨਾ ਬਸ ਅੱਗੇ ਸ਼ੀਸ਼ਾ ਲਵਾ ਲਾ ਆਹੋ ਇਹ ਦੋ ਤਣੀਆਂ ਲਵਾ ਲਾ ਪੰਪ ਵਾਲੀ ਜੈਕਟ ਲੈ ਕੇ ਤੇ ਕਦੀ ਉਥੋਂ ਬੁਲਟ ਪ੍ਰੂਫ ਜੈਕਟ ਲੈ ਜਾ ਦੁਕਾਨਦਾਰ ਕੋ ਕਦੀ ਬੰਬ ਵਾਲਾ ਤੇ ਹੁਣ ਇਹਨੇ ਦੇਖਿਆ ਵੀ ਮਹੱਲੇ 'ਚ ਮੈਨੂੰ ਸਾਰੇ ਚਪੇੜਾ ਮਾਰਦੇ ਤੇ ਕਹਿੰਦਾ ਕੋਈ ਚਪੇੜਾ ਵਾਲੀ ਜੈਕਟ ਦੇ ਦੇ ਮੈਨੂੰ ਭਾਜੀ ਕੋਈ ਮੁੱਕੇ ਵਾਲੀ ਜੈਕਟ ਹੈ ਦੁਸ਼ਮਣ ਨੇ ਕਿਹਾ ਮੈਂ ਤੇਰਾ ਬੱਚਾ ਮਾਰ ਦੇਣਾ ਤੇ 2.5 ਸਾਲ ਦੇ ਬੱਚੇ ਨੂੰ ਬੁਲਟ ਪ੍ਰੂਫ ਪੈਂਪਰ ਪਾਇਆ ਹੋਇਆ ਇਹ ਤਾਂ ਨਹੀਂ ਹੁੰਦਾ ਨਹੀਂ ਦਾਣੇ ਨੇ ਉਹ ਗੱਲ ਕੀਤੀ ਸੀ ਸਰਦੀਆਂ ਦੀ ਕਹਿੰਦਾ ਇੰਜ ਕਰਕੇ ਚੱਦਰ ਨਹੀਂ ਇਹ ਕੁੱਤਾ ਲਵੇੜ ਲਿਆ ਕਹਿੰਦਾ ਕੁੱਤਾ ਆਓ ਗਲੀ ਚ ਖਲੋ ਕੇ ਇੰਜ ਕਰਕੇ ਚਾਦਰ ਦੀ ਬੁੱਕਲ ਮਾਰੀ ਵਿੱਚ ਕੁੱਤਾ ਉਹ ਬਹੁਤ ਬੁਰੀ ਚੱਦਰ ਦੀ ਬੁੱਕਲ ਵੱਜਦੀ ਬਾਹਰ ਕੋਲ ਬੜੀ ਲੰਮੀ ਵੱਡੀ ਆਹੋ ਤੇ ਸਤਾਈ ਜਿਹੜੀ ਉੱਪਰੋਂ ਦੀ ਇੰਜ ਕਰਕੇ ਲੈਂਦੇ ਹੁੰਦੇ ਆ ਪਿੰਡ ਮਤਲਬ ਇਹ ਕਾਟ ਆ ਉਹ ਬੜੀ ਮਜ਼ਾ ਉਹ ਯਾਰ ਮੈਂ ਪਾ ਲੈਂਦਾ 17 18 ਤਰੀਕੇ ਚੱਦਰ ਲੈਣ ਦੇ 52 ਤਰੀਕੇ ਜੀ 52 52 ਜਿਹਨੇ ਤਾਸ਼ ਦੇ ਪੱਤੇ ਉਹਨੇ ਖੀਸੀ ਲੈਣ ਦੇ ਤਰੀਕੇ ਆ ਉਸਤਾਦ ਜੀ ਉਹ ਤੁਸੀਂ ਚਾਦਰ ਲੈਣੀ ਹੈ ਨਾ ਉਹ ਚਾਦਰ ਯਾਰ ਚਾਦਰ ਹੀ ਜੈਕਟ ਬਣ ਰਹੀ ਹੈ ਚਾਦਰ ਇਧਰੋਂ ਬਣ ਰਹੀ ਇਧਰੋਂ ਨਿਕਲ ਰਹੀ ਆ ਨਕਾਬ ਮਾਸਕ ਸਿਰ ਤੇ ਵਰੀ ਦਿਖਾਉਣ ਦੇ ਵਿੱਚ ਬੰਬ ਵਾਲੀ ਜੈਕਟ ਦਿਖਾਤੀ ਤੇ ਫੜੇ ਗਏ ਜੇ ਕੱਟ ਕੇ ਹੋਰ ਕੇ ਜੋਗ ਖੈਰ ਵਿੱਚ ਝੰਗ ਬਜ਼ਾਰ ਫਿਰ ਰਿਹਾ ਪਰੇਸ਼ਾਨ ਲੀਗਲ ਸਿਨੇਮੇ ਦੇ ਕੋਲ ਮੈਂ ਕੀ ਹੋਇਆ ਕਹਿੰਦਾ ਯਾਰ ਘਰਦਿਆਂ ਨੇ ਭਾਂਡਿਆਂ ਵਾਲੇ ਨੂੰ ਜੈਕਟ ਦੇ ਦਿੱਤੀ ਮੈਨੂੰ ਪਤਾ ਲੱਗਾ ਉਹ ਇੱਥੇ ਹੀ ਹੁੰਦੇ ਆ ਕਹਿੰਦਾ ਵਿੱਚ 8 ਬੰਬ ਸੀ 2 ਪਿਆਲੀਆਂ ਦੇ ਕੇ ਪਤਾ ਨਹੀਂ ਲੱਗਾ ਘਰਦਿਆਂ ਨੂੰ ਵਿਆਹ ਦੇ ਛੋਟੇ ਭਰਾ ਨੂੰ ਸੂਟ ਦੇਣਾ ਸੀਗਾ ਤੇ ਬੰਬ ਵਾਲੀ ਜੈਕਟ ਦੇ ਨਾਲ ਮਫਰਲ ਤੋਲੀਆ ਸਾਰਾ ਕੁਝ ਬਾਹਰ ਕਿੱਥੇ ਰੁਮਾਲ ਵੀ ਲਾਇਆ ਬਾਹਰ ਵੀ ਸਟੈਪਲਰ ਕੀਤਾ ਹੋਇਆ ਮੁਦੱਸਰ ਵੀ ਸ਼ਾਗਿਰਦ ਹੋਇਆ ਬੰਬ ਵਾਲੀ ਜੈਕਟ ਉੱਤੇ ਖੁੱਸਾ ਨਾਲ ਪੈ ਕਮੜਿਆਈ ਦਾ ਡੱਬਾ ਬੰਬ ਵਾਲੀ ਜੈਕਟ ਪਾ ਲਈ ਨੂੰ ਦੱਸਣ ਨੇ ਤੇ ਭੁੱਲ ਗਿਆ
ਤਾਂ ਤੰਦੂਰ ਤੇ ਰੋਟੀਆਂ ਲਵਾਉਣ ਚਲ ਗਏ। ਉਸਤਾਦ ਜੀ ਅੱਲਾ ਮਾਫੀ ਦੇਵੇ, ਕਹਿਣਾ ਇਹਨੇ ਨਹੀਂ ਦੁਸ਼ਮਣਾਂ ਦੇ ਡਰ ਤੋਂ ਨਾ ਘਰ ਦੇ ਬਾਹਰ ਉਹ ਜ਼ਮੀਨ 'ਚ ਨਹੀਂ ਬੰਬ ਮਾਈਮਸ ਹੁੰਦੇ ਨੇ, ਉਹ ਦੱਬਤੇ ਤੇ 20 ਫੁੱਟ ਥੱਲੇ ਦੱਬਤੇ, ਉਹ ਤੋਂ ਨੱਸੀ ਭੱਜੀ ਜਾ ਰਹੇ ਸਾਰਾ ਮੱਲਾ, ਕੁਛ ਵੀ ਨਹੀਂ ਹੁੰਦਿਆ। ਤੇ ਉਹਨੂੰ ਕੱਢਣ ਲੱਗਿਆ, ਜਦੋਂ ਅੱਧੇ ਕੁ ਫੁੱਟ ਤੇ ਗਿਆ ਨਾ, ਉਦੋਂ ਹੱਥ ਮਾਰਿਆ ਤੇ ਚੱਲ ਗਿਆ, ਤੇ ਟੋਏ ਦੇ ਵਿੱਚੋਂ ਇੰਜ ਬਾਹਰ ਗਿਆ। ਇਹ ਸੱਚੀ ਗੱਲ ਵਾ ਭਾਈ ਫੈਸਲ ਨੇ ਜ਼ਮੀਨੀ ਬੰਬ ਤਪਾਇਆ ਇੰਜ ਕਰਕੇ, ਤੇ ਸਵੇਰੇ ਮਹਿਕਮੇ ਦੀ ਗੱਡੀ ਪਾਣੀ ਤਰਾਉਂਗੀ, ਸਾਰੇ ਬੰਬ ਸਲਾਬੇ। ਅੱਛਾ, ਕਿਸ਼ਤਾਂ ਤੇ ਇੰਨੀਆਂ ਚੀਜ਼ਾਂ ਲੈ ਲਈਆਂ ਭਾਈ ਫਾਸਿਲ ਨੇ, ਕਿਸ਼ਤਾਂ ਤੇ ਇੰਨੀਆਂ ਚੀਜ਼ਾਂ ਲੈ ਲਈਆਂ, ਉਸ ਤੋਂ ਬਾਅਦ ਬਾਹਰ ਬੰਬ ਲਵਾ ਦਿੱਤੇ। ਜਿਹੜਾ ਕਿਸ਼ਤਾਂ ਲੈਣ ਵਾਲਾ ਕੋਈ ਨਾ। ਉਹ ਮੈਨੂੰ ਦੂਰੋਂ ਹੀ ਕਹਿਣ ਦੇ ਸੀ ਕਿਸ਼ਤ ਪਹੁੰਚਾ ਯਾਰ, ਔਰ ਪਹੁੰਚਾ ਦੇ। ਪਠਾਨ ਸਾਹਮਣੇ ਤੇ ਕਰ ਰੱਸਾ ਬਣ ਕੇ ਇਧਰੋਂ ਇਧਰ ਬਣ ਕੇ ਇੰਜ ਆ ਰਿਹਾ ਕਿਸ਼ਤ ਲੈਣ। ਹੈਲੀਕਾਪਟਰਾਂ ਤੇ ਉੱਤਰ ਰਹੇ। ਟ੍ਰੇਨ ਹੀ ਕਰੇ ਗਲੀਆਂ ਗਲੀਆਂ ਛੱਤੋ ਛੱਤੀ ਆਇਆ। ਸਾਜਿਕ ਭਾਈ ਫੈਸਲ ਨੇ ਆਪਣੀ ਹਿਫਾਜ਼ਤ ਲਈ ਨਾ ਇੰਜ ਬਾਹਰ ਜ਼ੇਰੇ ਜ਼ਮੀਨ ਬੰਬ ਵਿਛਾਤੇ, ਤੇ ਚੇਤਾ ਭੁੱਲ ਗਿਆ, ਬਾਹਰੋਂ ਬੈਲ ਵੱਜੀ ਗਿਆ, ਜਾ ਕੇ ਕਹਿੰਦੇ ਕੌਣ। ਸਾਡਾ ਇਹ ਵੀ ਰੌਲਾ ਸਰ ਯਾਦ ਵੀ ਭੁੱਲ ਜਾਂਦਾ। ਘਰ ਦੇ ਬਾਹਰ ਜ਼ੇਰੇ ਜ਼ਮੀਨ ਇੰਜ ਕਰਕੇ ਬੰਬ ਵਿਛਾਇਆ, ਤੇ ਅਗਲੇ ਦਿਨ ਪਠਾਨ ਗਲੀ ਪੱਟਣ ਵਾਲੇ ਆ ਗਏ। ਇੰਜ ਪੜ ਕੇ ਇਹ ਤੁਹਾਡਾ ਬੰਬ ਹੈ ਭਾਈ। ਓਏ ਆਹੋ, ਘਰ ਦੇ ਬਾਹਰ ਇਹਨਾਂ ਨੇ ਬੰਬ ਲਵਾਤੇ ਜ਼ਮੀਨ 'ਚ, ਤੇ ਘਰ ਆਪਣੀ ਬੇਗਮ ਨੂੰ ਕਹਿੰਦੇ ਆ ਬੱਚੇ ਅੰਦਰ ਕਰ, ਤੈਨੂੰ ਪਤਾ ਬਾਹਰ ਬੰਬ ਯਾਰ ਜ਼ੇਰੇ ਜ਼ਮੀਨ ਬੰਬ ਲਾਇਆ, ਤੇ ਕਿਤੇ ਬਾਰਿਸ਼ਾਂ ਦਾ ਸੀਜ਼ਨ ਸੀ, ਹਫਤਾ ਬਾਹਰ ਹੀ ਨਹੀਂ ਗਏ, ਤੇ ਹਫਤੇ ਬਾਅਦ ਉੱਥੋਂ ਪੌਦੇ ਨਿਕਲਣ, ਤੇ ਖੁਸ਼ੀ ਨੇ ਕਹਿੰਦੇ ਬੇਗਮ ਮੁਬਾਰਕ ਹੋਵੇ, ਬੰਬ ਦਾ ਪੌਦਾ ਬਾਹਰ ਆ ਗਿਆ। ਉਹੀ ਗੱਲ ਹੋ ਗਈ, ਘਰ ਭੁੱਖ ਪਈ ਆ, ਬਾਹਰ ਬੰਬ ਲਵਾਏ। ਨਹੀਂ ਉਹ ਸਾਜੀ ਇੱਕ ਹੈ ਵੇ, ਐਸਾ ਵੀ ਹੈ ਵੇ ਬੰਬ ਕਿ ਤੁਸੀਂ ਸਿਰਫ ਔਰ ਸਿਰਫ ਕੰਪਿਊਟਰ ਤੇ ਨਾਮ ਲਿਖਣਾ ਹੈ ਉਸ ਬੰਦੇ ਦਾ, ਤੇ ਉਹ ਜਾ ਕੇ ਵੱਜੇਗਾ। ਅੱਛਾ ਜੀ। ਫਾਸਟ ਔਰ ਫਿਊਰੀਅਸ ਦੇ ਵਿੱਚ ਉਹ ਲੋਕੇਸ਼ਨ ਬੰਬ। ਲੋਕੇਸ਼ਨ ਬੰਬ। ਹਾਂਜੀ, ਉਹ ਲੋਕੇਸ਼ਨ ਬੰਬ ਨਹੀਂ, ਕਹਿੰਦਾ ਲੋਕੇਸ਼ਨ ਬੰਬ। ਉਸਤਾਦ ਜੀ ਫਾਸਟ ਔਰ ਫਿਊਰੀਅਸ ਦੇ ਵਿੱਚ ਉਸਤਾਦ ਜੀ ਉਹ ਜਿਸ ਬੰਦੇ ਦਾ ਨਾਮ ਲਿਖਿਆ ਹੋਏਗਾ ਨਾ, ਤੁਸੀਂ ਸਿਰਫ ਇੰਟਰ ਮਾਰਨਾ ਹੈ ਤੇ ਉਹਨੇ ਨਿਕਲ ਕੇ ਹਾਂਜੀ ਹਾਂਜੀ, ਉਸ ਉਹਨੇ ਬੰਦੇ ਦੇ ਇਹਨੇ ਵਿੱਚ ਛੱਡਿਆ ਬੰਬ ਲੋਕੇਸ਼ਨ ਵਾਲਾ। ਰਸਤੇ ਨੈਟ ਬੰਦ ਹੋ ਗਿਆ, ਤੇ ਪਕੌੜੇ ਵਾਲੇ ਦੇ ਬਾਹਰ ਬੈਠਾ ਬੰਬ। ਉਹਦਾ ਭਾਈ ਨੈਟ ਆਏਗਾ ਤੇ ਮੈਂ ਅੱਗੇ ਜਾਵਾਂਗਾ, ਮੈਨੂੰ ਤਾਂ ਸਮਝ ਨਹੀਂ ਲੱਗਣ ਦੀ। ਹੌਟਸਪੌਟ ਮੰਗ ਕੇ ਅੱਗੇ ਜਾ ਰਹੇ। ਨੈਟ ਵਾਲਾ ਬੰਬ ਛੱਡਿਆ, ਤੇ ਅੱਗੋਂ 3-4 ਗਲੀਆਂ ਸ਼ੁਰੂ ਹੋ ਗਈਆਂ, ਤੇ ਉਹ ਬੰਬ ਐਵੇਂ ਖੜੇ। ਇੱਕ ਬੰਦੇ ਨੇ ਭਾਈ ਲੋਕੇਸ਼ਨ ਵਾਲਾ ਬੰਬ ਭੇਜਤਾ, ਉਹ ਗੋਲ ਚੌਕ 'ਚ ਘੁੰਮੀ ਜਾ। ਦਾਨਿਸ਼ਾਲ ਕਿਸੇ ਨੇ ਲੋਕੇਸ਼ਨ ਵਾਲਾ ਬੰਬ ਭੇਜਿਆ, ਬਾਬੇ ਨੂੰ ਵੇਖ ਕੇ ਕਹਿੰਦਾ ਭਾਜੀ ਪਹਿਲੇ ਕੁਝ ਚਲਾ ਗਿਆ। ਕਹਿੰਦਾ ਉਹ ਸ਼ਿਟ ਮੇਰੇ ਤੋਂ ਪਹੁੰਚ ਗਿਆ। ਨੋਨੀ ਵਾਲੇ ਇੱਕ ਬੰਦੇ ਨੇ ਲੋਕੇਸ਼ਨ ਵਾਲਾ ਬੰਬ ਭੇਜਿਆ, ਬੰਬ ਇਹਨੂੰ ਵੇਖ ਕੇ ਕਹਿੰਦਾ ਭਾਜੀ ਮਾਰਨ ਮੂਰਨ ਰਹਿਣ ਦੋ, ਇਹਨੂੰ ਜਗ੍ਹਾ ਖੁੱਲੀ ਕਰ ਦਵਾਂ। ਤਾਂ ਕਰਕੇ ਦਾਨਿਸ਼ ਨੂੰ ਬੰਬ ਮਾਰਿਆ ਕਿਸੇ ਨੇ, ਜਦੋਂ ਬੰਬ ਦਾ ਧੂਆਂ ਹੋ ਗਿਆ ਤਾਂ ਵਿੱਚੋਂ ਚਿੱਟਾ ਨਿਕਲ ਰਿਹਾ। ਬੰਬ ਵਜਾ ਸੋਹਣਾ ਹੋ ਗਿਆ। ਸਾਈਡ ਇਫੈਕਟ ਕਰ ਗਿਆ। ਸਾਰਾ ਰੰਗ ਇਹਦਾ ਜਿਹੜਾ ਵਿਚਾਰਾ ਖਰਾਬ, ਥੱਲੇ ਚਿੱਟਾ ਹੀ ਚਿੱਟਾ ਹੋ ਗਿਆ। ਚਾਗੀ ਦਾ ਪਹਾੜ ਵੀ ਤੇ ਬੰਬ ਨਾਲ ਹੀ ਚਿੱਟਾ ਹੋਇਆ ਸੀ। ਉਸਤਾਦ ਜੀ ਮੇਰੇ ਤੇ ਵੀ ਬੰਬ ਚਲਾ ਕੇ ਦੇਖ ਲਓ ਕੋਈ। ਦਾਨਿਸ਼ ਨੂੰ ਇੱਕ ਬੰਦਾ ਕਹਿੰਦਾ ਇਹਦਾ ਰੰਗ ਚਿੱਟਾ ਹੈ, ਇੱਕ ਬੰਦਾ ਕਹਿੰਦਾ ਕੀ ਗੱਲ ਲਾਂਤਾ ਪਵਾ ਰੰਗ ਚਿੱਟਾ ਕੀਤਾ। ਇਹ ਰੰਗ ਚਿੱਟਾ ਇੱਕ ਬੰਦਾ ਕਹਿੰਦਾ ਕੀ ਗੱਲ ਲਾਂਤਾ ਪਵਾ ਲਈਏ ਕਿਤੇ। ਇੱਕ ਦਿਨ ਮਿੱਠਾ ਚੁੱਪ ਕਰਕੇ ਬੈਠਾ, ਇੱਕ ਬੰਦਾ ਕਹਿੰਦਾ ਕਾਂ ਖਾਦਾ ਹੀ। ਦਾਨਿਸ਼ ਬਾਹਰ ਥੜੇ ਤੇ ਬੈਠਾ, ਤੇ ਇੱਕ ਬੰਦਾ ਵੇਖ ਕੇ ਕਹਿੰਦਾ ਕੀ ਗੱਲ ਅੱਜ ਘਰ ਦੇ ਬਾਹਰ ਹੀ ਬਲੈਕ ਮਾਸਕ ਲਾ ਕੇ ਬੈਠਾ ਹਾਂ। ਨਹੀਂ ਇੱਕ ਬੰਦੇ ਨੇ ਦੇਖਿਆ ਨਾ ਰੰਗ ਚਿੱਟਾ, ਕਹਿੰਦਾ ਓਏ ਨੀਂਦ ਪੂਰੀ ਕਰਿਆ ਕਰ ਓਏ। ਤੂੰ ਲੱਗਦਾ ਪਾਣੀ ਘੱਟ ਪੀਂਦਾ। ਨਾਮ ਵਾਲਾ ਬੰਬ ਨਾ ਮਿੱਠੇ ਵਾਲ ਵੀ ਕਿਸੇ ਨੇ ਸਿੱਟਿਆ, ਉਹ ਕਿੰਨੇ ਜਣੇ ਆ ਗਏ ਸਾਜਦ। ਉਹ ਬੰਬ ਪੁੱਛੀ ਜਾਂਦੇ ਯਾਰ YouTube ਤੇ ਕੌਣ ਕਰਦਾ ਤੁਹਾਨੂੰ। ਯਾਰ ਇੱਕ ਬੰਦੇ ਨੇ ਫੈਸਲ ਰਾਮੇ ਸਾਹਿਬ ਦੇ ਨਾਮ ਦਾ ਬੰਬ ਛੱਡਿਆ, ਤੇ ਬੰਬ ਇਹਨਾਂ ਦਾ ਬੂਹਾ ਖੜਕਾ ਕੇ ਇੰਜ ਖੜਕਾ, ਤੇ ਸਹੇਲ ਬਾਹਰ ਆ, ਤੇ ਸਹੇਲ ਨੂੰ ਕਹਿੰਦੇ ਉਹ ਦੱਸੀ ਆਪਣੇ ਨੂੰ ਬੰਬ ਆਇਆ ਸੀ। ਉਹ ਨਾਮ ਵਾਲਾ ਬੰਬ ਇੱਕ ਬੰਦੇ ਨੇ ਮਿੱਠੇ ਲਈ ਭੇਜਿਆ, ਤੇ ਉਹ ਕੁੱਤਾ ਮਰ ਗਿਆ ਇੱਕ, ਉਹਨੇ ਭੌਂਕਾ ਲਿਖਤਾ ਸੀ। ਯਾਰ ਦਾਨਿਸ਼ ਇੱਕ ਹਮਾਮ ਤੋਂ ਫੇਸ਼ੀਅਲ ਕਰਾਉਣ ਗਿਆ, ਉਹ ਮਾਲਕ ਨੂੰ ਵੇਖ ਕੇ ਕਹਿੰਦਾ ਭਾਜੀ ਤੁਸੀਂ ਕਿਤੋਂ ਹੋਰ ਕਰਾ ਲਓ, ਮੇਰਾ ਨਵਾਂ ਕੰਮ ਆ ਤੁਹਾਡੇ। ਨਾ ਇਹਦੀ ਸ਼ੇਵ ਕਰਨ ਦੇ ਨਾਲੇ ਦਿਲ ਖੱਟਾ ਕਰਨ ਦੇ। ਓਏ ਮਿੱਠੇ ਲਈ ਨਾਮ ਵਾਲਾ ਬੰਬ ਛੱਡਿਆ ਇੱਕ ਬੰਦੇ ਨੇ, ਤੇ ਬੰਬ ਨਾ ਉਸ ਬੰਦੇ ਨੂੰ ਕਹਿੰਦਾ ਉਹ ਨਾਂ ਸਹੀ ਲਿਖਿਓ, ਇੱਕੋ ਨਾਂ ਦੇ ਕਿੰਨੇ ਹੀ ਭਰਾ। ਯਾਰ ਇੱਕ ਬੰਦੇ ਨੇ ਲੋਕੇਸ਼ਨ ਵਾਲਾ ਬੰਬ ਨੋਨੀ ਨਾਲ ਸੁੱਟਿਆ, ਤੇ ਬੰਬ ਫੋਨ ਕਰਕੇ ਕਹਿੰਦਾ ਉਹ ਤਾਂ ਪ੍ਰੋਗਰਾਮ ਤੇ ਗਿਆ, ਉੱਥੇ ਚੱਲ ਜਾਵਾਂ ਜਾ ਕੇ। ਲੈ ਬੰਬ ਕੀ ਨਾਲ ਫ੍ਰੀ ਹੋਇਆ ਵਾ। ਨੋਨੀ ਵਾਸਤੇ ਉਹਨਾਂ ਨੇ ਨਾਮ ਵਾਲਾ ਬੰਬ ਸੁੱਟਿਆ, ਇਹ ਕੰਮ ਤੋਂ ਗਿਆ ਤੇ ਉਹ ਚਿੰਗਚੀ 'ਚ ਬੈਠਾ, ਜਿੱਤੇ ਇਹਨੂੰ ਸੌਣਾ ਸੀ। ਇੱਕ ਬੰਦੇ ਨੇ ਭਾਈ ਫੈਸਲਾ ਲੋਕੇਸ਼ਨ ਦਾ ਬੰਬ ਛੱਡਿਆ, ਹੁਣ ਨਾ ਭੁੱਲ ਗਿਆ, ਉਹ ਰਾਹ ਪੁੱਛਦਾ ਦਾ ਘਰ ਕਿਤੇ ਆ। ਇੱਕ ਬੰਦੇ ਨੇ ਨੋਨੀ ਦੇ ਮਗਰ ਲੋਕੇਸ਼ਨ ਵਾਲਾ ਬੰਬ ਸੁੱਟਿਆ, ਤੇ ਬੰਬ ਨੂੰ ਦੱਸਣ ਡਿਆ ਉਹਦੇ ਘਰ ਜਾਣਾ, ਕਹਿੰਦਾ ਛੱਡ ਦੇ ਮੈਨੂੰ ਪਤਾ ਮੁਦੱਸਰ ਵਾਲੀ ਹੋਣਾ ਵਾ।
ਰਾਤੀ 4 ਵਜੇ ਮੈਂ ਲਾਈਵ ਆਇਆ ਵਾਂ ਤੇ ਉਹ ਮੁਦੱਸਰ ਨਾਲ ਬੈਠਾ ਹੋਇਆ। ਉੱਥੇ ਹੀ ਰਹਿੰਦਾ ਸਾਜ ਜੀ ਇਹ। ਉਹ ਯਾਰ ਜਿੱਥੇ ਸਿਗਨਲ ਆਵੇ ਉੱਥੇ ਰਾਤ ਰਹਿ ਪੈਂਦਾ ਵਾ ਉਹ ਕਰਦੇ ਤੂੰ। ਉਸਤਾਦ ਜੀ ਸ਼ਹਜ਼ਾਦੇ ਆਦਮੀ ਪੂਰੇ ਸਾਲ ਦੀਆਂ ਦਵਾਈਆਂ ਆਪਣੀਆਂ ਇਕੱਠੀਆਂ ਹੀ ਰੱਖ ਲਈਆਂ। ਇੱਕ ਬੰਦਾ ਕਹਿੰਦਾ ਜਾਨੀ ਸਾਹਿਬ ਥੋੜੀਆਂ ਜਿਹੀਆਂ ਲੈ ਲੈਣਾ ਤੇ ਡੱਬੇ ਤੇ ਲਿਖਾਤਾ ਜੱਲੇ ਵਾਲੇ ਕੋ ਮੂੰਹ ਕਾਲਾ। ਆਹ ਜਰਿਆ ਨਹੀਂ ਜਾਣਦਿਆ। ਦਵਾਈਆਂ ਦੇ ਡੱਬੇ ਚ ਨਹੀਂ ਉਸਤਾਦ ਜੀ ਨੇ ਦਵਾਈਆਂ ਛੱਡਤੀਆਂ ਹੁਣ। ਉਹ ਜਾ ਕੰਮ ਕਰੇ ਹਜੇ ਹੁਣੀ ਬਈ ਇੱਧਰ ਧੋਨੀ ਦੀ ਲੱਤ ਟੁੱਟ ਗਈ ਤੇ ਇਹਨੂੰ ਵੀਲ ਚੇਅਰ ਮਿਲ ਗਈ ਤੇ ਉਹਦੇ ਪਿੱਛੇ ਲਿਖਾਇਆ ਜਲਨੇ ਵਾਲੇ ਖੁਦਾ ਤੁਝੇ ਵੀ ਦੇ। ਕਿਸੇ ਚੀਜ਼ ਦੇ ਥੱਲੇ ਐਸਰੇ ਦਾਨਿਸ਼ ਨੂੰ ਵੀ ਵੀਲ ਚੇਅਰ ਦਿੱਤੀ ਇਹਨੇ ਪਿੱਛੇ ਲਿਖਾ ਲਿਆ ਪਸੰਦ ਸੱਜਣਾ ਦੀ ਖਰਚਾ ਦਾਨਿਸ਼ ਦਾ। ਕਾਲੂ ਦੇ ਯਾਰ ਨੇ ਵੀਲ ਚੇਅਰ ਲੈ ਲਈ, ਉਹਨੂੰ ਕਹਿਣ ਡਿਆ ਯਾਰ 10 ਮਿੰਟ ਲਈ ਦੇ ਮੈਂ ਕੰਮ ਜਾਣਾ ਵਾ। ਕਾਲੂ ਨੂੰ ਸੁਥਰਾ ਪੰਜਾਬ ਤੋਂ ਜੈਲਸ ਹੋ ਕੇ ਛੋਟੇ ਭਰਾ ਦੇ ਨਾਮ ਤੇ ਰੱਖਦਾ ਕੁਸਰਾ ਪੰਜਾਬ। ਇਹ ਤਾਂ ਖੁਦਾ ਭਰਾ। ਭਾਈ ਮਿੱਠੇ ਨੂੰ ਵੀਲ ਦੇ ਖੁਸਰਾ ਪੰਜਾਬ। ਚੋਰ ਭਰਾ ਦੇ ਨਾਂ ਤੋਂ ਰੱਖ ਲਿਆ ਮੁਕਰਾ ਪੰਜਾਬ। ਵੀਲ ਚੇਅਰ ਮਿਲੀ ਹੈ ਤੇ ਪਾਗਲ ਬੇਵਕੂਫ ਉਹ ਵੀ ਨਹੀਂ ਕੱਢਣ ਡਿਆ, ਕਹਿੰਦਾ ਪੈਟਰੋਲ ਦਾ ਖਰਚਾ ਕੌਣ ਚੱਲੂ। ਓਏ ਹੱਥ ਵਾਲੀ ਆ ਵੀਲ ਵੀਲ ਚੇਅਰ ਲੈ ਕੇ ਮੈਨੂੰ ਕਹਿਣਾ ਭਾਈ ਮਿੱਠੇ ਨੂੰ ਲੈ ਜੀ। ਯਾਰ ਐਡਾ ਡੋਲਾ ਇੱਕ ਤੇ ਇੱਕ ਛੋਟੀ ਜੀ ਬਾਹ, ਮੈਂ ਕਹਾ ਕੀ ਕਹਿੰਦਾ ਇਸ ਹੱਥ ਨਾਲ ਚਲਾਉਂਦਾ। ਵੀਲ ਚੇਅਰ ਪਿੱਛੇ ਲਿਖਾਇਆ ਹੋਇਆ ਸ਼ਰਾਟਾ ਟਾਈਮ। ਨੀਲ ਚੇਅਰ ਅੰਦਰ ਪਿਛਲੇ ਕਮਰੇ ਖੜੀ ਕੀਤੀ। ਮੈਂ ਕਿਹਾ ਬਾਹਰ ਖੜੀ ਕਰੋ, ਕਹਿੰਦਾ ਮੰਗਣ ਵਾਲੇ ਜਾਨ ਬਹੁਤ ਖਾਂਦੇ ਆ। ਇਹਨਾਂ ਮੰਗਣੀ ਆ। ਵੀਲ ਚੇਅਰ ਘੁੰਮਣ ਵਾਲੀ ਰੱਖੀ ਸਾਜ ਜੀ। ਵੀਲ ਚੇਅਰ ਤੇ ਬੈਠ ਕੇ ਲਾਈਵ ਆਇਆ ਰਾਤ। ਵੀਲ ਚੇਅਰ ਦੇ ਪਿੱਛੇ ਲਿਖਾਇਆ ਹੋਇਆ ਸਰ ਔਰ ਬਾਜ਼ੂ ਅੰਦਰ ਰੱਖੇ। ਲੈ ਯਾਰ ਦੇਖ ਲੈ ਪੂਰਾ ਵੀਲ ਚੇਅਰ ਹਕੂਮਤ ਦੀ ਵੀਲ ਚੇਅਰ ਤੇ ਬਹਿਣ ਤੋਂ ਪਹਿਲੇ ਪਾਰਮੋਜ ਪਾਉਂਦਾ ਸੀ। ਹਕੂਮਤ ਨੇ ਵੀਲ ਚੇਅਰ ਗਿਫਟ ਕੀਤੀ, ਕਹਿੰਦਾ ਹੁਣ ਖੇੜੀ ਕਿੱਥੋਂ ਲਾਂਗਾ। ਵੀਲ ਚੇਅਰ ਤੇ ਬੈਣ ਲੱਗਾ ਵੀ ਕਹਿ ਰਿਹਾ ਸਵੇਰੇ ਤੋਂ ਲੈ ਵੀ ਚੱਲ ਮੇਰੀ ਇਹ ਸ਼ੇਰਨੀ ਹੈ। ਜਿਵੇਂ ਐਵੇਂ ਕਹੀ ਕਾਰਾਂ ਮੇਰੀ ਇਹ ਸ਼ਹਜ਼ਾਦੀ ਵੀਲ ਚੇਅਰ ਤੇ ਬਹਿ ਕੇ ਕਾਰਾਂ ਨੂੰ ਬਚ ਜਵਾਨਾ। ਵੀਲ ਚੇਅਰ ਸਰਵਿਸ ਸਟੇਸ਼ਨ ਤੇ ਤੋਂ ਆ ਰਿਹਾ ਕਹਿੰਦਾ ਮੈਂ ਰਾਤੀ ਸੋਰੇ ਵਾਲ ਜਾਣਾ। ਵੀਲ ਚੇਅਰ ਇੱਕ ਸਾਈਡ ਤੇ ਵੀਲ ਚੇਅਰ ਸੀਗੀ ਤੇ ਇੱਕ ਸਾਈਡ ਤੇ ਛੁਰੀਆਂ ਤੇਲ ਕਰਦਾ ਜਾ। ਆਪਣੇ ਵਿਆਹ ਤੇ ਵੀਲ ਚੇਅਰ ਸਜਾਈ ਹੋਈ। ਯਾਰ ਕਿਹੜੇ ਮੁਲਕ ਦਾ ਹੈ ਜਿੱਥੇ ਲਾਇਸੈਂਸ ਦਿੰਦੇ ਅੰਦਰ ਬਿਠਾ ਕੇ ਪੱਟੀ ਤੇ। ਅਫਗਾਨਿਸਤਾਨ। ਕੀ ਕਰਦੇ ਉਹ ਜਿੱਥੇ ਲਾਇਸੈਂਸ ਦੀ ਟਰਾਈ ਨਹੀਂ ਲੈਂਦੇ ਗੱਡੀ ਦੀ ਟਰਾਈ, ਉਹ ਸੀਟ ਬਿਠਾਈ ਆ ਸਾਹਮਣੇ ਇੱਕ ਹੈਂਡਲ ਲਾਇਆ ਵਾ ਥੱਲੇ 3 ਫੱਟੀਆਂ ਲਾਈਆਂ, ਉਹਨੂੰ ਕਹਿੰਦੇ ਰੇਸ ਬ੍ਰੇਕ ਮਾਰ, ਉਹ ਇੰਜ ਕਰ ਦਿੰਦਾ ਉੱਥੇ ਰੇਸ ਦੇ ਉੱਥੇ ਬੈਠਾ ਹੀ ਤੇ ਕਹਿੰਦਾ ਓਕੇ ਆ ਜਾ ਚਲੋ ਜੀ ਆਲਾ ਫੜ। ਤੇ ਗੇਰ ਵਾਲੀ ਜਗ੍ਹਾ ਤੇ ਕੁੰਡੀ ਜਟਾ ਰੱਖਿਆ ਉਹਨਾਂ ਨੇ। ਹੁਣ ਇੱਥੇ ਤਾਂ ਲਾਇਸੈਂਸ ਬਹੁਤ ਮੁਸ਼ਕਲ ਬਣਨ ਡਿਆ ਉਸਤਾਦ ਜੀ। ਸਾਜੀ ਇਹ ਕੰਨੇ ਦਾ ਬਣਾਤਾ। ਹੈ ਹਾਂਜੀ ਉਹ ਨਹੀਂ ਓਏ ਉਹ ਬੜੀ ਪੁਰਾਣੀ ਗੱਲ ਆ ਯਾਰ। ਹਕੀਕਤ ਇਹ ਆ ਕਿ ਉਹ ਰੋਜ਼ ਕਈਆਂ ਅੰਨਿਆਂ ਦਾ ਬਣਾਉਂਦੇ ਆ। ਫੈਸਲ ਦਾ ਬਣ ਗਿਆ। ਆ ਬਾਹਰ ਨਿਕਲ ਕੇ ਵੇਖ ਤੈਨੂੰ ਲੱਗੇਗਾ ਕਿ ਅੰਨਿਆਂ ਦਾ ਬਣਿਆ। ਨਹੀਂ ਮੈਂ ਤਾਂ ਪੂਰੀ ਪ੍ਰੈਸਡ ਕੀਤੀ ਹੈ ਆਮ ਬੰਦਾ ਭਰਾਵਾ। ਫੋਟੋ ਵੇ ਨਾ ਉਸਤਾਦ ਜੀ, ਆਮ ਬੰਦਾ ਹਾਂ ਤੇ ਉਹਦੇ ਨੱਕ 'ਚ ਥੋੜਾ ਜਿਹਾ ਰੂ ਰੱਖੀਦਾ ਤੇ ਫੈਸਲ ਵਾਰੀ 2 ਰਦਾਈਆਂ ਲੱਗਣੀਆਂ। ਭਾਈ ਫੈਸਲ ਫੌਤ ਹੋ ਗਿਆ, ਇੱਕ ਬੰਦਾ ਨੱਕ ਚੋਂ ਰੂਹ ਕੱਢ ਕੇ ਸਰਾਣਾ ਬਣਾ ਲਿਆ ਉਹ ਲਾ ਕੇ ਬੈਠਾ। ਇੰਨਾ ਰੋਜ਼ ਸੀ। ਯਾਰ ਨੱਕ ਵੀ ਇੰਨਾ ਖੁੱਲਾ ਵਾ ਤੇ ਉੱਤੋਂ ਰੂਹ ਇਹਨਾਂ ਦਿੱਤਾ ਇੱਕ ਮਾਈ ਸਰਾਣੇ ਬਹਿ ਕੇ ਰੋਂਡੇ ਨਾਲ ਕਹੇ ਨਹੀਂ ਭੈਣੇ ਮਰੀ ਫੌਤ ਹੋਇਆ। ਭਾਈ ਫੈਸਲ ਅੱਲਾ ਜ਼ਿੰਦਗੀ ਕਰੇ ਫੌਤ ਹੋ ਗਏ ਤੇ ਲਾਈਵ ਲੈ ਲੈ ਮੁੰਨਨ ਦੇ ਉੱਤੇ ਇਹਦੀ ਰੂਹ ਨਹੀਂ। ਸਹੀ ਗੱਲ ਹੈ। ਨਾ ਯਾਰ ਅੱਲਾ ਤੰਦਰੁਸਤ ਮਿਹਰਬਾਨੀ। ਇਹ ਬੱਬਰ ਸ਼ੇਰ ਨੇ ਇਸ ਟਾਈਮ ਅੱਛਾ ਨੱਕ ਇਦਾਂ ਲੱਗਦਾ ਜਿੱਦਾਂ ਜ਼ੂਮ ਕੀਤਾ ਦੇਖ। ਭਾਈ ਬਣ ਫੈਸਲ ਗਿਆ ਕੀਤਾ। ਭਾਈ ਫੈਸਲ ਇਸ ਟਾਈਮ ਪਾਕਿਸਤਾਨ ਦੇ ਬੱਬਰ ਸ਼ੇਰ ਨੇ ਟੈਪ ਕਰ ਉਹ ਤੂੰ ਗੱਲ ਕਰ ਤੂੰ ਗੱਲ ਗੱਲ ਕਰ ਜਿਹੜੀ ਕਰਨੀ ਹੈ, ਜਿਹੜੀ ਗੱਲ ਕਰਨੀ। 1.5 ਘੰਟਾ ਹੋ ਗਿਆ ਗੱਲ ਕਰਦੇ ਹੁਣ ਕਲੈਪ ਕਰਾਉਣ ਦੇ ਹਾਲ ਵਾਸਤੇ। ਵਲੌਗ ਵੀ ਬਣ ਗਿਆ ਸਵੇਰੇ ਗੱਡੀ ਵੀ ਮੋੜ ਦੇਣੀ ਤੂੰ ਹੈ। ਨਹੀਂ ਉਹਨੂੰ ਪੁੱਛ ਰਹਤਾ ਕੈਂਸਲ ਨਹੀਂ ਕੀਤਾ ਕਿ ਮੈਂ ਦੱਸ ਮੈਂ ਤਾਂ ਖੁੱਲਾ ਖਰਚਾ। ਉਸਤਾਦ ਜੀ ਖੁੱਲਾ ਖਰਚਾ ਕਰਨ ਡਿਆ ਬੇਟਾ। ਸਾਰਿਆਂ ਲਈ ਬਿਰਿਆਨੀਆਂ ਮੰਗਾਈਆਂ ਉਸਤਾਦ ਜੀ। 7000 ਰੁਪਏ ਦੀਆਂ ਬੇਵਕੂਫ ਜੀ ਨੇ ਬਿਰਿਆਨੀਆਂ ਮੰਗਾ ਲਈਆਂ, 5000 ਦੀ ਦੇਗ ਨਹੀਂ ਬਣਾਈ। ਕਿਹੜੀਆਂ ਛੱਤ ਨਹੀਂ 5000 ਦੀਆਂ ਬਣੀਆਂ ਉਸਤਾਦ ਜੀ। ਐਂਡ ਤੇ ਨਾ 3 ਬੰਦੇ ਰਹਿ ਗਏ। ਹੁਣ ਮੇਰੇ ਕੋਲ 1000 ਸੀ। ਆਪਣਾ ਕਾਸ਼ੀ ਜੀ ਉਹਨੂੰ ਬਿਰਿਆਨੀ ਲੈਣ ਭੇਜਿਆ, ਉਹਨੂੰ ਉੱਥੋਂ ਜਾ ਕੇ ਫੋਨ ਕੀਤਾ ਮਿੱਠੇ ਭਾਈ 150 ਘੱਟ ਵਾ 50 ਰੁਪਏ ਦਾ ਰਹਿਤਾ। ਮੈਂ ਕਿਹਾ ਰਹਿਤੇ ਕੈਂਸਲ ਕਰ ਦੇ। ਅੱਛਾ ਉਸਤਾਦ ਜੀ ਮਿੱਠੇ ਨੂੰ ਘਰੋਂ ਪੂਰੇ ਪੈਸੇ ਮਿਲਦੇ ਆ ਗਿਣ ਕੇ। 20,000 100 ਰੁਪਏ ਬੱਚੇ ਨੂੰ ਨਹੀਂ ਮਿਲਦਾ ਰੋਜ਼। 20,000 ਕਢਾਇਆ 13,000 ਬਚ ਗਿਆ ਕਹਿੰਦਾ। ਨਹੀਂ 20 55 ਕਢਾਏ ਕੱਲ ਸਵੇਰੇ। ਕਦੋਂ ਦੀ ਗੱਲ? ਮੈਂ ਖੁੱਲੇ ਖਰਚੇ ਉਹ 55 ਤਾਂ ਨਿਕਲਦਾ ਹੀ ਆਪਣੇ ਨਹੀਂ। ਬੱਚਿਆਂ ਤੇ ਲਾਓ, ਆਪਣੀ ਮਾਂ ਬਾਪ ਭੈਣਾਂ ਭਰਾਵਾਂ ਤੇ ਲਾਓ, ਬਸ ਉਹ ਲੈਣੇ ਵੀ ਕਲੀਅਰ ਕਰੋ। ਕਲੀਅਰ ਅਲਹਮਦੁਲਿਲਾ। ਸਹੀ ਹੈ। ਮੈਂ ਬਾਅਦ ਜੀ ਭਾਈਜਾਨ 3000 ਰੁਪਏ ਜਿਸ ਤਾਜੀ ਸਾਰਾ ਮਾਮਲਾ ਕਲੀਅਰ ਹੋ ਗਿਆ। ਬਿਰਿਆਨੀਆਂ ਵੀ ਖਾ ਲਈਆਂ, ਵਿੱਚੋਂ ਆਲੂ ਵੀ ਨਿਕਲੇ, ਬੋਟੀਆਂ ਵੀ ਖਾ ਲਈਆਂ। ਆ ਜੀਆ ਵੱਖੀਆਂ ਤੜਾਤੀਆਂ ਜੀਆ ਕਿਆ ਸ਼ਰਾਦਾ ਉਸਤਾਦ ਲੱਗਾ। ਜੀ ਉਸਤਾਦ ਜੀ ਉਹ ਮੱਛੀ ਵਾਲਾ ਪ੍ਰੋਗਰਾਮ ਜਿਹੜਾ ਵਿੱਚ ਹੀ ਰਹਿ ਗਿਆ ਹੈਗਾ, ਉਹ ਮੈਂ ਤੁਹਾਨੂੰ ਕਿਹਾ ਸੀ ਨਵਲਟੀ ਪੁਲ ਤੇ ਜਾਈਏ, ਹਾਏ ਮੱਛੀ ਹਾਏ। ਪੂਰਾ ਕੰਟੇਨਰ ਆਇਆ ਹੈ ਉਸਤਾਦ ਜੀ। ਤੁਸੀਂ ਤਲਣੀ ਹੈ ਹੈ
ਦੋ ਜਗ੍ਹਾ ਤੇ ਉਸਤਾਦ ਜੀ ਇਨਵੀਟੇਸ਼ਨ, ਇੱਕ ਪਿੰਡ ਹੈਗਾ ਜੀ ਉਸਤਾਦ ਜੀ, ਇਹ ਲੰਘ ਕੇ ਨਾ ਨੁੱਕਰ ਗਾਟੇ ਵਾਲਾ, ਉਹਦੇ ਨਾਲ ਗੱਟੀ ਗੱਟ ਵਾਲਾ ਮੁੰਡਾ ਦੋਸਤ ਆ ਵੈਸ ਪਾਪ ਦੋ ਉਹਨੇ ਮੱਛੀ ਦੀ ਦਾਵਤ ਕੀਤੀ, ਉਹਨਾਂ ਨੇ ਆਪ ਆਪਣਾ ਨਾ ਰੈਸਪੀ ਉਹਨੇ ਆਪ ਲਾਈ ਸੀ ਉਸਤਾਦ ਜੀ। ਫਾਈਨਲ ਮੈਂ ਕਹਿੰਦਾ ਜਦ ਇੱਧਰ ਉੱਧਰ ਬ੍ਰਾਂਡ ਨਾਮ ਹੋਏ ਨਾ, ਕੋਈ ਟੇਸਟ ਨਹੀਂ ਸੀ। ਕਿਆ ਬਾਤ, ਉਹਨਾਂ ਨੇ ਕੋਇਲਿਆਂ ਦੇ ਵੱਡਾ ਸੈਟਅਪ ਲਾਇਆ, ਉਹਨਾਂ ਨੇ ਬਹੁਤ ਮਜ਼ਾ ਕੀਤਾ। ਉਸਤਾਦ ਜੀ ਤੁਸੀਂ ਬਣਾ ਲਓ। ਉਸਤਾਦ ਜੀ ਮੈਂ ਕੀ ਵੇਖਿਆ, ਉਸਤਾਦ ਜੀ ਉਹਨੇ ਨਾ ਮੱਛੀਆਂ ਜੀ ਕਰਕੇ ਜ਼ਿਬਾ ਕੀਤੀ ਹੈ ਤੇ ਉਹ ਕਰੈਕਟਰ ਨਾਲ ਖਲੋ ਕੇ ਇੰਜ ਨਹੀਂ ਕਰਨ ਡਿਆ। ਉਹ ਕੰਡੇ ਕੱਢ ਰਹੇ ਆ। ਮੈਂ ਸਮਝਿਆ ਪਾਗਲ ਹੈ। ਉਹ ਬਾਅਦ ਚੋਂ ਏਦਾਂ ਜਿਹੜੇ ਪੁੱਛਾ ਉਹ ਜਿਹੜੇ ਇੱਜ਼ਤ ਦਾ ਨਾਕਰ ਚ ਵਾਲ ਨੇ ਕੱਢੇ, ਇਦਾਂ ਦੀ ਚਿਮਟੀ ਟੈਪ ਹੁੰਦੀ ਹੈ ਤੇ ਉਹ ਐ ਕਰਕੇ ਸਾਰੇ ਕੰਡੇ ਕੱਢ ਦਿੰਦੇ। ਲੇਕਿਨ ਉਹ ਲੱਗਣ ਹੀ ਨਹੀਂ ਸੀ ਡਿਆ, ਉਹ ਕੰਡੇ ਕੱਢ ਉਹਦੀ ਦਿੰਦੇ ਸਪੀਡ ਹੀ ਇੰਨੀ ਸੀ ਇੰਜ ਕਰਕੇ ਨਹੀਂ ਜਿਵੇਂ ਯਾਰ ਸਭ ਝੂਠ ਆ, ਇਦਾਂ ਹੁੰਦਾ ਨਹੀਂ ਯਾਰ, ਕੱਲ ਹੀ ਦਿਖਾ ਦਿੰਦਾ ਮੈਂ, ਕੱਲ ਦਾ ਪ੍ਰੋਗਰਾਮ ਬਣਾ, ਬੜੇ ਕੁੱਕ ਨੇ ਯਾਰ। ਤੂੰ ਕੱਲ ਦਾ ਪ੍ਰੋਗਰਾਮ ਬਣਾ। ਉਹ ਯਾਰ ਤੂੰ ਉਹਨੂੰ ਛੱਡ ਦੇ, ਨਾਰਮਲ ਨਹੀਂ ਵੇਖਦਾ ਜਿਹੜੇ ਕੁੱਕ ਕੱਟਦੇ ਨੇ, ਟਮਾਟਰ ਕੱਟਦੇ ਨੇ, ਪਿਆਜ਼ ਕੱਟਦੇ, ਉਹਨਾਂ ਦੀ ਸਪੀਡ ਵੇਖੀ ਐ ਕਰਕੇ। ਹਾਂਜੀ ਹਾਂਜੀ ਟਿਕ 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 ਟਿਕ, ਤੂੰ ਉਂਝ ਕੱਟ ਕੇ ਵਹਾ। ਨਹੀਂ ਕੰਡੇ ਕਿਦਾਂ ਕੱਢਦੇ ਨਜ਼ਰ ਦਾ ਉਹ ਯਾਰ ਉਹ ਕੱਢ ਲੈਂਦੇ ਨੇ। ਕੱਢ ਦਾ ਹੋਊਗਾ ਇੱਕ ਮੈਂ ਕਸਾਈ ਵੇਖਿਆ, ਉਹਨੇ ਉਸਤਾਦ ਜੀ ਮੱਛਲੀ 'ਚ ਛੁਰੀ ਪਾਈ ਆ, ਸਾਰੀ ਕੱਟਣ ਤੋਂ ਬਾਅਦ ਹੀ ਉਹ 'ਚੋਂ ਛੁਰੀ ਕੱਢੀ ਉਹਨੇ। ਹਾਂਜੀ ਹਾਂ ਯਾਨੀ ਉਹ ਇੱਕ ਵਾਰੀ ਨਾ ਪਾਰ ਕੱਟ ਕੇ ਬੰਦਾ ਐ ਕਰਦਾ, ਨਾ ਕੋਈ ਦੂਸਰਾ ਉਹਨੇ ਐਂ ਨਹੀਂ ਜਿਨ੍ਹਾਂ ਦਾ ਕੰਮ ਆ ਯਾਰ, ਉਹ ਬੜਾ ਉਹਨਾਂ ਦਾ ਐਕਸਪੀਰੀਅੰਸ ਉਹ ਹੋਇਆ। ਯਾਰ ਕਰੈਕਟਰ ਨੇ ਭਾਈ ਜਾਨ ਮੱਛੀ ਉੱਤੇ ਸਿੱਟੀ ਇੰਜ ਕਰਕੇ ਕੀਤਾ, ਥੱਲੇ ਟੁਕੜੇ ਆ ਕੇ ਥੱਲੇ ਡਿੱਗੀ, ਅੱਖ ਨਿਕਲ ਜਲਦੀ ਸੀਗੀ। ਨਹੀਂ ਨਿਕਲਦੀ। ਹਾਂਜੀ ਹਾਂਜੀ ਉਸਤਾਦ ਜੀ, ਆ ਲਓ ਪਵਾ ਜੀ ਬਣਾਤੀ ਉਹਨੇ। ਸ਼ੁਕਰ ਕਰੋ ਪੱਕ ਕੇ ਖਾ ਕੇ ਫਿਰ ਇਹ ਫਿਲਮ ਦੀਆਂ ਗੱਲਾਂ ਦੱਸਦਾ ਵਾ। ਫਿਲਮ ਦੇ ਵਿੱਚ ਨਹੀਂ, ਕਸਾਈ ਆ, ਉਹ ਸਿਰਫ ਇੰਜ ਕਰਕੇ ਤਲਵਾਰ ਇੰਜ ਕਰਦਾ ਵਾ ਤੇ ਸਾਰੀ ਮੱਛੀ ਦਾ ਗੋਸ਼ਤ ਬਣਿਆ ਹੁੰਦਾ, ਛੋਟੀ ਮੋਟੀ। ਸਿਰਫ ਤੁਸੀਂ ਇੱਥੇ ਲਿਖਣੀ ਹੈ ਮੱਛੀ। ਆ ਗੁਜਰਾਂਵਾਲੇ ਦੇ ਜਿਹੜੇ ਚਿੜੇ ਮਸ਼ਹੂਰ ਆ ਉਸਤਾਦ ਜੀ, ਇੱਕ ਬੰਦੇ ਨੇ ਚਿਲਮ 'ਚ ਅੱਗ ਲਾ ਕੇ ਉੜਦੇ ਚਿੜੀਆਂ ਦੇ ਥੱਲੇ ਲੈ ਕੇ ਫਿਰਦਾ ਹੁੰਦਾ ਸੀ, ਉੱਤੇ ਭੁੰਨ ਗਏ ਤੇ ਉਹ ਪਿਆਲੇ 'ਚ ਡਿੱਗੀ। ਹਾਂਜੀ ਮੈਂ ਇੱਕ ਹੋਰ ਕਹਿੰਦਾ ਸੀ ਉਸਤਾਦ ਜੀ, ਦਿਲ ਬਣਾਓ ਝੂਠ ਸ਼ੁਰੂ ਹੋ ਗਿਆ ਹੁਣ, ਗਿਆਨ ਦਿਆ ਕਰੋ। ਉਹਨੇ ਚਿਲਮ 'ਚ ਅੱਗ ਲਾ ਦੇਣੀ ਏਦਾਂ ਕਰਕੇ, ਉੜਦੇ ਕਬੂਤਰ ਦੇ ਥੱਲੇ ਆ ਕਰਕੇ ਫਿਰੀ ਜਾਂਦੇ ਆ। ਹਵਾਈ ਵੀ ਕਿਉਂ ਉਸਤਾਦ ਜੀ ਤੁਸੀਂ ਆਪ ਬਣਾ ਲਓ ਖਾਂ, ਜਿਹਦੇ ਚਿਕਨ ਬਣਾਉਂਦੇ ਇਹਦਾ ਮੱਛੀ ਬਣਾ ਕੇ ਐਕਸਪੈਰੀਮੈਂਟ ਕਰੋ। ਉਹ ਬਣਾ ਲਾਂਗਾ। ਨਹੀਂ ਮੈਂ ਪਹਿਲੇ ਇਹਦੇ ਤੇ ਟਿੱਕੇ ਕਿਤੇ ਕੱਲ ਬਣਾਉਣੇ ਨਾ ਆਪਾਂ। ਕੱਲ ਬਣਾਓ ਉਸਤਾਦ ਜੀ। ਕੋਲੇ ਹੋਰ ਮੰਗਾ ਲਓ, ਨਾਲੇ ਉਸਤਾਦ ਜੀ ਆਹੋ ਇੱਥੇ ਨਾ ਕੋਲੇ ਮੰਗਾ ਕੇ ਨਾ ਤੁਹਾਨੂੰ ਭੱਠੀ ਲਾ ਕੇ ਦੇਣਗੇ ਇੱਟਾਂ ਦੀ ਇੱਥੇ। ਆਹੋ ਚਾਰ ਸਿੱਖਾਂ ਪਖਣ ਤੇ ਸਹੀ। ਉਸਤਾਦ ਜੀ ਇੱਟਾਂ ਪਈਆਂ ਇੱਥੇ। ਉਹ ਯਾਰ ਘਰ ਪਈ ਹੈ ਮੇਰੇ ਭੱਠੀ, ਉਹ ਨਹੀਂ, ਉਹ ਤਾਂ ਉੱਪਰ ਵੀ ਪਈ ਨੁੱਕਰ 'ਚ, ਆਹ ਲੇਕਿਨ ਉਹ ਚੁੱਕ ਲਿਆ ਇੱਟ ਵਾਲੀ ਦਾ ਟੇਸਟ ਹੋਰ ਹੁੰਦਾ ਵਾ। ਹਾਂ ਇਸ ਤਰ੍ਹਾਂ ਹੀ। ਉਹ ਨਹੀਂ, ਉਹ ਟੇਸਟ ਉਹ ਇੱਕੋ ਹੀ ਹੋਣਾ ਵਾ। ਟੇਸਟ ਕੋਈ ਚੀਜ਼ ਮਿੱਟੀ ਦਾ ਦਾ ਉਹਦਾ ਲੰਮੀ ਹੋ ਜਾਏਗੀ ਨਾ ਇਹ ਕਰਕੇ। ਤੁਸੀਂ ਸਵੇਰੇ 20 ਕਿਲੋ ਚਿਕਨ ਦਾ ਆਰਡਰ ਦਿਓ, ਸਵੇਰੇ ਲੈ ਰੱਖ ਕੇ ਘਰ ਬਣਾਈਏ, ਸਵੇਰੇ ਬਾਹਰ ਵੀ ਕੋਈ ਚੱਲੇਗਾ ਇਨਸ਼ਾਅੱਲਾ। ਲੇਕਿਨ ਉਸਤਾਦ ਜੀ, ਉਧਰ ਕਿਤੇ ਬਾਹਰ ਵੀ ਕਿਉਂ ਖਾਈ ਉਸਤਾਦ ਜੀ ਦੇਖੋ ਚੰਡਾ ਖਾਣੀ ਬਟੇਰਾ ਉਡਵਾ। ਏਦਾਂ ਹੀ। ਉਸਤਾਦ ਜੀ ਉਹਦੇ ਥੱਲੇ ਛੋਟੀ ਜਿਹੀ ਪਲੇਟ ਲਾ ਦਿੰਦੇ ਤੇ ਉਹਦੇ ਪੰਜਿਆਂ ਨਾਲ ਉਹ ਪਲੇਟ ਬੰਨ ਦਿੰਦੇ। ਉਹ ਜਦੋਂ ਐ ਉੱਡਦਾ ਨਾ, ਅੱਗ ਭਖਦੀ ਥੱਲੇ। ਪੱਕਦੀ ਰਹਿੰਦੀ, ਉਹ ਤੋਂ ਭੁੰਨਿਆ ਜਾਂਦਾ, ਤਾਂ ਜਦੋਂ ਪੂਰਾ ਭੁੰਨਿਆ ਜਾਂਦਾ ਇੱਕ ਜਗ੍ਹਾ ਤੇ ਡਿੱਗ ਜਾਂਦਾ, ਉਦੋਂ ਚੁੱਕ ਕੇ ਖਾਣ ਲੱਗੇ। ਉਸਤਾਦ ਜੀ ਤੁਸੀਂ ਆਪ ਉਧਰਾ ਬਟੇਰਾ ਖਾਦਾ, ਤੁਹਾਡਾ ਦਿਲ ਕਰਨਾ ਤੁਸੀਂ ਆਰਡਰ ਦੇਣਾ 5 ਬਟੇਰੇ ਲਾ ਦੇ, ਉਹਨੇ ਆਪ ਨਹੀਂ ਲਾਉਣੇ ਬਟੇਰੇ, ਆਪ ਕਹੋਗੇ ਭਾਜੀ ਭੁੱਜ ਹੋ ਜਾਵਾਂ। ਭੁੱਜ ਹੋ ਜਾਵਾ। ਆਪ ਉਦਵਾ ਯਾਰ ਜੋ ਵੀ ਹੈ ਨਾ ਅੱਛਾ ਆਪ ਭੁੱਦਰਾ ਹੁੰਦਾ, ਕਹਿੰਦਾ ਆਪ ਭੁੱਜਵਾ। ਆਪ ਜੁਮਾ ਉਸਤਾਦ ਜੀ ਮੈਨੂੰ ਝਾਲ ਚੱਕੀਆਂ ਦੀ ਦਾਲ ਖਵਾ ਦਿਓ। ਚਲੋ ਯਾਰ ਇਸ ਬੰਦੇ ਨੂੰ ਮੈਨੂੰ ਕੈਦ ਹੋਈ ਹੈ, ਜੇਲ੍ਹ ਵਾਲੀ ਆਟਮਾ ਖਾ ਮੈਂ ਲਿਆ ਤੈਨੂੰ ਭਾਈ। ਓਏ ਬੜੀ ਪਾਗਲਾ, ਅੱਛੀ ਹੈ ਦਾਲ ਉਹ ਜਿੰਨੀ ਵੀ ਅੱਛੀ ਹੈ ਯਾਰ, ਮਿੱਠਾ ਜੀ ਏਸ਼ੀਆ ਦੀ ਮਸ਼ਹੂਰ ਦਾਲ ਹੀ ਉਹ ਭਾਜੀ ਕਿਸੇ ਟਾਈਮ ਜਾਓ ਉਧਰ ਨੂੰ ਤੇ ਬੰਦਾ ਖਾ ਲੈਂਦਾ ਕਿ ਸਪੈਸ਼ਲ ਦਾਲ ਖਾਣਾ। ਸਪੈਸ਼ਲ ਗੱਡੀ ਹੈਗੀ ਤੁਹਾਡੇ ਕੋਲ, ਜਾਓ ਸਰਫ ਮਾਰ ਕੇ ਤੇਲ ਇਹ ਪਾਓ। ਉਹ ਕਿਸੇ ਟਾਈਮ ਸਿਰ ਆਣਾ ਹੁੰਦਾ ਵਾ। ਉਸਤਾਦ ਜੀ ਇਦਾਂ ਤਾਂ ਪਤਾ ਨਾ 5 ਝੂਠ ਬਣਾਇਆ, ਜਦੋਂ ਨਿਊਜ਼ੀਲੈਂਡ ਦੀ ਟੀਮ ਆਈ ਹੈ ਝਾਲ ਚੱਕੀ ਵਾਲੀ ਦਾਲ ਖਾਧੀ ਉਹਨੇ। ਆਹੋ ਐਵੇਂ ਕਿਹੜਾ ਇਮਰਾਨ ਖਾਨ ਨੂੰ ਬੰਗਾਲੀ ਲੱਸੀ ਬਹੁਤ ਪਸੰਦ ਸੀ, ਐਵੇਂ ਕਿਹੜਾ ਮਲਕ ਅਲੀ ਜ਼ਬਾਜੋ ਤੋਂ ਇੱਥੇ ਹੀ ਆ ਨਾ, ਉਹਨੇ ਇੱਥੋਂ ਲੈ ਕੇ ਚੂਹੇ ਮਾਰ ਗੋਲੀਆਂ। ਕਈ ਬੰਦਿਆਂ ਨੂੰ ਨਾ, ਕਈ ਬੰਦੇ ਕਿਸੇ ਸ਼ਹਿਰ ਜਾਣ ਨਾ ਜਾਂ ਮੁਲਕ ਜਾਣ, ਉੱਥੋਂ ਕੋਈ ਚੀਜ਼ ਖਾਂਦੇ ਤੇ ਉਹ ਆ ਕੇ ਉਹਨਾਂ ਨੂੰ ਨਾਂ ਨਹੀਂ ਉਹਦਾ ਯਾਦ ਹੁੰਦਾ, ਕਿਉਂ ਕਨਫਿਊਜ਼ ਹੀ ਦੱਸ ਰਹੇ ਯਾਰ ਉਹਨੇ ਖਵਾਇਆ, ਉਹ ਪਤਾ ਨਹੀਂ ਐਡਾ ਸੀ, ਉਹ ਕਹਿੰਦਾ ਉਹਦੇ ਚ ਕੀ ਸੀ ਯਾਰ ਕੁਝ ਹੈ ਉਹਦੇ ਹੈ, ਉਹ ਨਹੀਂ ਯਾਰ ਉਹ ਨਹੀਂ ਯਾਰ ਉਹ ਮੈਨੂੰ ਪਤਾ ਵਾ। ਇਹ ਨਾ ਇੰਜ ਜਿਵੇਂ ਗੋਲਗੱਪਾ ਟੈਪ ਸੀ, ਚਿਕਨ ਸੀ ਵਿੱਚ, ਉਹ ਪਤਾ ਨਹੀਂ ਕੀ ਸੀ ਯਾਰ, ਉਹਨੂੰ ਦੱਸਣਾ ਵੀ ਨਹੀਂ ਆਉਂਦਾ ਨਾ ਉਹਦਾ ਨਾਂ, ਤੇ ਉਹਨੇ ਮੁਸੀਬਤ ਚ ਆਪ ਵੀ ਪਿਆ ਤੇ ਅਗਲੇ ਨੂੰ ਵੀ ਪਾਇਆ ਹੈ। ਅਗਲਾ ਉਹਦੇ ਨਾਲ ਉਹਨੇ ਕਿਹਾ ਉਹਦੇ ਨਾਲ ਨਾ ਇੱਕ ਚਟਨੀ ਜੀ ਵੀ ਮੈਂ ਪਹਿਲੀ ਵਾਰੀ ਖਾਧੀ, ਉਹ ਜੀਬ ਦੀ ਸੀ। ਤੇ ਅਗਲਾ ਅਗਲਾ ਨਹੀਂ ਦੱਸਣਾ, ਉਹਨੇ ਕਹਿੰਦਾ ਉਹ ਪਤੀਨੇ, ਉਹ ਨਹੀਂ ਪਤੀਨੇ ਦਾ ਤਾਂ ਮੈਨੂੰ ਪਤਾ ਵਾ, ਪਤੀਨਾ ਨਹੀਂ ਸੀ, ਕੋਈ ਹੋਰ ਉਹਨਾਂ ਨੇ ਕੋਈ ਆਈਟਮ ਲਾਈ ਸੀ। ਉਸਤਾਦ ਜੀ ਉਹ ਮੈਂ ਬੜਾ ਸੋਚਿਆ, ਮੈਨੂੰ ਪੁੱਛਿਆ ਵੀ, ਮੈਂ ਕਿਹਾ ਯਾਰ ਕੀ ਪਾਇਆ, ਕਹਿੰਦਾ ਇਹ ਸਾਨੂੰ ਨਹੀਂ ਪਤਾ, ਮਾਲਕ ਹੀ ਕਰਦੇ, ਦੱਸਦੇ ਨਹੀਂ ਪਤਾ ਨਹੀਂ ਉਹ ਬਾਹਰ। ਅੱਛਾ ਹੁਣ ਸਾਰੀ ਗੱਲ ਦੱਸਦੇ ਹਰੀ, ਤੇ ਨਾ ਉਹਨੂੰ ਪਤਾ ਵੀ ਕੀ ਖਾਦਾ, ਨਾ ਆਪ ਨੂੰ ਪਤਾ ਵੀ ਮੈਂ ਕੀ ਖਾਦਾ। ਪਤਾ ਵੀ ਅਗਲਾ ਜਿਹੜਾ ਨਾ ਉਹ ਮੁਤਮਈਨ ਹੋ ਕੇ ਕਹਿੰਦਾ ਲੈ ਮੈਨੂੰ ਪਤਾ ਲੱਗ ਗਿਆ ਅੱਲਾ ਰੋਜ਼ ਕਹਿੰਦਾ ਯਾਰ ਕਿੱਥੋਂ ਤੂੰ ਗਿਆ ਉੱਥੇ? ਅੱਛਾ ਮੈਨੂੰ ਸਮਝ ਲੱਗ ਗਿਆ ਉਹ ਚਿੱਟੇ, ਉਹ ਨਹੀਂ, ਉਹ ਚਿੱਟੇ ਨਹੀਂ, ਉਹ ਤੇ ਬਰਾਊਨ ਟੈਪ ਸੀ। ਉਹ ਬਰਾਉਨ ਹੀ ਹੁੰਦੇ, ਹੁਣ ਬਰਾਉਨ ਪਹਿਲੇ ਚਿੱਟੇ ਸੀਗੇ। ਹਾਂ ਉਹਨੇ ਉਹ ਅਗਲੇ ਘਟਾਉਂਦੇ ਵੀ ਨਹੀਂ ਆਪਣੀ ਉਸਤਾਦ ਜੀ। ਅੱਛਾ ਮੇਰਾ ਇੱਕ ਦੋਸਤ ਆ, ਉਹਦੀ ਇਹ ਵੀ ਬੜੀ ਸਟਾਈਲ ਆ। ਹੁਣ ਉਹਨੂੰ ਕਿਹਾ ਨਾ, ਗੱਲ ਸੁਣਾ ਰਹੇ ਉਸਤਾਦ ਜੀ, ਉਹਨੂੰ ਕਹਿਣਾ ਯਾਰ ਉਹ ਮਿੱਠਾ ਨਹੀਂ ਮਿੱਠਾ, ਉਹ ਕਹਤਾ ਨਾ ਹਾਂ ਕਿਹੜਾ ਨਹੀਂ ਪਤਾ, ਐਵੇਂ ਕਹਿਤਾ। ਅੱਛਾ ਕਈ ਬੰਦੇ ਹੁਣ ਨਾ ਨਹੀਂ ਯਾਦ ਆ ਰਿਹਾ ਤਾਂ ਕੀ ਕਰਦੇ ਨੇ, ਬਾਅਦ ਇਸ਼ਾਰਾ ਕਰਦੇ ਨੇ। ਲਾਈਕ ਮੈਂ ਕਹਿ ਰਿਹਾ ਨਾ ਯਾਰ ਉਹ ਗੋਲ ਸੀ ਉਹ ਜਿਹੜਾ, ਤੇ ਤੂੰ ਕਹਿਣਾ ਉਸਤਾਦ ਜੀ ਉਹ ਚਿਕਨ ਬਾਲ, ਹਾਂ ਇਹ ਤੂੰ ਕਹਿਣਾ
ਯਾਰ ਉਹ ਹੁਣ ਕਿੰਨੀ ਦੇਰ ਖੱਪ ਰਹੇ ਨੇ। ਉਹ ਯਾਰ ਨਾਂ ਕੀ ਸੀ ਯਾਰ? ਚਿਕਨ ਬੋਲ ਉਸਤਾਦ ਜੀ। ਕਿਹੜਾ ਨਾ ਕਿਹੜਾ ਓਏ ਹੋਏ ਚਿਕਨ ਬਾਲ ਲੈ। ਸਾਜੀ ਇੱਕ ਬੰਦੇ ਦੀ ਆਦਤ ਹੁੰਦੀ ਰਿਪੀਟ ਮੰਗਣਾ। ਆਹੋ ਓਏ ਆਹੋ ਆਹੋ ਮੈਂ ਚਲਾ ਗਿਆ ਨਹੀਂ ਮੈਂ ਬੜੀਆਂ ਸ਼ੋਆਂ 'ਚ ਕੀਤਾ ਰਹਿਣ ਦੇ। ਹਾਂ ਨਵੀਂ ਗੱਲ ਆ। ਇੱਕ ਬੰਦਾ ਰਿਪੀਟ ਮੰਗੀ ਜਾਵੇ ਤੇ ਐਂਡ ਤੇ ਕੋਣੀ ਨਾ ਆਪਣੇ ਆਪ ਨੂੰ ਗੱਲ ਕੱਢਦੀ, ਕਹਿੰਦਾ ਉਹਨੂੰ ਨਹੀਂ ਸੀ ਪਤਾ ਮੈਂ ਆ ਬੜਾ ਕੀ ਆ ਤੇ ਮੈਂ ਹੁਣ ਗੱਲ ਨਾ ਕੱਢਾਂ ਕੀ ਆ। ਮੈਂ ਕਿਹਾ ਕੀ? ਕਹਿੰਦਾ ਮੈਂ ਤਾਂ ਸਰ ਇਹਦਾ ਧਿਆਨ ਹੀ ਨਹੀਂ ਹੈਗਾ ਗੱਲ 'ਚ। ਅੱਛਾ ਯਾਨੀ ਮੈਨੂੰ ਗਾਲ ਨਹੀਂ ਕੱਢ ਰਿਹਾ, ਕਹਿੰਦਾ ਤਾਂ ਧਿਆਨ ਹੀ ਨਹੀਂ ਹੈਗਾ ਗੱਲ 'ਚ। ਓਏ ਹਾਂ ਓਏ ਹੋਏ ਯਾਰ ਜਾਫਰੀ ਪੜਾ ਵਾਲੇ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਨਾ ਤੇ ਇਹਦਾ ਮਸਤਾਕ ਪਾਈਏ ਥੱਲੇ ਚੌਲ ਇਕੱਠੇ ਕਰ ਲਓ। ਸ਼ੋ ਮੁਕੰਮਲ ਹੋਇਆ ਯਾਰ। ਬਿੱਟੇ ਨੇ ਬਦਤਰੀ ਪਾਇਆ, ਜੱਗਲ ਨਹੀਂ ਪਾਇਆ ਯਾਰ। ਕਈਆਂ ਦੀ ਆਦਤ ਹੁੰਦੀ ਹੈ, ਉਹ ਗੱਲ ਕਰਨ ਤੋਂ ਪਹਿਲੇ ਨਾ ਕਹਿਣਗੇ ਲੈ ਹੱਥ ਸਿੱਟ ਜ਼ਰਾ, ਲੈ ਜੇ ਹੋ ਜੇ ਤੇ ਮੇਰਾ ਨਾਮ ਹਟਾ ਦੇ। ਕਈ ਐਸੇ ਵੀ ਕਰੈਕਟਰ ਹੁੰਦੇ ਨੇ ਜਿਨ੍ਹਾਂ ਝੂਠੇ ਵੀ ਹੋਣਗੇ ਤੇ ਅੱਗੋਂ ਕਹਿਣਗੇ ਲੈ ਮੈਨੂੰ ਮਸੀਤੇ ਲੈ ਜਾਓ। ਚਲੋ ਜੀ ਇਦਾਂ ਦੇ ਮਸਤ ਨੇ ਨਾ ਆਪਣਾ ਤਵੀਰ ਚੂਸ ਕੇ ਪੋਲਾ ਕੀਤਾ ਹੁੰਦਾ। ਚਲੋ ਜੀ ਲਓ ਜੀ ਓਏ ਹੋਏ। ਲਵ ਯੂ ਨਾਜ਼ਰੀਨ ਓਕੇ ਰੱਬ ਰੱਖਾ।